ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਦੇ ਪਰਸਨੈਲਿਟੀ ਡਿਵੈਲਪਮੈਂਟ ਕੈਂਪ ਦੇ ਵਿੱਚ ਆਪ ਸਭ ਦਾ ਸਵਾਗਤ ਹੈ ਜੀ। ਅੱਜ ਦੇ ਕੈਂਪ ਦੀ ਸ਼ੁਰੂਆਤ ਆਪਾਂ ਜਾਪ ਸੇਵਾ ਤੋਂ ਕਰਾਂਗੇ, ਜੋ ਕਿ ਲੈ ਰਹੇ ਹਨ ਨੈਂਸੀ ਸ਼ਰਮਾ ਜੀ, EPP ਨੰਬਰ 13425। ਸੋ ਆਪ ਜੀ ਨੂੰ ਬੇਨਤੀ ਹੈ ਕਿ ਆਪ ਜੀ ਹੈਂਡ ਰੇਜ਼ ਕਰ ਲਓ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। एक ओंकार सतनाम करता पुरख निर्भव निर्वैर अकाल मूरत अजूनी सैभं गुर प्रसाद। एक ओंकार सतनाम करता पुरख निर्भव निर्वैर अकाल मूरत अजूनी सैभं गुर प्रसाद। एक ओंकार सतनाम करता पुरख निर्भव निर्वैर अकाल मूरत अजूनी सैभं गुर प्रसाद। एक ओंकार सतनाम करता पुरख निर्भव निर्वैर अकाल मूरत अजूनी सैभं गुर प्रसाद। एक ओंकार सतनाम करता पुरख निर्भव निर्वैर अकाल मूरत अजूनी सैभं गुर प्रसाद। वाहिगुरु 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 वाहिगुरु। वाहिगुरु जी का खालसा वाहिगुरु जी की फतेह। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਆਪ ਜੀ ਦਾ ਬਹੁਤ-ਬਹੁਤ ਧੰਨਵਾਦ। ਹੁਣ ਕੀਰਤਨ ਦੀ ਸੇਵਾ ਲੈ ਰਹੇ ਹਨ ਗੁਰਪ੍ਰੀਤ ਕੌਰ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਰਾਖਾ ਏਕ हमारा स्वामी, राखा एक हमारा स्वामी, सगल कटा का अंतर्जामी, सगल कटा का अंतर्जामी। राखा एक हमारा स्वामी, राखा एक हमारा स्वामी। उठत सुखिया बैठत सुखिया, उठत सुखिया बैठत सुखिया। पाँव नहीं लागे जैसे भुजिया, पाँव नहीं लागे जैसे भुजिया। राखा एक हमारा स्वामी, राखा एक हमारा स्वामी, सगल कटा का अंतर्जामी। सोए अचिंता जाग अचिंता, सोए अचिंता जाग अचिंता। पाँव नहीं लागे सोए अचिंता जाग अचिंता। जहाँ कहाँ प्रभ तुम वर्तनता, तुम वर्तनता। राखा एक हमारा स्वामी, राखा एक हमारा स्वामी। कर सुख वसया बाहर सुख पाया, कर सुख वसया बाहर सुख पाया। कहो नानक गुर मंत्र दृढ़ आया, कहो नानक गुर मंत्र दृढ़ आया। राखा एक हमारा स्वामी, राखा एक
हमारा स्वामी सगल कटा का अंतर्जामी सगल कटा का अंतर्जामी सगल कटा का अंतर्जामी। वाहिगुरु जी का खालसा वाहिगुरु जी की ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ। ਆਪ ਜੀ ਨੇ ਬੜੀ ਸੁਰੀਲੀ ਆਵਾਜ਼ ਦੇ ਵਿੱਚ ਕੀਰਤਨ ਸੇਵਾ ਨਿਭਾਈ ਹੈ ਜੀ। ਹੁਣ ਅੱਜ ਦੇ ਸੈਕਸ਼ਨ ਦੀ ਸ਼ੁਰੂਆਤ ਕਰਦੇ ਹਾਂ ਜੀ, ਜੋ ਕਿ ਲੈ ਰਹੇ ਹਨ ਕੈਪਟਨ ਜਸਪਾਲ ਸਿੰਘ ਜੀ, ਜਿਨ੍ਹਾਂ ਦਾ ਵਿਸ਼ਾ ਹੈ ਹਾਊ ਟੂ ਸਟੱਡੀ ਬੈਟਰ। ਸੋ ਆਪ ਜੀ ਨੂੰ ਬੇਨਤੀ ਹੈ ਕਿ ਅਗਰ ਜੁੜ ਚੁੱਕੇ ਹੋ ਤਾਂ ਸਟਾਰਟ ਕਰੋ ਜੀ। ਜ਼ੂਮ ਰਾਹੀਂ ਜੁੜ ਬੈਠੇ ਪਿਆਰੇ ਵਿਦਿਆਰਥੀਓ, ਆਓ ਗੱਜ ਵੱਜ ਕੇ ਫਤਿਹ ਗਜਾਈਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਿਆਰੇ ਵਿਦਿਆਰਥੀਓ, ਤੁਸੀਂ ਸਾਰੇ ਸਕੂਲ 'ਚ ਪੜ੍ਹਦੇ ਹੋ, ਪੇਪਰ ਦਿੰਦੇ ਹੋ, ਹੋਮਵਰਕ ਕਰਦੇ ਹੋ। ਸੋ ਹਰ ਬੱਚੇ ਦੀ, ਵਿਦਿਆਰਥੀ ਦੀ ਇਹ ਚਾਹ ਹੁੰਦੀ ਹੈ, ਇੱਛਾ ਹੁੰਦੀ ਹੈ ਕਿ ਉਹਦੇ ਨੰਬਰ ਵਧੀਆ ਆਉਣ। ਸੋ ਮਿਹਨਤ ਸਾਰੇ ਕਰਦੇ ਨੇ, ਪਰ ਕਈ ਵਾਰ ਅਸੀਂ ਮਿਹਨਤ ਦੇ ਅਗਰ ਅਸੀਂ ਤਜਰਬੇ ਤੋਂ ਦੱਸੀਏ ਆਪਣੇ, ਕਿਉਂਕਿ ਹੁਣ ਸਾਡੀ ਇੰਨੀ ਉਮਰ ਹੋ ਗਈ ਹੈ। ਮੈਂ 12ਵੀਂ ਤੱਕ ਪੜ੍ਹਾਈ ਕੀਤੀ ਪਹਿਲੇ, ਫਿਰ ਮੈਂ ਮਰਚੈਂਟ ਨੇਵੀ ਦੇ ਪੇਪਰ ਦਿੱਤੇ, ਇੰਜੀਨੀਅਰਿੰਗ ਦੇ ਪੇਪਰ ਦਿੱਤੇ, ਫਿਰ ਵਿਦਿਨ ਮਰਚੈਂਟ ਨੇਵੀ ਮੈਂ 3 ਪੇਪਰ ਹੋਰ ਦਿੱਤੇ, ਬਲਕਿ ਇੱਕ ਪੇਪਰ ਜਿਹੜਾ ਆਖਰੀ ਸੀ ਮੇਰਾ, ਉਹ ਮੇਰੇ ਵਿਆਹ ਤੋਂ ਬਾਅਦ ਹੋਇਆ ਸੀਗਾ। ਸੋ 94 ਤੱਕ ਮੈਂ ਪੇਪਰ ਦਿੰਦਾ ਰਿਹਾ, ਆਖਰੀ ਪੇਪਰ ਮੇਰਾ 94 ਸੀਗਾ। ਸੋ ਸਾਡੇ ਵਰਗੇ ਬੰਦੇ ਜਿਹੜੇ ਇੱਦਾਂ ਸੀਨੀਅਰ ਹੋ ਜਾਂਦੇ ਨੇ, ਉਹਨਾਂ ਨੂੰ ਫਿਰ ਕੁਝ ਤਜਰਬਾ ਹੋ ਜਾਂਦਾ ਹੈ, ਅਤੇ ਉਸ ਤਜਰਬੇ ਰਾਹੀਂ ਅਸੀਂ ਕਈ ਗੱਲਾਂ ਫਿਰ ਆਪਣੇ ਆਉਣ ਵਾਲੀ ਪੀੜ੍ਹੀ ਨੂੰ ਦੱਸ ਸਕਦੇ ਹਾਂ। ਖਾਸ ਤੌਰ 'ਤੇ ਮੈਂ ਆਪਣਾ ਨੌਕਰੀ ਦੇ ਸੈੱਟ ਹੋਣ ਤੋਂ ਬਾਵਜੂਦ ਵੀ ਮੈਂ ਕਿਤਾਬਾਂ ਦੇ ਸੰਪਰਕ ਵਿੱਚ ਰਿਹਾ, ਪੜ੍ਹਦਾ ਰਿਹਾ। ਹੁਣ ਵੀ ਮੈਂ ਇੱਕ ਚੈਨਲ ਚਲਾ ਰਿਹਾ ਜਿਹਦਾ ਨਾਮ ਚਟਸਾਲ ਹੈ, ਜਿਹਦੇ ਵਿੱਚ ਮੈਂ ਪੜ੍ਹਾਈ ਦੇ ਵੀਡੀਓ ਇੰਗਲਿਸ਼, ਸਾਇੰਸ ਔਰ ਮੈਥ ਦੇ ਹੱਲ ਕਰਕੇ ਪਾ ਰਿਹਾ। ਹੋ ਸਕਦਾ ਤੁਹਾਡੇ ਵਿੱਚੋਂ ਕਈ ਬੱਚਿਆਂ ਨੂੰ ਉਸ ਚੈਨਲ ਦੇ ਬਾਰੇ ਪਤਾ ਵੀ ਹੋਵੇ। ਜੇ ਤੁਸੀਂ YouTube 'ਤੇ ਪਾਓਗੇ ਕੈਪਟਨ ਜਸਪਾਲ ਸਿੰਘ YSH, ਤੇ ਉਹ ਸਿੱਧਾ ਆ ਜਾਏਗਾ, ਅਤੇ ਉਹ 'ਚ ਕਰੀਬ 1800 ਤੋਂ ਉੱਪਰ ਵੀਡੀਓ ਪੈ ਚੁੱਕੇ ਨੇ। ਸੋ ਅੱਜ ਮੈਂ ਤੁਹਾਨੂੰ ਬੱਚਿਓ ਦੱਸਾਂਗਾ ਕਿ ਹਾਊ ਟੂ ਸਟੱਡੀ ਬੈਟਰ, ਅਤੇ ਜਿਹੜੀ ਅਸੀਂ ਮਿਹਨਤ ਕਰਦੇ ਹਾਂ ਉਹਨੂੰ ਮਤਲਬ ਕਿ ਹੋਰ ਕਿਵੇਂ ਥੋੜ੍ਹਾ ਵਧੀਆ ਕਰੀਏ। ਸੋ ਇਹਦੇ ਵਿੱਚ ਮੈਨੂੰ ਲੱਗਦਾ ਕਿ ਇਹ ਸਾਡੀ ਜਿਹੜੀ ਮਨੋਵਿਗਿਆਨਿਕ ਅਵਸਥਾ ਹੈ, ਜੋ ਸੋਚ ਹੈ, ਉਹਦਾ ਬਹੁਤ ਵੱਡਾ ਇੱਕ ਯੋਗਦਾਨ ਹੁੰਦਾ ਹੈ। ਅਤੇ ਅਸੀਂ ਸਮੇਂ ਦੀ ਵਰਤੋਂ ਕਿਵੇਂ ਕਰਦੇ ਹਾਂ, ਉਹ ਗੱਲ ਵੀ ਇਹਦੇ ਵਿੱਚ ਆ ਜਾਂਦੀ ਹੈ। ਸੋ ਪਿਛਲੇ ਸੈਸ਼ਨ ਵਿੱਚ ਜਦੋਂ ਅਸੀਂ ਪਹਿਲਾਂ ਇੱਕ ਵਾਰ ਸੈਕਸ਼ਨ ਲਿਆ ਸੀਗਾ, ਉਦੋਂ ਮੈਂ ਸਿਹਤ ਦੀ ਗੱਲ ਕੀਤੀ ਸੀਗੀ, ਅਤੇ ਉਹ ਬੱਚਿਆਂ ਨੂੰ ਜੇ ਯਾਦ ਹੋਵੇ, ਅਤੇ ਸਿਹਤ ਵਧੀਆ ਰੱਖਣੀ ਬਹੁਤ ਜ਼ਰੂਰੀ ਹੈ, ਕਿਉਂਕਿ ਦਿਮਾਗ ਸਾਡਾ ਸਰੀਰ ਦੇ ਵਿੱਚ ਹੀ ਹੁੰਦਾ ਹੈ, ਅਤੇ ਜੇ ਸਰੀਰ ਤੰਦਰੁਸਤ ਹੋਏਗਾ ਅਤੇ ਸਾਡਾ ਦਿਮਾਗ ਵੀ ਵਧੀਆ ਕੰਮ ਕਰੇਗਾ। ਇਹ ਬੜੀ ਮਸ਼ਹੂਰ ਅਖਾਣ ਹੈਗਾ ਕਿ ਸਾਊਂਡ ਮਾਈਂਡ ਇਨ ਅ ਸਾਊਂਡ ਬੋਡੀ। ਠੀਕ ਹੈ। ਸੋ ਸਿਹਤ ਵਧੀਆ ਰੱਖਣ ਦਾ ਬੱਚਿਓ ਕੀ ਤਰੀਕਾ ਹੈ? ਵੱਧ ਤੋਂ ਵੱਧ ਸਲਾਦ ਖਾਓ, ਫਰੂਟ ਖਾਓ, ਦਾਲਾਂ ਖਾਓ, ਲੱਸੀ ਪੀਓ, ਦਹੀਂ ਖਾਓ, ਦੁੱਧ ਪੀਓ, ਅਤੇ ਮੋਟੇ ਤੌਰ 'ਤੇ ਬਾਹਰਲੀਆਂ ਚੀਜ਼ਾਂ, ਪੈਕੇਟਬੰਦ ਚੀਜ਼ਾਂ, ਉਹ ਘੱਟ ਤੋਂ ਘੱਟ ਖਾਓ। ਜਿਹੜੀ ਬਾਹਰ ਰੇਹੜੀਆਂ 'ਤੇ ਵਿਕਦਾ, ਟਿੱਕੀਆਂ, ਸਮੋਸੇ, ਇਹ ਗੰਦਮੰਦ ਵੀ ਘੱਟ ਖਾਓ, ਅਤੇ ਪੈਕਟਾਂ ਵਿੱਚ ਜਿਹੜੀਆਂ ਭੁਜੀਆ, ਇਹ ਬਰਗਰ, ਪੀਜ਼ੇ, ਇਹ ਚੀਜ਼ਾਂ ਵੀ ਘੱਟ ਖਾਓ। ਇਹਨਾਂ ਵਿੱਚ ਪੌਸ਼ਟਿਕਤਾ ਨਹੀਂ ਹੈਗੀ। ਸੋ ਘਰ ਦਾ ਜਿਹੜੇ ਖਾਣਾ ਖਾਓਗੇ। ਅਤੇ ਦੂਜੀ ਗੱਲ, ਉਦਮੀ ਜੀਵਨ ਜੀਓ, ਦੌੜੋ ਭੱਜੋ, ਤੁਰੋ ਫਿਰੋ, ਹਰ ਵੇਲੇ ਬੈਠੇ ਨਾ ਰਹੋ। ਘਰ ਦੇ ਕੰਮ ਵਿੱਚ ਆਪਣੇ ਮੰਮੀ ਡੈਡੀ ਦੀ ਮਦਦ ਕਰਾਓ, ਇਹਦੇ ਨਾਲ ਉਹਨਾਂ ਦਾ ਕੰਮ ਵੀ ਸੌਖਾ ਹੋ ਜਾਏਗਾ, ਤੁਹਾਡੀ ਕੰਮ ਦੇ ਵਿੱਚ ਸਕਿੱਲ ਡਿਵੈਲਪ ਹੋਏਗੀ, ਅਤੇ ਤੁਹਾਡੀ ਸਿਹਤ ਵੀ ਵਧੀਆ ਰਹੇਗੀ। ਸੋ ਇਹ ਸੀ ਮੋਟੀ ਗੱਲ ਸਿਹਤ ਦੀ। ਸੋ ਸਿਹਤ ਨੂੰ ਠੀਕ ਰੱਖਣ ਦੇ ਬਸ ਇਹ 2 ਹੀ ਤਰੀਕੇ ਨੇ ਬੱਚਿਓ, ਇੱਕ ਸਾਦਾ ਖਾਣਾ, ਘਰ ਦਾ ਖਾਣਾ, ਬਾਹਰ ਦਾ ਨਹੀਂ ਖਾਣਾ, ਅਤੇ ਉਦਮੀ ਜੀਵਨ ਜੀਣਾ। ਹੁਣ ਅਸੀਂ ਮੂਲ ਵਿਸ਼ੇ ਵੱਲ ਆਉਂਦੇ ਹਾਂ, ਅਤੇ ਉਹਦੇ ਲਈ ਬੱਚਿਓ ਮੈਂ ਇੱਕ ਬਣਾਈ ਹੈ ਐਬਰੀਵੀਏਸ਼ਨ ਜਾਂ ਐਕਰੋਨਿਮ ਬਣਾਈ ਹੈ, ਅਤੇ ਤੁਸੀਂ ਨੋਟ ਕਰ ਲਓ। ਉਹਦਾ ਬਣਾਇਆ ਮੈਂ ਫਾਸਟ ਟ੍ਰਿਪ, FAST ਅਤੇ TRIP, ਅਤੇ ਡਬਲ T ਨੂੰ ਮੈਂ ਸਿੰਗਲ T ਕਰ ਦਿੱਤਾ ਹੈ। ਫਾਸਟ ਰਿਪ ਅਰਥਾਤ ਫਾਸਟ ਟ੍ਰਿਪ ਟੂ ਸਕਸੈਸ, ਕਾਮਯਾਬ ਹੋਣ ਦਾ ਮਤਲਬ ਕਿ ਇੱਕ ਤੇਜ਼ ਸਫ਼ਰ ਕਹਿ ਲਓ। ਇਹ ਮੈਂ ਆਪਣੇ ਤਜਰਬੇ ਤੋਂ ਮੈਂ ਜੋੜ ਕੇ ਫਿਰ ਮੈਂ ਕਿਹਾ ਚਲੋ ਫਾਸਟ ਟ੍ਰਿਪ ਜਿਹੜਾ ਹੈ ਉਹ ਵਧੀਆ ਬਣਦਾ, ਚੇਤਾ ਰੱਖਣਾ। ਸੋ ਇਹ ਮੈਂ ਆਪਣੇ ਤਜਰਬੇ ਤੋਂ ਹੀ ਬਣਾਇਆ। ਸੋ ਬੱਚੋ F ਫॉर ਹੈਗਾ ਫੇਥ। ਸਭ ਤੋਂ ਪਹਿਲੇ ਹੈਗਾ ਫੇਥ ਦਾ ਮਤਲਬ ਹੈਗਾ ਭਰੋਸਾ, ਵਿਸ਼ਵਾਸ। ਸੋ ਬੱਚਿਓ ਜੇ ਤੁਹਾਡੇ ਮਨ ਵਿੱਚ
ਅਕਾਲ ਪੁਰਖ ਪਰਮਾਤਮਾ ਦੇ ਪ੍ਰਤੀ, ਗੁਰੂ ਦੇ ਪ੍ਰਤੀ ਦ੍ਰਿੜ ਅਡੋਲ ਭਰੋਸਾ ਹੋਏਗਾ ਤੇ ਤੁਸੀਂ ਵੈਸੇ ਹੀ ਮਾਨਸਿਕ ਤੌਰ ਤੇ ਬੜੀ ਚੜ੍ਹਦੀ ਕਲਾ ਵਿੱਚ ਰਹੋਗੇ। ਤੇ ਜਿਹੜਾ ਬੰਦਾ ਮਾਨਸਿਕ ਤੌਰ ਤੇ ਚੜ੍ਹਦੀ ਕਲਾ ਵਿੱਚ ਹੁੰਦਾ ਹੈ, ਖੁਸ਼ ਹੁੰਦਾ ਹੈ, ਉਹ ਫਿਰ ਜਿਹੜਾ ਵੀ ਕੰਮ ਕਰਦਾ ਕੁਦਰਤੀ ਤੌਰ ਤੇ ਉਹਦੀ ਪੂਰੀ એનર્ਜੀ, ਪੂਰੀ ਊਰਜਾ, ਪੂਰਾ ਧਿਆਨ ਉਹਦੇ ਵਿੱਚ ਲੱਗਦਾ ਹੈ। ਮੰਨ ਲਓ ਮੈਂ ਕੋਈ ਕੰਮ ਕਰ ਰਿਹਾ ਤੇ ਮੈਨੂੰ ਕੋਈ ਚਿੰਤਾ, ਕੋਈ ਡਰ, ਕੋਈ ਫਿਕਰ ਸਤਾ ਰਿਹਾ ਹੈ ਤੇ ਕੁਦਰਤੀ ਤੌਰ ਤੇ ਮੇਰਾ ਉਸ ਕੰਮ ਵਿੱਚ ਪੂਰਾ ਧਿਆਨ ਨਹੀਂ ਲੱਗੇਗਾ ਤੇ ਮੇਰਾ ਕੰਮ ਠੀਕ ਤਰ੍ਹਾਂ ਨਹੀਂ ਹੋਏਗਾ। ਮੈਂ ਭਾਵੇਂ ਬੈਠਾ ਹੋਇਆ ਹੋਵਾਂਗਾ ਪਰ ਮੇਰਾ ਧਿਆਨ ਕਿਤੇ ਹੋਰ ਹੈਗਾ। ਸੋ ਬੱਚਿਓ, ਜਿਹੜੀ ਫੇਥ ਹੈ, ਵਿਸ਼ਵਾਸ ਹੈ, ਭਰੋਸਾ ਹੈ, ਇਹ ਤੁਹਾਨੂੰ ਨਿਸ਼ਚਿੰਤ ਬਣਾਉਂਦਾ ਹੈ, ਨਿਡਰ ਬਣਾਉਂਦਾ ਹੈ ਤੇ ਤੁਹਾਡੇ ਅੰਦਰ ਜਿਹੜੀਆਂ ਨੈਗੇਟਿਵ ਥਾਟਸ ਹੈਗੀਆਂ ਉਹਨਾਂ ਨੂੰ ਖਤਮ ਕਰਦਾ ਹੈ ਤੇ ਤੁਸੀਂ ਉਤਸ਼ਾਹ ਦੇ ਨਾਲ, ਖੁਸ਼ੀ ਦੇ ਮੂਡ ਦੇ ਵਿੱਚ ਆਪਣੀ ਪੜ੍ਹਾਈ ਕਰਦੇ ਹੋ, ਜਿਹਦੇ ਨਾਲ ਪੜ੍ਹਾਈ ਕੁਦਰਤੀ ਤੌਰ ਤੇ ਬਹੁਤ ਵਧੀਆ ਹੁੰਦੀ ਹੈ। ਇਹਨੂੰ ਮਾਪਿਆ ਨਹੀਂ ਜਾ ਸਕਦਾ, ਪਰ ਇਹ ਕੁਦਰਤੀ ਤੌਰ ਤੇ ਦੇਖੋਗੇ ਤੁਸੀਂ, ਜਿਹੜੇ ਬੰਦੇ ਹਮੇਸ਼ਾ ਖੁਸ਼ ਰਹਿੰਦੇ ਨੇ ਉਹਨਾਂ ਦੀਆਂ ਜਿਹੜੀ ਪ੍ਰਾਪਤੀਆਂ ਜ਼ਿਆਦਾ ਵਧੀਆ ਹੁੰਦੀਆਂ ਨੇ, ਤੇ ਜਿਹੜੇ ਖਿਜੇ ਰਹਿੰਦੇ ਨੇ ਉਹਨਾਂ ਦੀ ਪ੍ਰਾਪਤੀਆਂ ਘੱਟ ਹੁੰਦੀਆਂ ਨੇ। ਮੈਂ ਗੁਰਬਾਣੀ ਦੀ ਕੁਝ ਪੰਕਤੀਆਂ ਲੈਣਾ, ਜਿੱਦਾਂ ਅਸੀਂ ਪੜ੍ਹੀਏ, ਰੋਜ਼ ਗਾਈਏ, ਮਤਲਬ ਕਿ ਬੜਾ ਕੁਛ ਹੈ ਗੁਰਬਾਣੀ 'ਚ, ਉਦਾਹਰਣ ਬੜੇ ਸਾਰੇ ਨੇ। ਜੇ ਤੂੰ ਮੇਰਾ ਪਿਤਾ, ਤੂੰ ਹੈ ਮੇਰਾ ਮਾਤਾ, ਤੂੰ ਮੇਰਾ ਬੰਧਪ, ਤੂੰ ਮੇਰਾ ਭਰਾਤਾ, ਤੂੰ ਮੇਰਾ ਰਾਖਾ, ਸਭਨੀ ਥਾਈ ਤਾਂ ਭਉ ਕੇਹਾ ਕਾੜਾ ਜੀਓ। ਹੇ ਵਾਹਿਗੁਰੂ ਜੀ, ਤੁਸੀਂ ਮੇਰੇ ਮਾਤਾ ਹੋ, ਮੇਰੇ ਪਿਤਾ ਹੋ, ਮੇਰੇ ਰਿਸ਼ਤੇਦਾਰ ਹੋ, ਮੇਰੇ ਭਰਾ ਹੋ, ਤੇ ਜੇ ਤੁਸੀਂ ਮੇਰੇ ਰਾਖੇ ਹਰ ਥਾਂ ਤੇ ਹੈਗੇ ਹੋ ਤੇ ਮੈਨੂੰ ਕਾਹਦੀ ਚਿੰਤਾ, ਕਾਹਦਾ ਭਉ, ਕਾਹਦਾ ਡਰ ਤੇ ਕਾਹਦਾ ਕਾੜਾ। ਕਾੜਾ ਮੈਨੂੰ ਚਿੰਤਾ, ਮੈਨੂੰ ਕਿਸੇ ਕਿਸਮ ਦੀ ਕੋਈ ਚਿੰਤਾ ਨਹੀਂ। ਸੁਖਮਨੀ ਸਾਹਿਬ ਦੇ ਵਿੱਚ ਅਸੀਂ ਪੜ੍ਹਦੇ ਹਾਂ, ਸਿਰ ਉੱਪਰ ਠਾਡਾ ਗੁਰ ਸੂਰਾ। ਠਾਡਾ ਮੈਨੇ ਖਲੋਤਾ, ਸੂਰਾ ਮੈਨੇ ਸੂਰਮਾ, ਨਾਨਕ ਤਾਂ ਕੇ ਕਾਰਜ ਪੂਰਾ। ਗੁਰੂ ਸਾਹਿਬ ਸਮਝਾਉਂਦੇ ਨੇ ਕਿ ਜਿਹੜਾ ਮਨੁੱਖ ਨੂੰ ਇਹ ਦ੍ਰਿੜ ਨਿਸ਼ਚਾ ਹੈ, ਇਹ ਦ੍ਰਿੜ ਵਿਸ਼ਵਾਸ ਹੈ ਕਿ ਗੁਰੂ ਸੂਰਮਾ ਮੇਰੇ ਸਿਰ ਤੇ ਖੜਾ ਹੈ, ਮੇਰੇ ਤੇ ਖਲੋਤਾ ਹੈ, ਮੇਰੇ ਸਿਰ ਤੇ ਉਹਦਾ ਗੁਰੂ ਸੂਰਮੇ ਦਾ ਹੱਥ ਹੈ, ਤੇ ਕਹਿੰਦੇ ਨਾਨਕ ਤਾਂ ਕੇ ਕਾਰਜ ਪੂਰਾ। ਉਸ ਸ਼ਖਸ ਦੇ, ਉਸ ਸੇਵਕ ਦੇ ਸਾਰੇ ਕਾਰਜ ਸਿਰੇ ਚੜ ਜਾਂਦੇ ਹਨ। ਸੋ ਬੱਚਿਓ, ਇਸ ਸਿਦਕ ਨੂੰ, ਭਰੋਸੇ ਨੂੰ ਪੱਕਾ ਕਰਨ ਦਾ ਇੱਕੋ ਹੀ ਤਰੀਕਾ ਹੈਗਾ ਕਿ ਅਸੀਂ ਗੁਰਮੁਖਾਂ ਦੀ ਸੰਗਤ ਕਰੀਏ, ਆਪਣਾ ਨਿਤਨੇਮ ਕਰੀਏ ਤੇ ਸਹਿਜ ਪਾਠ ਰੋਜ਼ਾਨਾ ਜ਼ਰੂਰ ਕਰੀਏ। ਚਾਹੇ 1 ਅੰਕ ਕਰੀਏ, ਚਾਹੇ 2 ਅੰਕ ਕਰੀਏ, ਪਰ ਸਹਿਜ ਪਾਠ ਜ਼ਰੂਰ ਕਰੀਏ। ਉਹਦੇ ਨਾਲ ਸਾਡਾ ਬੱਚੋ ਵਿਸ਼ਵਾਸ ਦਿਨੋਂ ਦਿਨ ਪੱਕਾ ਹੁੰਦਾ ਜਾਏਗਾ। ਉਹਦੇ ਨਾਲ ਜਿਹੜਾ ਸਾਡਾ ਕੰਮ ਦੇ ਵਿੱਚ ਅਸਰ ਪਏਗਾ ਉਹ ਤੇ ਵੱਖਰੀ ਗੱਲ ਹੈ। ਇਹਦੇ ਨਾਲ ਜਿਹੜੀ ਗੁਰੂ ਦੀ ਅਪਾਰ ਬੇਅੰਤ ਬਖਸ਼ਿਸ਼ ਹੋਏਗੀ, ਉਹਨੂੰ ਤੇ ਕਿਸੇ ਵੀ ਮਾਪਦੰਡ ਦੇ ਨਾਲ ਮਾਪਿਆ ਨਹੀਂ ਜਾ ਸਕਦਾ। ਸੋ ਪਹਿਲਾ ਸੀ ਬੱਚੋ ਫੇਥ। ਦੂਜਾ ਆ ਗਿਆ ਬੱਚੋ ਫਾਸਟ ਟ੍ਰਿਪ ਏ, ਐਟੀਟਿਊਡ। ਐਟੀਟਿਊਡ ਦੇ ਬੱਚੇ ਮੈਂ ਸਿਰਫ 2 ਪੱਖ ਲਵਾਂਗਾ। ਐਟੀਟਿਊਡ ਦਾ ਮਤਲਬ ਹੁੰਦਾ ਨਜ਼ਰੀਆ ਜਾਂ ਵਤੀਰਾ, ਜਾਂ ਅਸੀਂ ਕਹਿੰਦੇ ਬਿਰਤੀ ਜਾਂ ਸੋਚ। ਅਸੀਂ ਕਹਿੰਦੇ ਕਿ ਬੰਦੇ ਦੀ ਸੋਚ ਕਿਹੋ ਜਿਹੀ ਹੈ, ਇਹ ਬੰਦੇ ਦਾ ਵਰਤਾਅ ਕਿਹੋ ਜਿਹਾ ਹੈ, ਇਹ ਬੰਦੇ ਦੀ ਨੇਚਰ ਕਿਹੋ ਜਿਹੀ ਹੈ, ਐਟੀਟਿਊਡ। ਇਹ 'ਚ ਬੱਚੇ ਵਿਦਿਆਰਥੀ ਦੇ ਤੌਰ ਤੇ ਮੈਂ 2 ਗੱਲਾਂ ਲੈਣਾ ਸਪੈਸੀਫਿਕ ਐਟੀਟਿਊਡ ਦੇ। ਹਾਲਾਂਕਿ ਬੜੇ ਸਾਰੇ ਪੱਖ ਹੁੰਦੇ ਨੇ, ਪਰ ਜੇ 2 ਪੱਖ ਲੈ ਲਈਏ ਤੇ ਇਹਦੇ ਨਾਲ ਕਾਫੀ ਗੱਲਾਂ ਇਹ 'ਚ ਕਵਰ ਹੋ ਜਾਣਗੀਆਂ। ਪਹਿਲੀ ਗੱਲ ਹੈ ਬੱਚਿਓ, ਆਮ ਤੌਰ ਤੇ ਇਹ ਮਨੁੱਖ ਦੀ ਨੇਚਰ ਹੈ ਉਲਾਮੇ ਦੇਣੇ, ਸ਼ਿਕਾਇਤਾਂ ਕਰਨੀਆਂ। ਉਹ ਚਾਹੇ ਸ਼ਿਕਾਇਤਾਂ ਬੱਚਿਓ ਆਪਣੇ ਆਲੇ ਦੁਆਲੇ ਲਈ ਹੋ ਸਕਦੀਆਂ। ਮਨੁੱਖ ਦੀ ਬਿਰਤੀ ਹੈ, ਉਹ ਕਦੀ ਵੀ ਆਪਣੀ ਜ਼ਿੰਮੇਵਾਰੀ ਨੂੰ ਪੂਰੀ ਤਰ੍ਹਾਂ ਨਹੀਂ ਲੈਂਦਾ ਤੇ ਆਪਣੀਆਂ ਮੁਸ਼ਕਿਲਾਂ ਲਈ ਦੂਜਿਆਂ ਨੂੰ, ਹਾਲਾਤਾਂ ਨੂੰ, ਆਲੇ ਦੁਆਲੇ ਨੂੰ ਦੋਸ਼ੀ ਠਹਿਰਾਉਂਦਾ ਹੈ। ਪਰ ਗੁਰਬਾਣੀ ਕੀ ਕਹਿੰਦੀ ਹੈ? ਦੱਦਾ ਦੋਸ਼ ਨਾ ਦੇਉ ਕਿਸੈ, ਦੋਸ਼ ਮੈਂ ਕਰਮਾ ਆਪਣਿਆ, ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਦੀਜੈ ਅਵਰ ਜਾਣਾ। ਅਸੀਂ ਆਮ ਐਗਜ਼ਾਮਪਲ ਲੈ ਲੈਂਦੇ ਹਾਂ। ਅਸੀਂ ਦੇਖਦੇ ਹਾਂ ਕਿ ਆਮ ਕਹਿੰਦੇ ਹਾਏ ਗਰਮੀ ਬੜੀ, ਹਾਏ ਗਰਮੀ ਬੜੀ। ਤੇ ਜਦੋਂ ਗਰਮੀ ਬੜੀ ਹੁੰਦੀ ਹੈ, ਜਦੋਂ ਗਰਮੀ ਚੱਲ ਜਾਂਦੀ ਹੈ ਫਿਰ ਕਹਿੰਦੇ ਹਾਏ ਠੰਡ ਬੜੀ, ਠੰਡ ਬੜੀ। ਤੇ ਜਦੋਂ ਮੀਂਹ ਨਹੀਂ ਪੈਂਦਾ ਕਹਿੰਦੇ ਹਾਏ ਮੀਂਹ ਨਹੀਂ ਪੈ ਰਿਹਾ, ਮੀਂਹ ਨਹੀਂ ਪੈ ਰਿਹਾ। ਤੇ ਜਦੋਂ ਮੀਂਹ ਪੈ ਰਿਹਾ ਤੇ ਕਹਿੰਦੇ ਰੱਬ ਨੇ ਤੇ ਅੱਜ ਆਤੀ ਕਰ ਦਿੱਤੀ, ਹੁਣ ਮੀਂਹ ਹਟਦਾ ਹੀ ਨਹੀਂ ਪਿਆ। ਸੋ ਇਹ ਬੱਚਿਓ ਨਿੱਕੀਆਂ ਨਿੱਕੀਆਂ ਗੱਲਾਂ ਤੋਂ ਸਾਡੀ ਸ਼ਿਕਾਇਤ ਕਰਨ ਦੀ, ਉਲਾਮੇ ਦੇਣ ਦੀ ਆਦਤ ਬਣ ਜਾਂਦੀ ਹੈ। ਸੋ ਮੈਂ ਕਹਿੰਦਾ ਸਭ ਤੋਂ ਸੌਖਾ ਢੰਗ ਹੈ ਕਿ ਮੌਸਮ ਜਿਹੜਾ ਕਿ ਹਰ ਵੇਲੇ ਬਦਲਦਾ ਤੇ ਹਰ ਸਾਲ ਉਹਦਾ ਸਾਈਕਲ ਚੱਲਦਾ ਹੈ। ਇਹਦੇ ਬਾਰੇ ਪਤਾ ਹੈ ਕਿ ਪਿਛਲੇ ਸਦੀਆਂ ਤੋਂ ਗਰਮੀ ਹੁੰਦੀ ਆਈ ਹੈ, ਠੰਡ ਹੁੰਦੀ ਆਈ ਹੈ, ਹੁਣ ਵੀ ਹੋਏਗੀ ਤੇ ਆਉਣ ਵਾਲੇ ਸਮੇਂ ਵਿੱਚ ਵੀ ਇਹ ਠੰਡ ਗਰਮੀ ਦਾ ਸਾਈਕਲ ਚੱਲੇਗਾ। ਤੇ ਕਿਉਂ ਨਾ ਮੈਂ ਇਸ ਮੌਸਮ ਦੇ ਬਾਰੇ ਨਾ ਬੋਲ ਕੇ ਭਾਣਾ ਮਿੱਠਾ ਮੰਨਣ ਦੀ ਪ੍ਰੈਕਟਿਸ ਕਰਾਂ। ਦੂਜੀ ਗੱਲ ਮੈਂ ਬੱਚਿਆਂ ਨੂੰ ਕਹਿੰਦਾ ਹੁੰਦਾ, ਬੱਚਿਓ ਜੇ ਕਿਤੇ ਗਰਮੀ ਬਹੁਤ ਜ਼ਿਆਦਾ ਲੱਗੇ ਤੇ ਤੁਸੀਂ ਤੱਤੀ ਤਵੀ ਤੇ ਬੈਠੇ ਪੰਚਮ ਪਾਤਸ਼ਾਹ ਨੂੰ ਚੇਤੇ ਕਰ ਲਓ। ਗੁਰੂ ਅਰਜਨ ਪਾਤਸ਼ਾਹ ਨੂੰ ਤੱਤੀ ਤਵੀ ਤੇ ਬੈਠੇ ਨੇ ਤੇ ਤਾਂ ਸੋਚੋ ਬੱਚਿਓ ਅਸੀਂ ਕਿੰਨੇ ਸੁੱਖ ਆਰਾਮ ਵਿੱਚ ਹੈਗੇ ਹਾਂ। ਜੇ ਕਦੀ ਤੁਹਾਨੂੰ ਬਹੁਤ ਠੰਡ ਲੱਗੇ ਤੇ ਠੰਡੇ ਬੁਰਜ ਵਿੱਚ ਬੈਠੇ ਛੋਟੇ ਸਾਹਿਬਜ਼ਾਦਿਆਂ ਨੂੰ, ਮਾਤਾ ਗੁਜਰ ਕੌਰ ਨੂੰ ਚੇਤੇ ਕਰ ਲਓ।
ਤੇ ਦੇਖੋ ਅਸੀਂ ਕਿੰਨੇ ਸੁੱਖ ਆਰਾਮ ਚ ਹੈਗੇ ਹਾਂ। ਇਹੀ ਨਹੀਂ, ਤੁਸੀਂ ਆਪਣੇ ਆਲੇ ਦੁਆਲੇ ਦੇਖੋ, ਗਰੀਬ ਨਿਤਾਣੇ ਨਿਮਾਣੇ ਲੋਕ ਜਿਹੜੇ ਵਿਚਾਰੇ ਝੌਂਪੜੀਆਂ ਚ ਰਹਿੰਦੇ ਨੇ, ਉਹਨਾਂ ਕੋਲ ਸੁੱਖ ਸਾਧਨ ਨਹੀਂ ਹੈਗੇ, ਉਹ ਕਦੀ ਸ਼ਿਕਾਇਤਾਂ ਉਲਾਮੇ ਨਹੀਂ ਕਰਦੇ। ਤੇ ਗੁਰੂ ਦਾ ਸਿੱਖ ਜੋ ਗੁਰੂ ਗ੍ਰੰਥ ਸਾਹਿਬ ਨੂੰ ਨਤਮਸਤਕ ਹੁੰਦਾ ਹੈ, ਸੰਗਤ ਕਰਦਾ ਹੈ, ਉਹ ਇਹੋ ਜਿਹੇ ਉਲਾਮੇ ਕਿਉਂ ਕਰੇ, ਇਹੋ ਜਿਹੇ ਉਲਾਮੇ ਕਿਉਂ ਦੇਵੇ। ਗੁਰਬਾਣੀ ਕਹਿੰਦੀ ਹੈ, ਉਲਾਹਨੋਂ ਮੈਂ ਕਾਹੂ ਨਾ ਦਿਓ, ਮਨ ਮੀਠ ਤੋਂ ਹਰੋ ਕੀਓ। ਗੁਰੂ ਸਾਹਿਬ ਕਹਿੰਦੇ ਨੇ, ਮੈਂ ਕਦੀ ਉਲਾਮੇ ਨਹੀਂ ਦਿੰਦਾ, ਮੈਂ ਅਕਾਲ ਪੁਰਖ ਦੇ ਪਰਮਾਤਮਾ ਦੇ ਕੀਤੇ ਨੂੰ ਮਿੱਠਾ ਮੰਨਦਾ। ਬੱਚਿਓ, ਜੇ ਤੁਸੀਂ ਇਸ ਤਰ੍ਹਾਂ ਕਰੋਗੇ, ਤੁਹਾਡੀ ਜ਼ਿੰਦਗੀ ਵਿੱਚ ਐਸਾ ਜ਼ਬਰਦਸਤ ਬਦਲਾਅ ਆਏਗਾ ਕਿ ਤੁਸੀਂ ਦੇਖੋ ਕਿ ਮੈਂ ਕਦੀ ਰੋਟੀ ਬਾਰੇ, ਕੱਪੜਿਆਂ ਬਾਰੇ, ਮੰਮੀ ਡੈਡੀ ਨੂੰ, ਚੀਜ਼ਾਂ ਬਾਰੇ, ਆਲੇ ਦੁਆਲੇ ਬਾਰੇ, ਅਰਥਾਤ ਜਿਹੜੀ ਚੀਜ਼ ਮੇਰੀ ਸਮਰੱਥਾ ਤੋਂ ਬਾਹਰ ਹੈ, ਮੈਂ ਨਹੀਂ ਕਹਿੰਦਾ ਵੀ ਇਹਦਾ ਮਤਲਬ ਕੁਝ ਕਰਨਾ ਨਹੀਂ। ਮੰਨ ਲਓ ਧੁੱਪ ਬੜੀ ਹੈਗੀ ਹੈ, ਪਰ ਕੋਲ ਰੁੱਖ ਹੈਗਾ, ਤੇ ਮੈਨੂੰ ਕੀ ਕਰਨਾ ਚਾਹੀਦਾ? ਮੈਨੂੰ ਜਾ ਕੇ ਰੁੱਖ ਦੇ ਥੱਲੇ ਬਹਿ ਜਾਣਾ ਚਾਹੀਦਾ, ਛਾਂ ਲੈ ਲੈਣੀ ਚਾਹੀਦੀ ਹੈ, ਠੀਕ ਹੈ ਨਾ। ਉਹ ਤੇ ਮੇਰਾ ਉਦਮ ਹੈਗਾ, ਉਹ ਮੈਨੂੰ ਰੱਬ ਨੇ ਬੁੱਧੀ ਦਿੱਤੀ ਹੈ, ਸਮਰੱਥਾ ਦਿੱਤੀ ਹੈ। ਪਰ ਜਿੱਥੇ ਮੈਂ ਕੁਝ ਕਰ ਹੀ ਨਹੀਂ ਸਕਦਾ, ਜਿੱਥੇ ਹਾਲਾਤ ਮੇਰੇ ਕੰਟਰੋਲ ਵਿੱਚ ਨਹੀਂ ਹੈਗੇ, ਉੱਥੇ ਸਾਨੂੰ ਰੌਂ ਕਰਨ ਦੀ ਬਜਾਏ ਭਾਣਾ ਮਿੱਠਾ ਮੰਨਣ ਕਰਕੇ ਫਿਰ ਸਾਡਾ ਜਿਹੜਾ ਨਿਸ਼ਚਾ ਹੈ ਦ੍ਰਿੜ ਹੋ ਜਾਂਦਾ ਹੈ, ਤੇ ਸਾਡੇ ਵਿੱਚ ਜਰਨ ਦੀ ਸ਼ਕਤੀ ਵੀ ਆਉਂਦੀ ਹੈਗੀ ਹੈ। ਤੇ ਜਿਵੇਂ ਤੁਹਾਨੂੰ ਦੱਸਿਆ, ਪੰਚਮ ਪਾਤਸ਼ਾਹ ਗੁਰੂ ਅਰਜਨ ਪਾਤਸ਼ਾਹ ਨੂੰ ਚੇਤੇ ਕਰੋ ਗਰਮੀਆਂ ਵਾਸਤੇ, ਤੇ ਠੰਡ ਦੇ ਜੇ ਲੱਗੇ ਤੇ ਠੰਡੇ ਬੁਰਜ ਨੂੰ ਚੇਤੇ ਕਰੋ। ਸੋ ਬੱਚਿਓ, ਐਟੀਟਿਊਡ ਦਾ ਇੱਕ ਪੱਖ ਹੈ ਸੀ ਕਿ ਅਸੀਂ ਗੁਰਬਾਣੀ ਤੋਂ ਸਿੱਖੀਏ, ਤੂੰ ਸਦਾ ਸਲਾਮਤ ਨਿਰੰਕਾਰ, ਜੋ ਤੁਧ ਭਾਵੈ ਸਾਈ ਭਲੀ ਕਾਰ, ਜੋ ਕੀਨੀ ਕਰਤਾਰ ਸਾਈ ਭਲੀ ਗੱਲ। ਅਕਾਲ ਪੁਰਖ ਵਾਹਿਗੁਰੂ ਜੋ ਕਰਦਾ ਹੈ ਉਹ ਸਾਡੇ ਭਲੇ ਲਈ ਹੈ। ਸੋ ਮੌਸਮ ਵੀ ਉਹਦਾ ਹਿੱਸਾ ਹੈ, ਤੇ ਬਾਕੀ ਆਲਾ ਦੁਆਲਾ ਜੋ ਇੰਨਾ ਕੁਝ ਵਾਪਰਦਾ ਹੈ ਉਹ ਵੀ ਉਹਦੇ ਹੁਕਮ ਦਾ ਹੀ ਹੈ। ਤੇ ਸਾਨੂੰ ਆਪਣੇ ਐਟੀਟਿਊਡ ਵਿੱਚ ਕੰਪਲੇਨਿੰਗ ਦੀ ਬਜਾਏ ਉਸ ਪ੍ਰੋਬਲਮ ਨੂੰ ਸੋਲਵ ਕਰਨ ਵਾਲੇ ਪਾਸੇ ਤੇ ਆਪਣੇ ਆਪ ਨੂੰ ਸਹਿਜ ਵਿੱਚ ਰੱਖਣ ਦੀ ਆਦਤ ਪਾਉਣੀ ਚਾਹੀਦੀ ਹੈ। ਪਹਿਲਾ ਐਟੀਟਿਊਡ ਦਾ ਪੱਖ ਹੈਗਾ। ਦੂਜਾ ਐਟੀਟਿਊਡ ਦਾ ਪੱਖ ਹੈ ਬੱਚਿਓ ਹਉਮੈ। ਮੈਂ ਇਹ ਆਪਣੇ ਤਜਰਬੇ ਤੋਂ ਕਹਿ ਰਿਹਾ, ਮੇਰੇ ਮੰਮੀ ਡੈਡੀ ਪੜ੍ਹੇ ਲਿਖੇ ਨਹੀਂ ਸੀਗੇ, ਪਿੰਡਾਂ ਤੋਂ ਸੀਗੇ। ਜਦ ਮੈਂ ਥੋੜ੍ਹਾ ਪੜ੍ਹ ਲਿਖ ਗਿਆ ਤੇ ਮੈਨੂੰ ਲੱਗਿਆ ਕਿ ਮੈਂ ਬਹੁਤ ਸਿਆਣਾ ਬਣ ਗਿਆ, ਪਰ ਸਮੇਂ ਦੇ ਨਾਲ ਮੈਨੂੰ ਪਤਾ ਲੱਗਾ ਕਿ ਇਹ ਮੇਰੀ ਬੜੀ ਵੱਡੀ ਮੂਰਖਤਾ ਸੀ। ਸੋ ਬੱਚਿਓ, ਕਿਉਂਕਿ ਮੈਨੂੰ ਗੁਰਮੁਖਾਂ ਦੀ ਸੰਗਤ ਮਿਲ ਗਈ, ਫਿਰ ਉਹਨਾਂ ਦੀ ਪ੍ਰੇਰਨਾ ਸਦਕਾ ਮੈਂ ਸਹਿਜ ਪਾਠ ਸ਼ੁਰੂ ਕੀਤਾ, ਤੇ ਫਿਰ ਗੱਲ ਸਮਝ ਆਈ ਕਿ ਤੂੰ ਮੇਰੀ ਓਟ ਬਲ ਬੁੱਧ ਧਨ ਤੁਮ ਹੈ ਮੇਰੇ ਪਰਿਵਾਰ ਹੈ। ਕਿ ਜੇ ਵਾਹਿਗੁਰੂ ਨੇ ਕੋਈ ਰੰਗ ਰੂਪ ਦਿੱਤਾ ਹੈ, ਤਾਕਤ ਦਿੱਤੀ ਹੈ, ਸ਼ੋਭਾ ਦਿੱਤੀ ਹੈ, ਇੱਜ਼ਤ ਦਿੱਤੀ ਹੈ, ਵਿਦਿਆ ਦਿੱਤੀ ਹੈ, ਤੇ ਇਹ ਸਭ ਕੁਝ ਵਾਹਿਗੁਰੂ ਦੀ ਦਾਤ ਹੈਗੀ ਹੈ। ਸਾਨੂੰ ਇਹ 'ਤੇ ਕਦੀ ਮਾਣ ਅਹੰਕਾਰ ਨਹੀਂ ਕਰਨਾ ਚਾਹੀਦਾ। ਤੇ ਦੂਜੀ ਗੱਲ ਵੱਡੀ ਬੱਚਿਓ ਇਹ ਵੇ ਕਿ ਭਾਵੇਂ ਮੈਂ ਕਿੰਨਾ ਵੀ ਕਿਉਂ ਨਾ ਸਿੱਖ ਲਵਾਂ, ਉਹ ਸਮੁੰਦਰ 'ਚ ਇੱਕ ਬੂੰਦ ਦੇ ਬਰਾਬਰ ਹੋਏਗਾ, ਕਿਉਂਕਿ ਜਿਹੜਾ ਗਿਆਨ ਦਾ ਸਾਗਰ ਹੈ ਉਹ ਅਥਾਹ ਹੈਗਾ। ਸੋ ਇਸ ਕਰਕੇ ਬੱਚਿਓ, ਆਪਣੇ ਹਿਰਦੇ ਵਿੱਚ, ਆਪਣੇ ਮਨ ਵਿੱਚ ਕਦੀ ਵੀ ਇਹ ਭਾਵਨਾ ਲੈ ਕੇ ਨਹੀਂ ਆਣੀ ਕਿ ਮੈਨੂੰ ਸਭ ਕੁਝ ਆਉਂਦਾ ਹੈ, ਮੈਂ ਸਭ ਕੁਝ ਜਾਣਦਾ, ਜਾਂ ਮੈਨੂੰ ਬਹੁਤ ਕੁਝ ਆਉਂਦਾ ਹੈ। ਜੇ ਤੁਸੀਂ ਇਸ ਤਰ੍ਹਾਂ ਕਰੋਗੇ ਤੇ ਤੁਸੀਂ ਫਿਰ ਅੱਗੇ ਵਧਣ ਦੇ ਰਸਤੇ ਬੰਦ ਕਰ ਦੋਗੇ, ਅੱਗੇ ਸਿੱਖਣ ਦੇ ਰਸਤੇ ਬੰਦ ਕਰ ਦੋਗੇ। ਮੇਰਾ ਤਜਰਬਾ ਇਹ ਕਹਿੰਦਾ ਹੈ, ਜਿਵੇਂ ਜਿਵੇਂ ਮੈਂ ਅੱਗੇ ਵੱਧਦਾ ਰਿਹਾ, ਜਿਵੇਂ ਮੈਂ ਕਿਤਾਬਾਂ ਪੜ੍ਹ ਰਿਹਾ, ਹੋਰ ਸਟੱਡੀ ਕਰਦਾ, ਮੈਨੂੰ ਆਪਣੀ ਅਗਿਆਨਤਾ ਦਾ ਹੋਰ ਅਹਿਸਾਸ ਹੋਈ ਜਾਂਦਾ ਹੈ, ਤੇ ਮੈਨੂੰ ਪਤਾ ਲੱਗਦਾ ਮੈਨੂੰ ਕੁਝ ਵੀ ਨਹੀਂ ਆਉਂਦਾ। ਸੋ ਬੱਚਿਓ, ਐਟੀਟਿਊਡ ਦਾ ਦੂਜਾ ਪੱਖ ਹੈ ਵੇ ਕਿ ਆਪਣੇ ਹਿਰਦੇ ਵਿੱਚ ਕਦੀ ਵੀ ਇਹ ਭਾਵਨਾ ਲੈ ਕੇ ਨਹੀਂ ਆਣੀ ਕਿ ਮੈਨੂੰ ਬਹੁਤ ਕੁਝ ਆਉਂਦਾ ਹੈ। ਇੱਕ ਤੇ ਬੱਚਿਓ ਅਹੰਕਾਰ ਬੜਾ ਮਾੜਾ ਹੈ, ਤੇ ਦੂਜੀ ਗੱਲ ਮਨੋਵਿਗਿਆਨਿਕ ਤੌਰ ਤੇ ਜਿਵੇਂ ਅਸੀਂ ਇਹ ਕਹਿੰਦੇ ਕਿ ਮੈਨੂੰ ਬਹੁਤ ਕੁਝ ਆਉਂਦਾ ਹੈ, ਇਹਦਾ ਮਤਲਬ ਕਿ ਮੈਂ ਅੱਗੇ ਵਧਣ ਦੇ, ਹੋਰ ਸਿੱਖਣ ਦੇ ਆਪਣੇ ਦਰਵਾਜ਼ੇ ਬੰਦ ਕਰ ਰਿਹਾ। ਸਾਨੂੰ ਇਹ ਕਹਿਣਾ ਚਾਹੀਦਾ ਮੈਨੂੰ ਕੁਝ ਨਹੀਂ ਆਉਂਦਾ, ਜਾਂ ਮੈਨੂੰ ਬਹੁਤ ਘੱਟ ਆਉਂਦਾ ਹੈ, ਤੇ ਮੈਂ ਹਾਲੇ ਬਹੁਤ ਕੁਝ ਸਿੱਖਣਾ ਹੈ। ਤੇ ਜਦੋਂ ਸਾਡਾ ਅਚੇਤ ਮਨ ਹੈ ਕਹੇਗਾ ਮੈਂ ਹਾਲੇ ਬਹੁਤ ਕੁਝ ਸਿੱਖਣਾ ਹੈ, ਤੇ ਫਿਰ ਤੁਹਾਡੇ ਸਿੱਖਣ ਦੇ ਰਾਹ ਹਰ ਵੇਲੇ ਖੁੱਲੇ ਰਹਿਣਗੇ। ਸੋ ਇਹ ਸੀ ਬੱਚਿਓ ਐਟੀਟਿਊਡ ਦਾ ਪੱਖ। ਅਗਲਾ ਆ ਗਿਆ ਫਾਸਟ ਟ੍ਰਿਪ। ਤੀਜਾ ਆ ਗਿਆ ਐਸ ਦਾ ਮਤਲਬ ਹੈਗਾ ਬੱਚਿਓ ਸ਼ੇਅਰ, ਜਿਹਦੇ ਬਾਰੇ ਗੁਰੂ ਸਾਹਿਬ ਨੇ ਕਿਹਾ ਵੰਡ ਕੇ ਛਕੋ। ਬੱਚਿਓ, ਵੰਡ ਕੇ ਛਕਣਾ ਸਿਰਫ ਦਾਲਾ ਪ੍ਰਸ਼ਾਦਾ ਹੀ ਨਹੀਂ ਹੈਗਾ। ਜਿਹੜੀ ਵਿਦਿਆ ਤੁਸੀਂ ਪ੍ਰਾਪਤ ਕਰਦੇ ਹੋ, ਜੇ ਤੁਸੀਂ ਆਪਣੇ ਮਿੱਤਰ ਦੇ ਨਾਲ, ਆਪਣੇ ਭੈਣ ਭਰਾ ਦੇ ਨਾਲ, ਆਪਣੇ ਕਜ਼ਨ ਦੇ ਨਾਲ, ਕਿਸੇ ਹੋਰ ਦੇ ਨਾਲ, ਲੋੜਵੰਦ ਦੇ ਨਾਲ, ਉਹ ਵਿਦਿਆ, ਉਹ ਗੱਲ ਤੁਹਾਨੂੰ ਆਉਂਦੀ ਹੈ, ਸਵਾਲ ਆਉਂਦਾ ਹੈ, ਕਿਸੇ ਸ਼ਬਦ ਦਾ ਅਰਥ ਪਤਾ ਹੈ, ਜਿਹੜੇ ਵਿਸ਼ੇ ਬਾਰੇ ਤੁਹਾਨੂੰ ਪਤਾ ਹੈ, ਤੁਸੀਂ ਸਿੱਖਿਆ ਹੈ, ਜੇ ਤੁਸੀਂ ਦੂਜੇ ਨੂੰ ਸਿਖਾਉਂਦੇ ਹੋ, ਇੱਕ ਤੇ ਤੁਹਾਡਾ ਅਭਿਆਸ ਦੁੱਗਣਾ ਹੁੰਦਾ ਹੈ। ਇਹ ਮੇਰਾ ਆਪਣਾ ਤਜਰਬਾ ਹੈ, ਕਿਉਂਕਿ ਮੇਰਾ ਗਣਿਤ ਬਹੁਤ ਵਧੀਆ ਸੀਗਾ, ਮੇਰਾ ਮੈਥ ਬਹੁਤ ਵਧੀਆ ਸੀਗਾ, ਤੇ ਮੇਰੇ ਨਾਲ ਜਿਹੜੇ ਹੋਸਟਲ 'ਚ ਸੀਮੈਂਸ ਕਲੱਬ ਵਿੱਚ ਕਲਕੱਤੇ ਮੁੰਡੇ ਹੋਰ ਰਹਿੰਦੇ ਸੀਗੇ, ਜਦੋਂ ਅਸੀਂ ਪੇਪਰ ਦੇਣਾ ਸੀ ਮੈਥ ਦਾ, ਉਹਨਾਂ ਦਾ ਮੈਥ ਇੰਨਾ ਵਧੀਆ ਨਹੀਂ ਸੀਗਾ। ਤੇ ਉਹ ਗਾਹੇ ਬਗਾਹੇ ਕੋਈ ਨਾ ਕੋਈ ਮੇਰੇ ਕੋਲ ਆ ਜਾਂਦਾ ਸੀ, ਕਹਿੰਦਾ ਯਸ਼ਪਾਲ ਇਹ ਸਵਾਲ ਦੇਖੀ, ਤੇ ਮੈਂ ਕਦੀ ਵੀ ਉਹਨਾਂ ਨੂੰ ਨਾ ਨਹੀਂ ਕਰਦਾ ਸੀਗਾ। ਮੈਂ ਹਮੇਸ਼ਾ ਜਿਹੜਾ ਸਵਾਲ ਕੋਈ ਪੁੱਛਦਾ ਸੀਗਾ ਮੈਂ ਕਰਦਾ ਸੀਗਾ। ਕਈ ਵਾਰ 9 ਸਵਾਲ ਵੀ ਲੈ ਕੇ ਆਉਂਦੇ ਸੀਗੇ, ਤੇ ਮੇਰਾ ਵੀ ਫਾਇਦਾ ਹੋ ਜਾਂਦਾ ਸੀਗਾ, ਮੈਨੂੰ ਨਵੇਂ ਸਵਾਲ ਲੱਭਣੇ ਨਹੀਂ ਪੈਂਦੇ ਸੀ, ਮੇਰੇ ਦੋਸਤ ਨਵੇਂ ਸਵਾਲ ਲੱਭ ਕੇ ਲਿਆਉਂਦੇ ਸੀਗੇ। ਸੋ ਜਿੰਨੀ ਵਾਰ ਵੀ ਮੈਂ ਉਹਨਾਂ ਨੂੰ ਸਵਾਲ ਕਰਕੇ ਦੱਸਦਾ ਸੀਗਾ, ਉਨੀ ਵਾਰ ਮੇਰਾ ਸਵਾਲ ਦਾ ਅਭਿਆਸ ਪੱਕਾ ਹੁੰਦਾ ਜਾਂਦਾ ਸੀਗਾ।
ਸੋ ਉਹਨਾਂ ਨਾਲ ਉਹ ਮੇਰੇ ਦੋਸਤਾਂ ਦੇ ਨਾਲ ਪਿਆਰ ਵੀ ਬਣਿਆ, ਉਹਨਾਂ ਦੇ ਮਨਾਂ ਵਿੱਚ ਮੇਰੀ ਪ੍ਰਤੀ ਇੱਜ਼ਤ ਵੀ ਬਣੀ। ਤੇ ਜੇ ਮੈਂ ਉਹਨੂੰ ਨਾ ਸਿਖਾਉਂਦਾ ਤੇ ਕੀ ਉਹਨਾਂ ਦਾ ਕੰਮ ਨਹੀਂ ਬਣਨਾ ਸੀਗਾ? ਉਹਨਾਂ ਦਾ ਪੇਪਰ ਫਿਰ ਵੀ ਕਲੀਅਰ ਹੋ ਹੀ ਜਾਣਾ ਸੀਗਾ। ਸੋ ਬੱਚਿਓ, ਇਹ ਸੋਚ ਬੜੀ ਮਾੜੀ ਹੋਏਗੀ ਜੇ ਅਸੀਂ ਕਿਸੇ ਤੋਂ ਅਸੀਂ ਗੱਲ ਲੁਕੋ ਕੇ ਰੱਖਦੇ ਹਾਂ। ਸੋ ਇਹ ਜਿਹੜੇ ਤੁਸੀਂ ਸ਼ੇਅਰ ਕਰਦੇ ਹੋ, ਵੰਡ ਕੇ ਛਕਦੇ ਹੋ, ਅਕਾਲ ਪੁਰਖ ਦੀ ਕਿਰਪਾ ਹੁੰਦੀ, ਕਿਉਂਕਿ ਇਹ ਪਰਉਪਕਾਰ ਦਾ ਕੰਮ ਹੈਗਾ। ਤੁਹਾਡੇ ਤੇ ਵਾਹਿਗੁਰੂ ਜੀ ਖੁਸ਼ ਹੋਣਗੇ, ਗੁਰੂ ਜੀ ਖੁਸ਼ ਹੋਣਗੇ। ਤੁਸੀਂ ਜਦੋਂ ਦੂਜੇ ਦਾ ਭਲਾ ਕਰਦੇ ਹੋ, ਤੁਹਾਡਾ ਆਪਣਾ ਭਲਾ ਆਟੋਮੈਟਿਕਲੀ ਹੁੰਦਾ ਹੈ ਤੇ ਤੁਹਾਡੀ ਆਪਣੀ ਮੁਹਾਰਤ ਉਸ ਗੱਲ ਵਿੱਚ ਵੱਧਦੀ ਹੈਗੀ ਹੈ। ਤੇ ਪਰ ਇਹ ਤੇ ਮਤਲਬ ਕਿ ਬੱਚਿਓ ਐਸਾ ਸੌਦਾ ਕਿ ਨਾਲੇ ਪੁੰਨ ਨਾਲੇ ਫਲੀਆਂ। ਸੋ ਤੁਹਾਡਾ ਵੀ ਫਾਇਦਾ ਹੋ ਰਿਹਾ ਤੇ ਤੁਸੀਂ ਦੂਜੇ ਦਾ ਭਲਾ ਵੀ ਕਰਦੇ ਪਏ ਹੋ, ਤੇ ਦੂਜੇ ਦੇ ਭਲੇ ਹੋਣ ਕਰਕੇ ਤੁਹਾਡੇ ਤੇ ਅਕਾਲ ਪੁਰਖ ਦੀ ਬਖਸ਼ਿਸ਼ ਹੁੰਦੀ ਹੈ। ਸੋ ਬੱਚਿਓ, ਸ਼ੇਅਰ ਤੁਸੀਂ ਹਮੇਸ਼ਾ ਕਰਨਾ ਹੈ, ਚਾਹੇ ਉਹ ਸਿਰਫ ਭੋਜਨ ਹੀ ਸ਼ੇਅਰ ਨਹੀਂ ਕਰਨਾ, ਜਿਹੜੀ ਤੁਹਾਡੇ ਕੋਲ ਗੁਣ ਹੈਗੇ ਨੇ, ਖੂਬੀ ਹੈਗੀ ਹੈ, ਵਿਦਿਆ ਹੈਗੀ ਹੈ, ਉਹ ਵੀ ਸ਼ੇਅਰ ਕਰਨੀ ਹੈ। ਠੀਕ ਹੈ ਜੀ। ਫਿਰ ਆ ਗਿਆ ਟੀ ਹੈਗਾ ਬੱਚਿਓ ਟਾਈਮ ਮੈਨੇਜਮੈਂਟ। ਟਾਈਮ ਮੈਨੇਜਮੈਂਟ ਬੱਚਿਓ, ਆਪਣੇ ਤਜਰਬੇ ਤੋਂ ਮੈਂ ਸ਼ਿਪ ਤੇ ਕੰਮ ਕੀਤਾ ਹੈ, ਉੱਥੇ ਟਾਈਮ ਜਿਹੜਾ ਸੀ, ਉੱਥੇ ਪੰਕਚੁਅਲਿਟੀ ਬੜੀ ਇੰਪੋਰਟੈਂਟ ਹੈਗੀ ਹੈ, ਸਮੇਂ ਦੀ ਬੜੀ ਕੀਮਤ ਹੈਗੀ ਹੈ। ਇੱਕ ਘੰਟੇ ਦੇ ਉਹ ਹਜ਼ਾਰਾਂ ਡਾਲਰ ਦੇ ਹਿਸਾਬ ਦੇ ਨਾਲ ਉਹ ਹਿਸਾਬ ਕਿਤਾਬ ਲਗਾਉਂਦੇ ਨੇ। ਠੀਕ ਹੈ। ਸੋ ਵਿਦਿਆਰਥੀ ਦੇ ਜੀਵਨ ਵਿੱਚ ਵੀ ਜਿਹੜਾ ਟਾਈਮ ਮੈਨੇਜਮੈਂਟ ਹੈ, ਬੜੀ ਮਹੱਤਵਪੂਰਨ ਗੱਲ ਹੈ। ਇਹਦਾ ਬੱਚਿਓ ਮੈਂ ਇੱਕ ਤੁਹਾਨੂੰ ਤਰੀਕਾ ਇਹ ਦੱਸਦਾ। ਇੱਕ ਤੇ ਥੋੜਾ ਤੁਸੀਂ ਐਡਵਾਂਸ ਸੋਚਿਆ ਕਰੋ। ਐਡਵਾਂਸ ਇਹ ਤੁਹਾਨੂੰ ਆਦਤ ਪਾਣੀ ਪਏਗੀ। ਇਹ ਆਦਤ ਮੈਂ ਆਪਣੀ ਪਤਨੀ ਨੂੰ ਵੀ ਪਵਾ ਦਿੱਤੀ ਹੈ। ਮੇਰੀ ਪਤਨੀ ਨੇ ਕੀ ਕੀਤਾ ਹੋਇਆ, ਆਪਣੀ ਰਸੋਈ ਵਿੱਚ ਡਾਇਰੀ ਰੱਖੀ ਹੋਈ ਹੈ। ਉਹ ਜਿਵੇਂ ਜਿਵੇਂ ਚੀਜ਼ ਮੁੱਕਣ ਦੇ ਨੇੜੇ ਆ ਜਾਂਦੀ, ਉਹ ਲਿਖਦੀ ਰਹਿੰਦੀ ਵੀ ਮੂੰਗੀ ਮੁੱਕ ਚੱਲੀ ਹੈ, ਇਹ ਦਾਲ ਮੁੱਕ ਚੱਲੀ ਹੈ, ਹਲਦੀ ਮੁੱਕਣ ਵਾਲੀ ਹੈ। ਉਹ ਜਦੋਂ 10-12 ਚੀਜ਼ਾਂ ਇਕੱਠੀਆਂ ਹੋ ਜਾਂਦੀਆਂ ਤੇ ਹਾਲੇ ਮੁੱਕੀਆਂ ਨਹੀਂ ਹੁੰਦੀਆਂ, ਪਰ ਸਾਨੂੰ ਪਤਾ ਹੈ ਕਿ ਇਹ ਮੁੱਕਣ ਕਿਨਾਰੇ ਹੈਗਾ, ਤਾਂ ਲਿਸਟ ਬਣ ਜਾਂਦੀ। ਫਿਰ ਅਸੀਂ ਇੱਕ ਵਾਰ ਬਾਜ਼ਾਰ ਜਾਈਦਾ ਤੇ ਸਾਰਾ ਸਮਾਨ ਲੈ ਆਈਦਾ। ਹੁਣ ਜੇ ਅਸੀਂ ਇੱਦਾਂ ਕਰੀਏ ਵੀ ਇੱਕ ਚੀਜ਼ ਮੁੱਕੀ ਤੇ ਫਿਰ ਖੰਡ ਲੈਣ ਗਏ, ਫਿਰ 2 ਦਿਨ ਬਾਅਦ ਹਲਦੀ ਮੁੱਕੀ, ਫਿਰ ਹਲਦੀ ਲੈਣ ਗਏ, ਫਿਰ ਕੋਈ ਜੀਰਾ ਮੁੱਕਿਆ, ਫਿਰ ਜੀਰਾ ਲੈਣ ਗਏ। ਜਿੰਨੀ ਵਾਰ ਮੈਂ ਜਾਵਾਂਗਾ ਆਵਾਂਗਾ, ਉਹ ਮੇਰਾ ਟਾਈਮ ਬੜਾ ਬਰਬਾਦ ਹੋਏਗਾ। ਸੋ ਬੱਚਿਓ, ਤੁਸੀਂ ਆਪਣਾ ਦੇਖਿਆ ਕਰੋ ਕਿ ਤੁਹਾਡਾ ਜਿਹੜਾ ਸਮਾਨ ਹੈ ਉਹ ਕਿਹੜਾ ਮੁੱਕਣ ਵਾਲਾ, ਪਹਿਲੇ ਤੁਹਾਨੂੰ ਪਤਾ ਹੋਣਾ ਚਾਹੀਦਾ, ਤੇ ਇੱਕ ਨੋਟ ਕਰ ਲਿਆ ਕਰੋ। ਤੇ ਜਦੋਂ ਬਾਜ਼ਾਰ ਜਾਣਾ ਹੈ, ਇਹ ਨਹੀਂ ਕਿ ਘੜੀ ਮੁੜੀ ਹੁਣ ਨੋਟਬੁੱਕ ਲੈਣ ਜਾ ਰਹੇ ਹਾਂ, ਹੁਣ ਪੈਨਸਲ ਲੈਣ ਜਾਣੇ ਆ, ਹੁਣ ਇਰੇਜ਼ਰ ਲੈਣ ਜਾ ਰਹੇ ਹਾਂ, ਹੁਣ ਇਹ ਕਿਤਾਬ ਲੈਣ ਜਾ ਰਹੇ ਹਾਂ। ਉਹਦੇ ਨਾਲ ਤੁਹਾਡਾ ਬਹੁਤ ਸਾਰਾ ਕੀਮਤੀ ਸਮਾਂ ਜ਼ਾਇਆ ਜਾਂਦਾ ਹੈ। ਇੱਕ ਤਾਂ ਇਹ ਬੱਚਿਓ, ਕਰਨ ਵਾਲੇ ਕੰਮਾਂ ਦੀ ਇੱਕ ਲਿਸਟ ਬਣਾ ਲੈਣੀ ਚਾਹੀਦੀ ਹੈ। ਦੂਜੀ ਗੱਲ ਬੱਚਿਓ ਇਹ ਹੁੰਦੀ ਹੈ ਕਿ ਆਪਣੀਆਂ ਸਾਰੀਆਂ ਚੀਜ਼ਾਂ ਨੂੰ ਸਾਂਭ ਕੇ ਇੱਕ ਥਾਂ ਤੇ ਰੱਖੋ। ਜੇ ਤੁਸੀਂ ਆਪਣੀ ਜਰਾਬਾਂ ਲੱਭ ਰਹੇ ਹੋ, ਉਹਦਾ ਲੱਭਣ ਦੀ ਕਿਰਿਆ ਵਿੱਚ ਟਾਈਮ ਤੁਹਾਡਾ ਚਾਹੇ 10 ਮਿੰਟ ਲੱਗੇ, 15 ਮਿੰਟ ਲੱਗੇ, ਉਹ ਕਿਸੇ ਲੇਖੇ ਨਹੀਂ ਆਏ, ਤੁਸੀਂ ਚੀਜ਼ ਲੱਭਣ 'ਚ ਟਾਈਮ ਗਵਾਤਾ। ਜੇ ਤੁਸੀਂ ਪੈਨਸਲ ਲੱਭਦੇ ਪਏ ਹੋ, ਆਪਣੀ ਕਿਤਾਬ ਲੱਭਦੇ ਪਏ ਹੋ, ਆਪਣਾ ਡੀ ਲੱਭਦੇ ਪਏ ਹੋ, ਆਪਣਾ ਫੁੱਟਾ ਲੱਭਦੇ ਪਏ ਹੋ, ਆਪਣੀ ਪ੍ਰਕਾਰ ਲੱਭਦੇ ਪਏ ਹੋ, ਤੇ ਉਹ ਲੱਭਣ ਦੇ ਵਿੱਚ ਜਿਹੜਾ ਤੁਹਾਡਾ ਸਮਾਂ ਜਾਂਦਾ ਬੱਚਿਓ, ਉਹ ਤੁਹਾਡੀ ਊਰਜਾ ਵੀ ਵੇਸਟ ਹੁੰਦੀ ਹੈ ਤੇ ਤੁਹਾਡਾ ਸਮਾਂ ਵੀ ਜ਼ਾਇਆ ਹੁੰਦਾ ਹੈ। ਇਸ ਕਰਕੇ ਤੁਸੀਂ ਆਪਣਾ ਜਿਹੜਾ ਪੜ੍ਹਨ ਦਾ ਸਟੇਸ਼ਨ ਬਣਾਇਆ, ਉਹ ਇੱਕ ਥਾਂ ਮਿੱਥ ਕੇ ਰੱਖੋ। ਤੁਹਾਨੂੰ ਪਤਾ ਹੈ ਕਿ ਮੇਰੀ ਜਿਓਮੈਟਰੀ ਬਾਕਸ ਇੱਥੇ ਹੀ ਹੋਏਗਾ, ਹੋਰ ਕਿਤੇ ਨਹੀਂ ਹੋਏਗਾ। ਆ ਕੇ ਜਿਹੜੇ ਸਕੂਲ ਤੋਂ ਆਉਂਦੇ ਹੋ, ਯੂਨੀਫਾਰਮ ਉਤਾਰਨ ਦੀ ਥਾਂ ਇੱਕ ਹੋਣੀ ਚਾਹੀਦੀ ਹੈ, ਬੈਗ ਰੱਖਣ ਦੀ ਥਾਂ ਇੱਕ ਹੋਣੀ ਚਾਹੀਦੀ ਹੈ, ਕੱਪੜੇ ਬਦਲਣੇ ਇੱਕ ਹੋਣੇ ਚਾਹੀਦੇ ਨੇ, ਜਰਾਬਾਂ ਉੱਥੇ ਹੋਣੀ ਚਾਹੀਦੀਆਂ, ਬੈਲਟ ਉੱਥੇ ਹੋਣੀ ਚਾਹੀਦੀ ਹੈ। ਇੱਦਾਂ ਤੁਹਾਨੂੰ ਕਿਸੇ ਨੂੰ, ਆਪਣੇ ਘਰ ਦੇ ਹੋਰ ਮੈਂਬਰ ਨੂੰ, ਮੰਮੀ ਡੈਡੀ ਨੂੰ ਤੰਗ ਕਰਨ ਦੀ ਲੋੜ ਨਹੀਂ ਕਿ ਮੇਰੀ ਬੈਲਟ ਕਿੱਥੇ, ਮੇਰੀ ਟਾਈ ਕਿੱਥੇ, ਮੇਰਾ ਉਹ ਕਿੱਥੇ, ਮੇਰਾ ਇਹ ਕਿੱਥੇ। ਇਹਦੇ ਨਾਲ ਤੁਹਾਨੂੰ ਇੱਕ ਜ਼ਿੰਮੇਵਾਰੀ ਅਪਣਾਉਣ ਦਾ, ਜ਼ਿੰਮੇਵਾਰ ਇਨਸਾਨ ਬਣਨ ਦੀ ਵੀ ਤੁਹਾਡੀ ਪ੍ਰੈਕਟਿਸ ਹੋ ਜਾਂਦੀ ਹੈ ਕਿ ਤੁਸੀਂ ਛੋਟੀ ਉਮਰ ਤੋਂ ਹੀ ਆਪਣੀ ਚੀਜ਼ਾਂ ਆਪ ਸਾਂਭਣ ਲੱਗ ਜਾਂਦੇ ਹੋ, ਔਰ ਤੁਹਾਡਾ ਬਹੁਤ ਸਾਰਾ ਕੀਮਤੀ ਸਮਾਂ ਜਿਹੜਾ ਬੱਚਿਓ ਇਹਦੇ ਨਾਲ ਬਚਦਾ ਹੈ। ਅਗਲੀ ਗੱਲ, ਤੀਜਾ ਟਾਈਮ ਮੈਨੇਜਮੈਂਟ ਦਾ ਬੱਚਿਓ ਜਿਹੜਾ ਮੈਂ ਕਰਦਾ ਸੀਗਾ, ਮੈਨੂੰ ਯਾਦ ਹੈ ਜਦੋਂ ਮੈਂ ਦਿੱਲੀ ਪੜ੍ਹਾਉਣ ਲੱਗਾ ਤੇ ਜਿੱਥੇ ਮੈਂ ਪੜ੍ਹਾਉਣ ਜਾਂਦਾ ਸੀ ਕਰੀਬ ਉਹ 23 ਕਿਲੋਮੀਟਰ ਦੂਰ ਸੀਗਾ, ਤੇ ਸਵੇਰੇ ਟਾਈਮ ਨਾਲ ਪਹੁੰਚਣਾ ਹੁੰਦਾ ਸੀਗਾ, ਤੇ ਸਫ਼ਰ ਦੇ ਵਿੱਚ ਹੀ ਘੱਟ ਤੋਂ ਘੱਟ 50 ਮਿੰਟ ਤੋਂ ਲੈ ਕੇ 1 ਘੰਟਾ ਲੱਗ ਜਾਂਦਾ ਸੀਗਾ। ਤੇ ਬੱਚਿਓ, ਮੈਂ ਸਵੇਰੇ ਤਿਆਰ ਹੋਣਾ ਹੈ, ਬ੍ਰੇਕਫਾਸਟ ਵੀ ਕਰਨਾ ਹੈ, ਨਹਾ ਧੋ ਕੇ ਤਿਆਰ ਹੋ ਕੇ ਜਾਣਾ ਹੈ। ਤੇ ਮੈਂ ਕੀ ਕਰਦਾ ਸੀਗਾ ਬੱਚਿਓ, ਰਾਤੀ ਬਾਥਰੂਮ ਦੇ ਵਿੱਚ ਤੌਲੀਆ ਟੰਗ ਦੇਣਾ, ਕਛਹਿਰਾ ਟੰਗ ਦੇਣਾ, ਤੇ ਆਪਣਾ ਬਨੈਣ ਟੰਗ ਦੇਣੀ ਸਿੱਧੀ ਕਰਕੇ। ਠੀਕ ਹੈ। ਫਿਰ ਮੈਂ ਰਾਤੀ ਜਿਹੜੀ ਪੈਂਟ ਪਾਣੀ ਪ੍ਰੈਸ ਕਰਕੇ, ਪੈਂਟ 'ਚੋਂ ਬੈਲਟ ਲਗਾ ਕੇ, ਪੈਂਟ ਦੀ ਸੱਜੀ ਪਾਕਟ 'ਚ ਰੁਮਾਲ ਪਾ ਕੇ, ਖੱਬੇ 'ਚ ਮੈਟਰੋ ਕਾਰਡ ਪਾ ਕੇ, ਟੁੱਟੇ ਪੈਸੇ ਪਾ ਕੇ, ਕਮੀਜ਼ ਜਿਹੜੀ ਪਾਣੀ ਹੈ, ਕਮੀਜ਼ ਦੀ ਪਾਕਟ 'ਚ ਡਾਇਰੀ ਪਾ ਕੇ, ਪੈਨ ਪਾ ਕੇ ਹੈਂਗਰ 'ਤੇ ਬਾਹਰ ਟੰਗ ਦੇਣੀ। ਉਹ ਪੱਗ ਜਿਹੜੀ ਬਣ ਕੇ ਜਾਣੀ ਰਾਤੀ ਹੀ ਪੂਣੀ ਕਰਕੇ ਰੱਖ ਲੈਣੀ। ਬੂਟ ਜਿਹੜੇ ਪਾਣੇ ਬਰਾਊਨ ਜਾਂ ਬਲੈਕ, ਉਹ ਕੱਢ ਕੇ ਪੋਲਿਸ਼ ਕਰਕੇ ਰੱਖ ਲੈਣੇ। ਜਿਹੜੀਆਂ ਜਰਾਬਾਂ ਪਾਣੀਆਂ ਬੂਟਾਂ ਦੇ ਵਿੱਚ ਟਿਕਾ ਦੇਣੀਆਂ। ਹੁਣ ਬੱਚਿਓ, ਮੈਨੂੰ ਸਵੇਰੇ ਦੌੜ ਭੱਜ ਕਰਨ ਦੀ ਕੋਈ ਲੋੜ ਨਹੀਂ, ਰਾਤੀ ਖੁੱਲ੍ਹਾ ਟਾਈਮ ਹੁੰਦਾ, ਰਾਤੀ ਤਾਂ ਮੈਂ ਕਿਤੇ ਜਾਣਾ ਨਹੀਂ। ਸੋ ਮੈਂ ਬੜੇ ਨਿਸ਼ਚਿੰਤ ਹੋ ਕੇ ਪੈਂਟ, ਕਮੀਜ਼, ਪੱਗ ਸਾਰਾ ਕੁਛ ਮੈਂ ਰੈਡੀ ਰੱਖ ਲੈਂਦਾ ਸੀਗਾ। ਸਵੇਰੇ ਉੱਠਦਾ ਸੀਗਾ ਤੇ 10 ਮਿੰਟ 'ਚ ਮੈਂ ਤਿਆਰ ਹੋ ਜਾਂਦਾ ਸੀਗਾ। ਹੁਣ ਬੱਚਿਓ, ਇਹ ਤਮਾਸ਼ਾ ਮੈਂ ਆਪਣੇ ਰਿਸ਼ਤੇਦਾਰਾਂ ਦੇ ਘਰਾਂ 'ਚ ਕਈ ਵਾਰ ਜਾਂਦਾ ਰਹਿਣਾ ਤੇ ਹੈਰਾਨ ਹੁੰਦਾ। ਸਵੇਰੇ ਬੰਦੇ ਫੈਸਲਾ ਕਰ ਰਹੇ ਨੇ ਪੈਂਟ ਕਿਹੜੀ ਪਾਣੀ ਹੈ,
ਕਮੀਜ਼ ਕਿਹੜੀ ਪਾਣੀ ਹੈ, ਫਿਰ ਪ੍ਰੈਸ ਕਰਨ ਲੱਗ ਜਾਂਦੇ ਨੇ, ਫਿਰ ਬਿਜਲੀ ਚਲੀ ਜਾਂਦੀ ਹੈ, ਫਿਰ ਇੱਕ ਦੂਜੇ ਨੂੰ ਗਾਲਾਂ ਕੱਢਦੇ ਨੇ, ਝਗੜੇ ਹੁੰਦੇ ਨੇ, ਕਲੇਸ਼ ਹੁੰਦਾ, ਤੇ ਜਨਾਨੀ ਵਿਚਾਰੀ ਕਦੀ ਰਸੋਈ 'ਚ ਭੱਜਦੀ ਹੈ ਤੇ ਕਦੀ ਉਹਦੇ ਕੱਪੜੇ ਸਾਂਭਦੀ ਹੈ। ਸੋ ਬੱਚਿਓ ਇਹ ਨਿੱਕੀਆਂ ਨਿੱਕੀਆਂ ਗੱਲਾਂ ਹੈਗੀਆਂ ਨੇ, ਜੇ ਤੁਸੀਂ ਆਪਣੀ ਇਹ ਚੀਜ਼ ਐਡਵਾਂਸ ਕੱਲ੍ਹ ਸਕੂਲ ਹੀ ਨਹੀਂ, ਮੈਂ ਜੇ ਕਿਤੇ ਅਗਲੇ ਦਿਨ ਕਿਤੇ ਜਾਣਾ ਹੈ ਤੇ ਉਹਦੀ ਤਿਆਰੀ ਮੈਂ ਪਹਿਲੀ ਰਾਤ ਆਰਾਮ ਦੇ ਨਾਲ ਕਰਕੇ ਰੱਖ ਲੈਂਦਾ, ਤਾਂ ਕਿ ਸਵੇਰ ਦੇ ਵੇਲੇ ਹੱਲਾ ਲੱਲਾ ਨਾ ਹੋਵੇ। ਸੋ ਇਹ 3 ਗੱਲਾਂ ਬੱਚੋ ਤੁਹਾਨੂੰ ਦੱਸੀਆਂ। ਇੱਕ ਤੇ ਆਪਣੀ ਚੀਜ਼ਾਂ ਸਾਂਭ ਕੇ ਰੱਖਣੀਆਂ, ਦੂਜੀ ਲਿਸਟ ਬਣਾਉਣੀ ਤੇ ਬਾਜ਼ਾਰ 'ਚ ਚੀਜ਼ਾਂ ਲੈਣ ਬਾਰ-ਬਾਰ ਨਹੀਂ ਜਾਣਾ ਨਿੱਕੀ ਨਿੱਕੀ ਚੀਜ਼ਾਂ ਲਈ, ਤੇ ਤੀਜੀ ਗੱਲ ਦੱਸੀ ਹੈ ਬੱਚਿਓ ਕਿ ਤੁਸੀਂ ਆਪਣੀ ਤਿਆਰੀ ਜਿਹੜੀ ਹੈ, ਜਿੱਥੇ ਜਾਣਾ ਸਕੂਲ ਜਾਣਾ ਤੇ ਉਹਦੀ ਤਿਆਰੀ ਰਾਤੀ ਹੀ ਸਭ ਕੁਝ ਰੈਡੀ ਕਰਕੇ ਰੱਖਣਾ। ਇਹਦੇ ਨਾਲ ਤੁਹਾਡਾ ਬਹੁਤ ਸਾਰਾ ਕੀਮਤੀ ਸਮਾਂ ਬਚੇਗਾ, ਤੇ ਫਿਰ ਤੁਹਾਨੂੰ ਇਹ ਨਹੀਂ ਹੋਏਗਾ ਕਿ ਮੈਂ ਹੋਮਵਰਕ ਕਰਨ ਲਈ ਮੈਨੂੰ ਟਾਈਮ ਨਹੀਂ ਮਿਲਿਆ, ਮੈਨੂੰ ਪੜ੍ਹਨ ਲਈ ਟਾਈਮ ਨਹੀਂ ਮਿਲਿਆ, ਮੇਰੇ ਹੋਰ ਕੰਮ ਨਹੀਂ ਮੁੱਕਦੇ। ਠੀਕ ਹੈ, ਸੋ ਇਹ ਬੱਚਾ ਹੋ ਗਿਆ FAST। ਅਗਲਾ ਆ ਗਿਆ ਬੱਚੋ R, ਫਾਸਟ ਟ੍ਰਿਪ ਨਾ। R ਬੱਚੋ R ਫॉर ਰੈਗੂਲੈਰਿਟੀ। ਰੈਗੂਲੈਰਿਟੀ ਦਾ ਮਤਲਬ ਹੁੰਦਾ ਹੈ ਨਿਰੰਤਰਤਾ, ਨਿਤਨੇਮ ਜਿਹਨੂੰ ਅਸੀਂ ਕਹਿ ਦਿੰਦੇ ਹਾਂ, ਰੋਜ਼ ਦਾ ਨੇਮ। ਬੱਚਿਓ ਚਾਹੇ ਉਹ ਸਿਹਤ ਹੈਗੀ ਹੈ, ਚਾਹੇ ਉਹ ਪੜ੍ਹਾਈ ਹੈਗੀ ਹੈ, ਚਾਹੇ ਕੁਛ ਵੀ ਕੰਮ ਹੈਗਾ, ਉਹ ਤਾਂ ਹੀ ਸਿਰੇ ਚੜ੍ਹਦਾ ਹੈ ਜੇ ਉਹਨੂੰ ਨਿਰੰਤਰਤਾ ਦੇ ਨਾਲ ਕੀਤਾ ਜਾਵੇ। ਤਾਂ ਹੀ ਅਸੀਂ ਨਿਤਨੇਮ ਕਹਿੰਦੇ ਹਾਂ। ਨੇਮ ਮੈਨੇ ਰੂਟੀਨ, ਨਿਤ ਮੈਨੇ ਰੋਜ਼, ਰੋਜ਼ ਦਾ ਰੂਟੀਨ। ਬੱਚਿਓ ਜੇ ਮੈਂ ਬੰਦਾ ਕੋਈ ਕਵੇ ਮੈਂ ਇੱਕ ਹਫ਼ਤਾ ਜਿਮ ਜਾਇਆ ਨਾ, ਇੱਕ ਵਾਰੀ ਸਿਹਤ ਬਣ ਜਾਏਗੀ, ਉਸ ਤੋਂ ਬਾਅਦ ਜਿਮ ਜਾਣ ਦੀ ਲੋੜ ਨਹੀਂ। ਕਦੀ ਇੱਦਾਂ ਹੋ ਸਕਦਾ? ਨਹੀਂ। ਜੇ ਬੰਦੇ ਨੇ ਸਿਹਤ ਬਣਾਉਣੀ ਹੈ ਤੇ ਉਹਨੂੰ ਜੰਕ ਫੂਡ ਤੋਂ ਪਰਹੇਜ਼ ਰਹਿੰਦੀ ਉਮਰ ਤੱਕ ਕਰਨਾ ਪਏਗਾ, ਤੇ ਰਹਿੰਦੀ ਉਮਰ ਤੱਕ ਉਹਨੂੰ ਪੌਸ਼ਟਿਕ ਖਾਣਾ, ਸਲਾਦ, ਫਰੂਟ, ਦਾਲਾਂ ਸਬਜ਼ੀਆਂ, ਸਾਫ ਸੁਥਰਾ ਖਾਣਾ ਪਏਗਾ, ਤੇ ਰਹਿੰਦੀ ਉਮਰ ਤੱਕ ਉਹਨੂੰ ਸੈਰ ਕਰਨੀ ਪਏਗੀ, ਡੰਡ ਕੱਢਣੇ ਪੈਣਗੇ, ਵਰਜਿਸ਼ ਕਰਨੀ ਪਏਗੀ, PT ਕਰਨੀ ਪਏਗੀ, ਤਾਂ ਉਸ ਬੰਦੇ ਦੀ ਸਿਹਤ ਠੀਕ ਰਹੇਗੀ। ਤੇ ਜੇ ਬੰਦਾ ਕੋਈ ਜ਼ਿੰਦਗੀ 'ਚ ਅੱਗੇ ਵਧਣਾ ਚਾਹੁੰਦਾ ਹੈ ਆਤਮਿਕ ਤੌਰ ਤੇ ਉਹਨੂੰ ਗੁਰਬਾਣੀ ਨਿਰੰਤਰ ਰੋਜ਼ ਪੜ੍ਹਨੀ ਪਏਗੀ, ਆਪਣਾ ਨਿਤਨੇਮ ਰੋਜ਼ ਕਰਨਾ ਪਏਗਾ। ਤੇ ਜਿਹੜਾ ਬੱਚਾ ਪੜ੍ਹਾਈ ਵਿੱਚ ਕਾਮਯਾਬ ਹੋਣਾ ਚਾਹੁੰਦਾ ਹੈ ਉਹਨੂੰ ਪੜ੍ਹਾਈ ਦਾ ਵੀ ਰੂਟੀਨ ਬਣਾ ਕੇ ਰੋਜ਼ ਪੜ੍ਹਨਾ ਪਏਗਾ। ਅਸੀਂ ਇਹ ਨਹੀਂ ਕਹਿ ਸਕਦੇ ਕਿ ਪੇਪਰ ਆ ਗਏ ਤੇ ਪੇਪਰ ਤੋਂ 2 ਹਫ਼ਤੇ ਪਹਿਲੇ 3 ਹਫ਼ਤੇ ਪਹਿਲੇ ਘੋਟ ਕੇ ਪੜ੍ਹ ਲਓ। ਉਹ ਬੱਚੇ ਪੜ੍ਹਾਈ ਨਹੀਂ, ਉਹ ਸਿਰਫ ਪੇਪਰ ਪਾਸ ਕਰਨ ਦਾ ਤਰੀਕਾ ਹੈ, ਉਹਦੇ ਨਾਲ ਗਿਆਨ ਪ੍ਰਾਪਤ ਨਹੀਂ ਹੁੰਦਾ। ਠੀਕ ਹੈ, ਸੋ ਰੈਗੂਲੈਰਿਟੀ ਦਾ ਮਤਲਬ ਹੈ ਬੱਚੋ ਨਿਰੰਤਰਤਾ। ਇਸ ਕਰਕੇ ਤੁਸੀਂ ਮਨ ਮਾਰ ਕੇ ਆਪਣਾ ਸਮਾਂ ਡਿਸਾਈਡ ਕਰਨਾ ਹੈ ਕਿ ਇੰਨੇ ਘੰਟੇ ਤੋਂ ਇੰਨੇ ਘੰਟੇ ਤੱਕ ਮੈਂ ਪੜ੍ਹਨਾ ਹੀ ਪੜ੍ਹਨਾ ਹੈ, ਹੋਰ ਕੰਮ ਨਹੀਂ ਕਰਨਾ, ਬਾਕੀ ਸਾਰੇ ਕੰਮ ਨਿਪਟਾ ਲੈਣੇ ਨੇ। ਇਹ ਕੰਮ ਬੱਚਿਓ ਕੋਈ ਔਖਾ ਨਹੀਂ ਹੈਗਾ, ਆਪਣੇ ਹਿਸਾਬ ਨਾਲ ਤੁਸੀਂ ਦੇਖੋ। ਸਕੂਲੋਂ ਆਏ, ਕੱਪੜੇ ਬਦਲੇ, ਬੈਗ ਰੱਖਿਆ, ਹੱਥ ਮੂੰਹ ਧੋਤਾ, ਰੋਟੀ ਖਾਧੀ, ਤੇ ਜੇ 10-15 ਮਿੰਟ ਆਰਾਮ ਕਰਨਾ ਤੇ ਲੇਟ ਵੀ ਸਕਦੇ ਹੋ, ਉਹਦੇ 'ਚ ਕੋਈ ਮਾੜੀ ਗੱਲ ਨਹੀਂ। 20-25 ਮਿੰਟ ਜਿਹਨੂੰ ਅਸੀਂ ਕਹਿੰਦੇ ਕੈਟ ਨੈਪ, ਮਤਲਬ ਕਿ 25-30 ਮਿੰਟ ਦਾ ਤੁਸੀਂ ਆਰਾਮ ਕਰ ਲਿਆ, ਉੱਠ ਕੇ ਫਿਰ ਤੁਸੀਂ ਪੜ੍ਹੇ। ਠੀਕ ਹੈ, ਤੇ ਸ਼ਾਮੀ ਫਿਰ ਤੁਸੀਂ ਜਦੋਂ ਠੰਡ ਸੂਰਜ ਥੱਲੇ ਹੋ ਜਾਂਦਾ ਤੇ ਅੱਧਾ 1 ਘੰਟਾ ਖੇਡਣਾ ਵੀ ਜ਼ਰੂਰ ਹੈ। ਖੇਡਣ ਦਾ ਮਤਲਬ ਮੈਂ ਵੀਡੀਓ ਗੇਮ ਨਹੀਂ ਕਹਿ ਰਿਹਾ, ਖੇਡਣ ਦਾ ਮਤਲਬ ਜੇ 'ਚ ਦੌੜ ਲੱਗੇ, ਪਸੀਨਾ ਆਵੇ ਤੇ ਸਾਹ ਚੜੇ, ਜਿੰਨਾ ਤੁਹਾਨੂੰ ਮਤਲਬ ਕਿ ਥਕੇਵਾਂ ਮਹਿਸੂਸ ਹੋਵੇ, ਉਹਨਾਂ ਨੀਂਦ ਵੀ ਵਧੀਆ ਆਏਗੀ, ਭੁੱਖ ਵੀ ਵਧੀਆ ਲੱਗੇਗੀ, ਦਿਮਾਗ ਵੀ ਤੇਜ਼ ਹੋਏਗਾ ਤੇ ਸਰੀਰ ਵੀ ਤਗੜਾ ਹੋਏਗਾ। ਸੋ ਇਹ ਰੂਟੀਨ ਬੱਚਿਓ ਪੜ੍ਹਾਈ ਦਾ ਤੇ ਇਹਦਾ ਕਰਨਾ। ਤੇ ਪੜ੍ਹਦੇ ਹੋਏ ਮੈਂ ਇੱਕ ਜ਼ਰੂਰ ਕਹਾਂਗਾ ਕਿ ਅੱਧੇ ਘੰਟੇ ਬਾਅਦ ਉੱਠ ਕੇ ਆਪਣੇ ਵਰਾਂਡੇ ਵਿੱਚ, ਛੱਤ ਤੇ ਕਿਤੇ ਗੇੜਾ ਲਾ ਲਓ ਜ਼ਰੂਰ। ਲਗਾਤਾਰ ਅੱਧੇ ਘੰਟੇ ਤੋਂ ਜ਼ਿਆਦਾ ਨਾ ਬੈਠੋ, ਉੱਠੋ, ਲੱਤਾਂ ਸਿੱਧੀਆਂ ਕਰ ਲਓ, ਮਾੜੇ ਜਿਹੇ ਹੱਥ ਮਾੜੇ ਜਿਹੇ ਲਾ ਲਓ, ਮਾੜਾ ਇੱਦਾਂ ਦਾ ਕਰ ਲਓ 2-3 ਮਿੰਟ, ਤੇ ਆਪਣੀ ਉੱਤੇ ਥੱਲੇ ਜੇ ਤੁਹਾਡੇ ਮੰਜੇ ਲੱਗੀ, ਛੱਤ ਤੇ ਗਏ, ਮਾੜਾ ਗਏ ਤਾਂ 5 ਮਿੰਟ ਤੁਸੀਂ ਗੇੜਾ ਜ਼ਰੂਰ ਲਾ ਕੇ ਆਉਣਾ, ਤੇ ਫਿਰ ਮੁੜ ਕੇ ਉੱਥੇ ਅੱਧਾ ਘੰਟਾ ਬਹਿ ਜਾਣਾ। ਮੈਂ ਇੱਦਾਂ ਹੀ ਕਰਦਾ। ਇਹਦੇ ਨਾਲ ਕੀ ਬੱਚਿਓ ਤੁਹਾਡੀ ਇੱਕ ਵਰਜਿਸ਼ ਵੀ ਬਣੀ ਰਹਿੰਦੀ ਹੈ, ਸੁਸਤੀ ਵੀ ਨਹੀਂ ਪੈਂਦੀ, ਤੇ ਇੱਕ ਬ੍ਰੇਕ ਵੀ ਹੋ ਜਾਂਦੀ ਹੈ। ਠੀਕ ਹੈ, ਸੋ ਰੈਗੂਲੈਰਿਟੀ ਆ ਗਈ। ਅਗਲੀ ਗੱਲ ਆ ਗਈ ਬੱਚਿਓ ਇਨਕੁਇਜ਼ਿਟਿਵਨੈਸ। ਇਹ ਸ਼ਬਦ ਸ਼ਾਇਦ ਕਈ ਬੱਚਿਆਂ ਨੂੰ ਨਾ ਪਤਾ ਹੋਵੇ, ਮੈਂ ਸਪੈਲਿੰਗ ਬੋਲ ਦਿੰਦਾ, INQUISITIVENES। ਇਹਨੂੰ ਪੰਜਾਬੀ 'ਚ ਕਹਿੰਦੇ ਜਗਿਆਸਾ, ਇਨਕੁਇਜ਼ਿਟਿਵਨੈਸ। ਠੀਕ ਹੈ, ਇਹਦੀ ਵਿਆਖਿਆ ਜੇ ਕਰਨੀ ਹੋਵੇ ਤੇ 3 ਸ਼ਬਦ ਲਿਖ ਲਓ। ਕੀ, ਪ੍ਰਸ਼ਨ ਚਿੰਨ੍ਹ, ਕਿਉਂ, ਪ੍ਰਸ਼ਨ ਚਿੰਨ੍ਹ, ਕਿਵੇਂ, ਪ੍ਰਸ਼ਨ ਚਿੰਨ੍ਹ, ਅਰਥਾਤ ਵਟ, ਵਾਈ ਐਂਡ ਹਾਊ। ਬੱਚਿਓ ਇਹ 3 ਕੀੜੇ ਆਪਣੇ ਅੰਦਰ, ਇਹਨਾਂ ਨੂੰ ਜਗ੍ਹਾ ਦੇਵੋ ਤੇ ਇਹਨਾਂ ਨੂੰ ਪਣਪਣ ਦੇਵੋ ਕਿ ਕੀ ਹੈਗਾ, ਕਿਉਂ ਹੈਗਾ, ਕਿਵੇਂ ਹੈਗਾ। ਇਹਦੇ ਨਾਲ ਬੱਚਿਓ ਤੁਸੀਂ ਮਾਨਸਿਕ ਤੌਰ ਤੇ ਜਵਾਨ ਰਹੋਗੇ। ਮੈਂ ਦੇਖਦਾ, ਮੈਂ ਪਰਮਾਤਮਾ ਦੀ ਕਿਰਪਾ ਨਾਲ ਜਨਰਲ ਨੌਲੇਜ ਮੇਰੀ ਹੈ, ਮੇਰਾ ਆਦਤ ਹੈ ਕਿ ਮੈਂ ਆਲੇ ਦੁਆਲੇ ਕੋਈ ਵੀ ਚੀਜ਼ ਦੇਖਦਾ, ਪੜ੍ਹਦਾ, ਤੇ ਮੈਂ ਸੋਚਦਾ ਵੀ ਕੀ ਲਿਖਿਆ, ਇਹਦਾ ਕੀ ਮਤਲਬ ਹੈ। ਪਰ ਬੰਦੇ ਮੈਂ ਦੇਖਿਆ ਕੋਈ ਪਰਵਾਹ ਹੀ ਨਹੀਂ ਕਰਦੇ। ਬੜੀਆਂ ਸਾਰੀ ਗੱਲਾਂ, ਉਦਾਹਰਨਾਂ, ਮੈਂ ਇਹਦਾ ਅਲੱਗ ਵਿਸ਼ਾ ਕਦੀ ਲੈ ਲਵਾਂਗਾ, ਮੈਂ ਹੁਣ ਨਹੀਂ ਲੈਣਾ ਚਾਹੁੰਦਾ, ਨਹੀਂ ਤਾਂ ਵਿਸ਼ੇ ਤੋਂ ਅਸੀਂ ਹਟ ਜਾਵਾਂਗੇ। ਸੋ ਬੱਚਿਓ ਆਪਣੇ ਅੰਦਰ ਇੱਕ ਜਗਿਆਸਾ ਪੈਦਾ ਕਰਕੇ ਰੱਖੋ ਵੀ
ਇਹ ਸਿਮ ਜੇ ਅਸੀਂ ਕਹਿੰਦੇ ਫੋਨ ਦੇ ਵਿੱਚ ਸਿਮ ਹੈਗਾ ਤੇ ਸਿਮ ਦਾ ਕੀ ਮਤਲਬ ਹੈ ਤਾਂ ਪਤਾ ਹੀ ਨਹੀਂ ਕਿਸੇ ਨੂੰ। ਮੈਂ ਇੰਨਿਆਂ ਨੂੰ ਪੁੱਛਿਆ ਸਿਮ ਦਾ ਕੀ ਮਤਲਬ ਹੈ, ਨਹੀਂ ਪਤਾ। ਜੇ ਪਿੰਡ ਹੈਗੇ ਨੇ, ਪਿੰਡ ਲਿਖਿਆ ਹੈ ਪੰਡੋਰੀ ਖੁਰਦ ਪੰਡੋਰੀ ਕਲਾਂ, ਪਟਨੂਰਾ ਖੁਰਦ ਪਟਨੂਰਾ ਕਲਾਂ, ਤੇ ਆਪਣੇ ਨੂੰ ਪੁੱਛਿਆ ਖੁਰਦ ਕੀ ਹੈ ਤੇ ਕਲਾਂ ਕੀ ਹੈ। ਇਹ ਵੀ ਮੈਂ ਕਿੰਨਿਆਂ ਨੂੰ ਪੁੱਛਿਆ, ਕਿਸੇ ਨੂੰ ਪਤਾ ਹੀ ਨਹੀਂ ਸੀਗਾ। ਖੈਰ ਇਹ ਗੱਲਾਂ ਮੈਂ ਫਿਰ ਕਰਾਂਗਾ, ਪਰ ਤੁਸੀਂ ਹੁਣ ਮੈਂ ਤੁਹਾਨੂੰ ਹਿੰਟ ਦਿੱਤੀ ਹੈ, ਤੁਸੀਂ ਪਤਾ ਕਰੋ ਖੁਰਦ ਤੇ ਕਲਾਂ ਕਿੱਥੋਂ ਪਤਾ ਕਰਨਾ ਹੈ। ਮੈਂ ਹਿੰਟ ਦੇਣਾ, ਮਹਾਨ ਕੋਸ਼ ਦੇਖੋ ਭਾਈ ਕਾਨ ਸਿੰਘ ਨਾਭਾ ਦਾ। ਸੋ ਬੱਚਿਓ, ਜਦੋਂ ਤੁਸੀਂ ਆਪਣੇ ਅੰਦਰ ਇਦਾਂ ਦੀ ਜਿਗਿਆਸਾ ਪੈਦਾ ਕਰੋਗੇ ਕਿ ਕੀ ਲਿਖਿਆ ਹੈ, ਖੁਰਦ ਦਾ ਕੀ ਮਤਲਬ ਹੋ ਸਕਦਾ ਹੈ, ਕਲਾਂ ਦਾ ਕੀ ਮਤਲਬ ਹੋ ਸਕਦਾ ਹੈ, ਇਹ ਚੀਜ਼ ਕਿਵੇਂ ਕੰਮ ਕਰਦੀ ਹੈ, ਇਹ ਕਿਉਂ ਇਸ ਤਰ੍ਹਾਂ ਹੈਗਾ, ਤੇ ਤੁਸੀਂ ਫਿਰ ਝੁੱਡੂ ਨਹੀਂ ਬਣੋਗੇ, ਤੁਸੀਂ ਇੱਕ ਸਿਆਣੇ ਬੰਦੇ ਬਣੋਗੇ। ਇਹ ਜਿਹੜਾ ਬੰਦਾ ਇਦਾਂ ਦੇ ਸਵਾਲ ਨਹੀਂ ਪੁੱਛਦਾ, ਉਹਨੂੰ ਠੱਗਣਾ ਵੀ ਬੜਾ ਸੌਖਾ ਹੁੰਦਾ ਹੈ। ਜਦੋਂ ਬੰਦੇ ਕੋਈ ਵਿੱਤੀ ਸਕੀਮਾਂ ਲੈ ਕੇ ਆਉਂਦੇ ਨੇ ਪਿੰਡਾਂ ਦੇ ਵਿੱਚ ਤੇ ਲੋਕਾਂ ਨੂੰ ਸਬਜ਼-ਬਾਗ ਦਿਖਾਉਂਦੇ ਨੇ, ਚਾਹੇ ਉਹ ਟਰੈਵਲ ਏਜੰਟ ਵੀ ਨੇ, ਸਬਜ਼-ਬਾਗ ਦਿਖਾਉਂਦੇ ਨੇ, ਤੇ ਜੋ ਬੋਲਦੇ ਨੇ ਬੰਦੇ ਬੁੱਤ ਬਣੇ ਸੁਣਦੇ ਰਹਿੰਦੇ ਨੇ, ਉਹ ਕਦੀ ਵੀ ਸਵਾਲ ਨਹੀਂ ਪੁੱਛਦੇ। ਤੇ ਜੇ ਬੰਦੇ ਸਵਾਲ ਪੁੱਛਣਾ ਸ਼ੁਰੂ ਕਰ ਦੇਣ ਤੇ ਫਿਰ ਏਜੰਟ ਜਾਂ ਜਿਹੜੇ ਠੱਗ ਹੈਗੇ ਨੇ, ਇਹੋ ਜਿਹੇ ਲੋਕਾਂ ਨੂੰ ਠੱਗ ਨਹੀਂ ਸਕਣਗੇ। ਪਰ ਬੱਚਿਓ, ਅਗੇਨ ਇਹ ਸਵਾਲ ਪੁੱਛਣ ਦਾ ਮਾਦਾ ਕਿੱਥੋਂ ਆਉਂਦਾ? ਕਿਤਾਬਾਂ ਪੜ੍ਹ ਕੇ। ਜਦੋਂ ਤੱਕ ਅਸੀਂ ਕਿਤਾਬਾਂ ਨੂੰ ਪੜ੍ਹਾਂਗੇ ਨਹੀਂ, ਜੇ ਅਸੀਂ ਸਿਰਫ ਪੇਪਰਾਂ 'ਚ ਨੰਬਰ ਦੇਣ ਲਈ ਕੁਝ ਹਫ਼ਤੇ ਪਹਿਲੇ ਪੜ੍ਹਾਂਗੇ, ਰੱਟੇ ਲਾਵਾਂਗੇ, ਫਿਰ ਸਾਡੇ ਅੰਦਰ ਸਵਾਲ ਪੈਦਾ ਨਹੀਂ ਹੋਣਗੇ। ਸੋ ਜਦੋਂ ਅਸੀਂ ਧਿਆਨ ਦੇ ਨਾਲ ਹਰ ਚੀਜ਼ ਪੜ੍ਹਦੇ ਹਾਂ, ਵਿਚਾਰਦੇ ਹਾਂ, ਇਹ ਬੱਚਿਓ ਤੁਸੀਂ ਆਦਤ ਪਾਣੀ ਸ਼ੁਰੂ ਕਰੋਗੇ ਤੇ ਦੇਖੋਗੇ ਥੋੜੇ ਚਿਰਾਂ ਬਾਅਦ ਹੀ ਤੁਹਾਡੇ ਮਨ 'ਚ ਆਦਤ ਪੈ ਜਾਏਗੀ ਕੀ, ਕਿਉਂ ਤੇ ਕਿਵੇਂ। ਇਹ ਕੀ ਲਿਖਿਆ ਹੈ, ਇਹ ਕਿਉਂ ਲਿਖਿਆ ਹੈ, ਇਹ ਕਿਵੇਂ ਇਦਾਂ ਹੋ ਗਿਆ, ਇਹ ਇਸ ਕਿਵੇਂ ਹੋ ਗਿਆ, ਉਹ ਜਵਾਬ ਲੱਭਣ ਦੀ ਯਤਨ ਕਰੋ। ਜਦੋਂ ਤੁਸੀਂ ਇਸ ਪਾਸੇ ਤੁਰੋਗੇ, ਫਿਰ ਤੁਹਾਡੇ ਅੱਗੇ ਰਾਹ ਸਿੱਖਣ ਦੇ, ਵਿਕਾਸ ਕਰਨ ਦੇ ਆਪਣੇ ਆਪ ਹੀ ਖੁੱਲਦੇ ਜਾਣਗੇ। ਤੇ ਹੁਣ ਅਗਲਾ ਬੱਚਿਓ ਆ ਗਿਆ ਸਾਡੇ ਕੋਲ ਅਖੀਰਲਾ, ਉਸ ਤੋਂ ਬਾਅਦ ਅਸੀਂ ਸਵਾਲ ਜਵਾਬ ਲਵਾਂਗੇ। ਪੀ ਦਾ ਮਤਲਬ ਹੈ ਬੱਚਿਓ ਪੈਸ਼ਨ। ਪੈਸ਼ਨ ਦਾ ਮਤਲਬ ਹੁੰਦਾ ਜਜ਼ਬਾ। ਇੱਕ ਹੁੰਦਾ ਬੱਚਿਓ, ਜਿੱਦਾਂ ਮੰਮੀ ਨੇ ਕਿ ਬੱਚੀ ਨੂੰ ਮਨਪ੍ਰੀਤ ਜਾਂ ਗੁਰਪ੍ਰੀਤ ਜਾਂ ਜੋ ਵੀ ਹੈ, ਬੇਟੇ ਚੱਲ ਭਾਂਡੇ ਮਾਂਜਦੇ, ਤੇ ਉਹਨੇ ਭਾਂਡੇ ਮਾਂਜੇ ਪਰ ਬੁੜ ਕਰਕੇ ਮਾਂਜੇ, ਬੁੜ ਕਰਦੀ ਰਹੀ, ਖੁਸ਼ੀ ਨਾਲ ਨਹੀਂ ਮਾਂਜੇ। ਭਾਂਡੇ ਇਸ ਕਰਕੇ ਮਾਂਜੇ ਵੀ ਮਾਂਜਣੇ ਪੈਣੇ ਨੇ, ਮੰਮੀ ਨੇ ਕਿਹਾ, ਪਰ ਮਨ ਵਿੱਚ ਚਾਹ ਨਹੀਂ ਹੈਗਾ। ਇਸ ਲਈ ਉਹ ਕੰਮ ਉਹਨੇ ਪੈਸ਼ਨ ਦੇ ਨਾਲ ਨਹੀਂ ਕੀਤਾ, ਉਹਨੇ ਬੁੜ ਕਰਕੇ ਕੀਤਾ। ਉਹਨੇ ਆਪਣੀ ਸਿਹਤ ਵੀ ਖਰਾਬ ਕੀਤੀ, ਮਾਂ ਦੇ ਨਾਲ ਵੀ ਉਹਦਾ ਸੰਬੰਧ ਡੂੰਘਾ ਨਹੀਂ ਕਦੀ ਬਣ ਸਕੇਗਾ, ਤੇ ਜਿਹੜਾ ਕੰਮ ਵੀ ਉਹ ਚੱਜ ਦੇ ਨਾਲ ਨਹੀਂ ਹੋਏਗਾ। ਇਸ ਗੱਲ ਨੂੰ ਗੁਰਬਾਣੀ 'ਚ ਗੁਰੂ ਸਾਹਿਬ ਨੇ ਬੜਾ ਸੋਹਣਾ ਲਿਖਿਆ ਹੈ, ਕਹਿੰਦੇ ਬੱਧਾ ਚੱਟੀ ਜੋ ਭਰੇ, ਨਾ ਗੁਣ ਨਾ ਉਪਕਾਰ। ਬੱਧਾ ਚੱਟੀ ਹੁੰਦਾ ਬੱਚਿਓ, ਬੱਧੇ ਰੁੱਦੇ ਕੰਮ ਕਰਨਾ, ਚੱਟੀ ਹੁੰਦੀ ਹੈ ਜੁਰਮਾਨਾ। ਹੁਣ ਜੁਰਮਾਨਾ ਸਰਕਾਰ ਨੂੰ ਦੇਣਾ ਪੈਂਦਾ, ਚਾਹੇ ਰੋ ਕੇ ਦੇਵੋ ਚਾਹੇ ਹੱਸ ਕੇ ਦੇਵੋ, ਤੇ ਬੰਦੇ ਜ਼ਿਆਦਾਤਰ ਜੁਰਮਾਨਾ ਰੋ ਕੇ ਦਿੰਦੇ ਨੇ, ਰੌਣੋ ਕਰਦੇ ਨੇ, ਸਰਕਾਰ ਨੂੰ ਗਾਲਾਂ ਕੱਢੀ ਜਾਂਦੇ ਨੇ, ਪਰ ਜੁਰਮਾਨਾ ਤੇ ਦੇਣਾ ਹੀ ਪੈਂਦਾ। ਤੇ ਕਹਿੰਦੇ ਇਹ ਤੇ ਜੁਰਮਾਨਾ ਦੇਣ ਵਾਲੀ ਗੱਲ ਹੋ ਗਈ ਨਾ, ਵੀ ਭਾਂਡੇ ਮਾਂਜਣੇ ਪੈਣੇ ਨੇ ਤਾਂ ਮਾਂਜ ਰਹੀ ਹਾਂ, ਪਰ ਮੇਰਾ ਮਾਂਜਣ ਨੂੰ ਜੀ ਨਹੀਂ ਕਰ ਰਿਹਾ। ਜਾਂ ਮੈਂ ਉਦਾਹਰਨ ਦਿੱਤੀ ਹੈ, ਪੋਚਾ ਲਾਉਣ ਨੂੰ ਕਿਹਾ ਜਾਂ ਮੰਮੀ ਡੈਡੀ ਨੇ ਕੋਈ ਕੰਮ ਕਿਹਾ, ਤੇ ਕੰਮ ਉਹ ਰੋਂ ਕਰਕੇ ਕੀਤਾ, ਬੁੜ ਕਰਕੇ ਕੀਤਾ, ਹੱਸ ਕੇ ਚਾਹ ਨਾਲ ਹਾਂਜੀ ਹਾਂਜੀ ਕਰਕੇ ਨਹੀਂ ਕੀਤਾ। ਤੇ ਬੱਚਿਓ ਫਿਰ ਉਹਦੇ ਨਾਲ ਸਾਡੀ ਆਦਤ ਬਣ ਜਾਂਦੀ, ਤੇ ਅਸੀਂ ਪੈਸ਼ਨ ਦੇ ਨਾਲ, ਉਹ ਜਜ਼ਬੇ ਦੇ ਨਾਲ, ਸਿਦਕ ਦੇ ਨਾਲ ਉਹ ਕੰਮ ਨਹੀਂ ਕਰਦੇ। ਸੋ ਗੁਰੂ ਸਾਹਿਬ ਕਹਿੰਦੇ ਨੇ ਬੱਧਾ ਚੱਟੀ ਜੋ ਭਰੇ, ਕਹਿੰਦੇ ਜਿਹੜਾ ਬੰਦਾ ਇਦਾਂ ਕੰਮ ਕਰਦਾ, ਬੱਧਾ ਚੱਟੀ ਕਰਦਾ, ਕਿ ਬੱਧੇ ਰੁੱਦੇ ਵੀ ਕੰਮ ਕਰਨਾ ਪੈਣਾ, ਮਜਬੂਰੀ ਬਸ ਹੋ ਕੇ ਕਰਦਾ ਹੈ, ਤੇ ਕਹਿੰਦੇ ਨਾ ਗੁਣ ਨਾ ਉਪਕਾਰ, ਤੇ ਨਾ ਕੋਈ ਦੂਜੇ ਦਾ ਭਲਾ ਹੁੰਦਾ ਹੈ, ਤੇ ਨਾ ਉਹਦਾ ਆਪਣਾ ਭਲਾ ਹੁੰਦਾ ਹੈ, ਤੇ ਨਾ ਹੀ ਕੰਮ ਸਿਰੇ ਚੜਦਾ ਵਧੀਆ। ਤੇ ਕਹਿੰਦੇ ਸੇਤੀ ਖੁਸ਼ੀ ਸਵਾਰੀ ਹੈ, ਸੇਤੀ ਮੈਨੇ ਹੁੰਦਾ ਨਾਲ ਖੁਸ਼ੀ, ਅਰਥਾਤ ਜੇ ਖੁਸ਼ੀ ਦੇ ਨਾਲ ਕੰਮ ਸਵਾਰਿਆ ਜਾਵੇ, ਨਾਨਕ ਕਾਰਜ ਸਾਰ, ਹੈ ਨਾਨਕ ਉਹ ਫਿਰ ਕਾਰਜ ਬੜਾ ਸ਼੍ਰੇਸ਼ਟ ਹੋ ਕੇ, ਜੇ ਕਹੋ ਅੱਛਾ ਮੰਮੀ ਜੀ ਹੁਣੀ ਕਰ ਦਿੰਦੀ ਆ ਜੀ, ਜੋ ਹੁਕਮ ਮੰਮੀ ਜੀ, ਲੈ ਵੀ ਦੇਖੋ ਮਾਂ ਵੀ ਕਿੰਨੀ ਖੁਸ਼ ਹੋ ਜਾਏਗੀ, ਹੈ ਨਾ, ਪਰ ਮਾਂ ਔਰ ਬੇਟੀ ਵਿੱਚ ਕਿੰਨਾ ਪਿਆਰ ਬਣ ਜਾਏਗਾ। ਤੇ ਜਿਹੜੀ ਉਹ ਜਿਹੜੇ ਉਹ ਹੱਸ ਕੇ ਇੱਦਾਂ ਬੋਲੇਗੀ, ਹਾਂਜੀ ਮੰਮੀ ਜੀ ਮੈਂ ਹੁਣੀ ਕਰ ਦਿੰਦੀ ਆ ਜੀ, ਤੇ ਉਹਦੀ ਆਪਣੀ ਸਿਹਤ, ਉਹਦੀ ਆਪਣੀ ਮਾਨਸਿਕ ਅਵਸਥਾ, ਉਹਦੀ ਆਪਣੀ ਆਤਮਾ ਕਿੰਨੀ ਨਿਰਮਲ ਹੋ ਜਾਏਗੀ। ਤੇ ਜਦੋਂ ਪਿਆਰ ਦੇ ਨਾਲ ਭਾਂਡੇ ਮਾਂਜੇਗੀ, ਤੇ ਭਾਂਡੇ ਵੀ ਬੜੇ ਸੋਹਣੇ ਮਾਂਜੇ ਜਾਣਗੇ। ਸੋ ਬੱਚਿਓ, ਇਹ ਨਿੱਕੀਆਂ ਨਿੱਕੀਆਂ ਗੱਲਾਂ ਤੋਂ, ਘਰ ਦੀਆਂ ਛੋਟੀਆਂ ਗੱਲਾਂ ਤੋਂ ਅਸੀਂ ਇਹ ਆਦਤ ਨੂੰ ਪੱਕਾ ਕਰ ਸਕਦੇ ਹਾਂ। ਤੁਸੀਂ ਵਿਦਿਆਰਥੀ ਹੋ, ਮੈਨੂੰ ਪੱਕੀ ਗੱਲ ਹੈ ਤੁਹਾਡੇ ਮੰਮੀ ਡੈਡੀ ਤੁਹਾਨੂੰ ਕੋਈ ਨਾ ਕੋਈ ਕੰਮ ਕਹਿੰਦੇ ਹੋਣਗੇ, ਤੁਸੀਂ ਅੱਜ ਤੋਂ ਬੱਚੇ ਫੈਸਲਾ ਕਰ ਲਿਓ ਕਿ ਚਾਹੇ ਉਸ ਲਈ ਮੈਂ ਕੋਈ, ਜ਼ਿਆਦਾਤਰ ਦੇ ਬੱਚੇ ਫालतू ਦਾ ਕੰਮ ਹੀ ਕਰ ਰਹੇ ਹੁੰਦੇ ਨੇ, ਕਿ ਜਦੋਂ ਮੰਮੀ ਡੈਡੀ ਨੇ ਕੋਈ ਕੰਮ ਕਹਿਣਾ ਤੇ ਮੈਂ ਕੰਮ ਛੱਡ ਕੇ ਹੱਸ ਕੇ ਖੁਸ਼ੀ ਦੇ ਨਾਲ ਉਹ ਕੰਮ ਮੈਂ ਕਰਨਾ ਹੈ। ਜਦੋਂ ਬੱਚਿਓ ਤੁਸੀਂ ਥੋੜੇ ਦਿਨ ਮਨ ਮਾਰ ਕੇ ਖੁਸ਼ੀ ਨਾਲ ਕਰਨ ਲੱਗ ਜਾਓਗੇ, ਤੇ ਤੁਸੀਂ ਦੇਖੋਗੇ ਹਫ਼ਤੇ 2 ਹਫ਼ਤੇ ਅੰਦਰ ਤੁਹਾਡਾ ਇਹ ਸੁਭਾਅ ਬਣ ਜਾਏਗਾ, ਫਿਰ ਤੁਹਾਨੂੰ ਕੰਮ ਕਰਨ 'ਚ ਆਨੰਦ ਆਉਣ ਲੱਗ ਜਾਏਗਾ। ਤੇ ਇਹੀ ਸੁਭਾਅ ਜਿਹੜਾ ਜਿਹੜੇ ਤੁਹਾਡਾ ਚੰਗਾ ਬਣ ਜਾਏਗਾ, ਇਹ ਸੁਭਾਅ ਬੱਚਿਓ ਫਿਰ ਤੁਹਾਡਾ ਕਿਤਾਬ ਦੇ ਵਿੱਚ ਵੀ ਆ ਜਾਏਗਾ, ਪੜ੍ਹਾਈ ਦੇ ਵਿੱਚ ਵੀ ਆ ਜਾਏਗਾ। ਤੇ ਜੇ ਤੁਸੀਂ ਆਪਣੇ ਮਨ ਨੂੰ ਕਹੋ ਕਿ ਹੇ ਯਸ਼ਪਾਲ ਸਿੰਘ
ਵੀ ਇਹ ਹੋਮਵਰਕ ਮੈਂ ਮਨ ਲਗਾ ਕੇ ਕਰਨਾ ਹੈ, ਮੈਂ ਇਸ ਕਰਕੇ ਨਹੀਂ ਕਰਨਾ ਕਿਉਂਕਿ ਟੀਚਰ ਨੇ ਹੋਮਵਰਕ ਕਰਨ ਲਈ ਕਿਹਾ ਹੈ। ਇੱਦਾਂ ਨਹੀਂ ਕਰਨਾ। ਮੈਂ ਪੜ੍ਹਾਈ ਇਸ ਕਰਕੇ ਨਹੀਂ ਕਰ ਰਿਹਾ ਕਿ ਮੈਂ ਪੇਪਰ ਦੇਣੇ ਨੇ, ਮੈਂ ਪੜ੍ਹਾਈ ਇਸ ਕਰਕੇ ਕਰਨੀ ਹੈ ਕਿਉਂਕਿ ਮੈਂ ਇਹਦੇ ਵਿੱਚੋਂ ਗਿਆਨ ਹਾਸਿਲ ਕਰਨਾ ਚਾਹੁੰਦਾ, ਕਿਉਂਕਿ ਇਹਦੇ ਵਿੱਚੋਂ ਮੈਂ ਸਿੱਖਣਾ ਚਾਹੁੰਦਾ, ਮੈਂ ਆਪਣੇ ਗਿਆਨ ਵਿੱਚ ਵਾਧਾ ਕਰਨਾ ਚਾਹੁੰਦਾ, ਮੈਂ ਨਵੀਆਂ ਗੱਲਾਂ ਦਾ ਪਤਾ ਕਰਨਾ ਚਾਹੁੰਦਾ, ਉਹਨਾਂ ਨੂੰ ਆਪਣੇ ਜੀਵਨ 'ਚ ਲਾਗੂ ਕਰਨਾ ਚਾਹੁੰਦਾ। ਜੇ ਮੇਰਾ ਗਿਆਨ ਵਧੇਗਾ, ਇਹ 'ਚ ਮੈਂ ਇੱਕ ਸਿਵਲਾਈਜ਼ਡ ਬੰਦਾ ਸ਼ਹਿਰੀ ਬਣਾਂਗਾ, ਮੈਂ ਇੱਕ ਸਿਆਣਾ ਮਨੁੱਖ ਬਣਾਂਗਾ, ਮੈਨੂੰ ਬੜੀ ਗੱਲਾਂ ਦਾ ਪਤਾ ਲੱਗੇਗਾ, ਮੈਂ ਆਪਣੀ ਸਿਹਤ ਵਧੀਆ ਰੱਖ ਸਕਾਂਗਾ, ਮੈਂ ਆਪਣੇ ਫਾਈਨੈਂਸਿਸ ਨੂੰ ਵਧੀਆ ਹੈਂਡਲ ਕਰ ਸਕਾਂਗਾ, ਮੈਂ ਆਪਣੇ ਆਲੇ ਦੁਆਲੇ ਨੂੰ ਵਧੀਆ ਰੱਖ ਸਕਾਂਗਾ। ਮੈਨੂੰ ਕਈ ਚੀਜ਼, ਮੈਨੂੰ ਕੁਦਰਤ ਬਾਰੇ, ਕਾਦਰ ਬਾਰੇ। ਹੈਲੋ, ਆਵਾਜ਼ ਆ ਰਹੀ ਹੈ ਮੇਰੀ ਜੀ? हाँ जी जी, आवाज नहीं आ रही जी। ਆਵਾਜ਼ ਆ ਰਹੀ ਹੈ ਬੇਟੇ? हाँ जी हो रही। स्क्रीन ਨੂੰ ਵੱਡਾ ਕਰ ਦਿਓ। ਓਕੇ, ਸੋ ਆ ਰਹੀ ਬੇਟੇ ਜੀ ਆਵਾਜ਼? हाँ जी जी, ਓਕੇ, ਸੋ ਬੱਚਿਓ ਇਹ ਸੀਗਾ ਫਾਸਟ ਟ੍ਰਿਪ। ਇੱਕ ਵਾਰ ਮੈਂ ਦੁਬਾਰਾ ਰਿਪੀਟ ਕਰ ਦਿੰਦਾ। ਐਫ ਫॉर ਫੇਥ, ਸਹਿਜ ਪਾਠ, ਅਕਾਲ ਪੁਰਖ ਤੇ ਗੁਰੂ ਤੇ ਦ੍ਰਿੜ ਭਰੋਸਾ, ਐਟੀਟਿਊਡ, ਨੋ ਕੰਪਲੇਂਟਸ, ਤੇ ਦੂਜੀ ਗੱਲ ਇਹ ਕਦੀ ਨਹੀਂ ਕਹਿਣਾ ਮੈਨੂੰ ਸਭ ਕੁਝ ਆਉਂਦਾ ਹੈ। ਆਈ, ਫਿਰ ਆ ਗਿਆ ਐਸ ਫॉर ਸ਼ੇਅਰ, ਕਦੀ ਕਿਸੇ ਨੂੰ ਦੱਸਣ ਲੱਗੇ ਝਗਣਾ ਨਹੀਂ ਹੈਗਾ, ਹਰ ਗੱਲ ਸ਼ੇਅਰ ਕਰਨੀ ਹੈ। ਟੀ, ਟਾਈਮ ਮੈਨੇਜਮੈਂਟ, ਚੀਜ਼ਾਂ ਸਾਂਭ ਕੇ ਰੱਖੋ ਆਪਣੀਆਂ, ਪਲੈਨਿੰਗ ਪਹਿਲਾਂ ਕਰੋ, ਤੇ ਦੂਜੀ ਗੱਲ ਬਾਰ-ਬਾਰ ਬਾਜ਼ਾਰ ਨਾ ਜਾਓ, ਲਿਸਟ ਬਣਾਓ ਤੇ ਫਿਰ ਇੱਕੋ ਵਾਰ ਜਾਓ, ਠੀਕ ਹੈ ਜੀ। ਰੈਗੂਲੈਰਿਟੀ, ਰੋਜ਼ ਰੂਟੀਨ ਦੇ ਨਾਲ ਪੜ੍ਹਾਈ ਕਰਨੀ ਹੈ, ਰੂਟੀਨ ਦੇ ਨਾਲ ਖੇਡਣਾ ਹੈ, ਰੂਟੀਨ ਦੇ ਨਾਲ ਸਿਹਤ ਬਣਾਉਣੀ ਹੈ, ਤੇ ਰੂਟੀਨ ਦੇ ਨਾਲ ਪੌਸ਼ਟਿਕ ਖਾਣਾ ਖਾਣਾ ਹੈ। ਫਿਰ ਆ ਗਿਆ ਬੱਚੋ ਇਨਕੁਇਜ਼ਿਟਿਵਨੈਸ, ਆਪਣੇ ਅੰਦਰ ਕੀ, ਕਿਉਂ ਤੇ ਕਿਵੇਂ ਦੇ ਕੀੜੇ ਪੈਦਾ ਕਰੋ, ਜਗਿਆਸਾ ਪੈਦਾ ਕਰੋ। ਤੇ ਅਗਲਾ ਆ ਗਿਆ ਪੈਸ਼ਨ, ਆਪਣੇ ਅੰਦਰ ਪੈਸ਼ਨ ਪੈਦਾ ਕਰੋ, ਜਜ਼ਬਾ ਪੈਦਾ ਕਰੋ। ਉਹਦਾ ਤਰੀਕਾ ਹੈ ਵੇ, ਮੰਮੀ ਡੈਡੀ ਜਦੋਂ ਵੀ ਕੋਈ ਕੰਮ ਕਹਿਣ, ਉਸ ਕੰਮ ਨੂੰ ਹੱਸ ਕੇ ਕਰਨਾ ਹੈ, ਬੁੜਬੁੜ ਕਰਕੇ ਨਹੀਂ ਕਰਨਾ, ਰੋਂ ਰੋਂ ਕਰਕੇ ਨਹੀਂ ਕਰਨਾ। ਸੋ ਐਸੀ ਪਿਆਰੇ ਵਿਦਿਆਰਥੀਓ, ਮੇਰਾ ਇੱਕ ਛੋਟਾ ਜਿਹਾ ਸੈਸ਼ਨ ਜਿਹੜਾ ਸਾਡੇ ਵਿੱਚ ਸਾਨੂੰ ਇਸ ਗੱਲ ਦੀ ਸਹਾਇਤਾ ਕਰੇਗਾ ਕਿ ਹਾਊ ਟੂ ਸਟੱਡੀ ਬੈਟਰ। ਇਹ ਗੁਣਾਂ ਨੂੰ ਅਪਣਾ ਕੇ ਅਸੀਂ ਪੜ੍ਹਾਈ ਬੈਟਰ ਕਰ ਸਕਦੇ ਹਾਂ। ਪੜ੍ਹਾਈ ਕਿਵੇਂ ਕਰੀਏ ਤੇ ਕੁਛ ਹੋਰ ਟੈਕਨੀਕ ਵੀ ਹੈਗੀਆਂ, ਉਹ ਅਸੀਂ ਫਿਰ ਕਦੀ ਨਵੇਂ ਸੈਸ਼ਨ 'ਚ ਕਰਾਂਗੇ। ਤੇ ਆਉਣ ਵਾਲੇ ਸਮੇਂ 'ਚ ਮੈਂ ਸ਼ਾਇਦ ਲੁਧਿਆਣੇ ਆਵਾਂਗਾ, ਤੇ ਫਿਰ ਮੈਂ ਕੋਸ਼ਿਸ਼ ਕਰਾਂਗਾ ਪੂਰੀ ਕਿ ਮਲਟੀਵਰਸਿਟੀ ਦਾ ਜਿਹੜਾ ਤੁਹਾਡਾ ਕੰਪਲੈਕਸ ਹੈ ਉੱਥੇ ਵਿਜ਼ਿਟ ਕਰੀਏ, ਤੇ ਬੱਚਿਆਂ ਦੇ ਨਾਲ ਆਮੋ ਸਾਹਮਣੇ ਹੋ ਕੇ ਮੈਂ ਉਹਨਾਂ ਨਾਲ ਕੁਝ ਜ਼ਰੂਰ ਗੱਲਾਂ ਕਰਾਂਗਾ। ਸੋ ਇੰਨੀਆਂ ਬੇਨਤੀ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੁਣ ਅਸੀਂ ਲੈ ਲਾਂਗੇ ਕੁਝ ਬੱਚਿਆਂ ਦੇ ਸਵਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਆਪ ਜੀ ਦਾ ਬਹੁਤ-ਬਹੁਤ ਧੰਨਵਾਦ ਜੀ, ਆਪ ਜੀ ਨੇ ਸਾਨੂੰ ਬੜੇ ਵਧੀਆ ਤਰੀਕੇ ਨਾਲ ਸਮਝਾਇਆ ਜੀ। ਹੁਣ ਅਗਰ ਕਿਸੇ ਦਾ ਕੋਈ ਸਵਾਲ ਹੈ ਤਾਂ ਜੀ ਉਹ ਹੈਂਡ ਰੇਜ਼ ਕਰ ਲਓ ਜੀ। वाहिगुरु जी का खालसा वाहिगुरु जी की फतेह। ਵਾਹਿਗੁਰੂ मेरी ਜੀ आवाज आ रही है? हाँ जी आ रही है बेटा जी, आवाज़ आ रही है। सब तो पहले आप जी का बहुत-बहुत धन्यवाद जी, आप जी ने सानू बहुत ਵਧੀਆ ਸਿੱਖਿਆ ਦਿੱਤੀ ਜੀ। ਮੇਰਾ ਕੁਐਸਚਨ ਸੀ ਕਿ ਜਗਿਆਸਾ ਕੀ ਹੁੰਦੀ ਹੈ? ਹਾਂ, ਜਗਿਆਸਾ ਹੁੰਦੀ ਹੈ ਬੱਚਿਓ ਇਹ ਕੁਝ ਜਾਣਨ ਦੀ ਚਾਹ, ਜਿਹੜੀ ਗੱਲ ਦੇ ਉਤਸੁਕਤਾ ਜਿਹਨੂੰ ਕਹਿ ਦਿੰਦੇ ਆ ਵੀ ਮੈਨੂੰ ਕਿਸੇ ਗੱਲ ਦੀ ਪਤਾ ਨਹੀਂ ਹੈਗਾ ਪਰ ਮੈਨੂੰ ਜਾਣਨ ਦੀ ਚਾਹ ਹੈਗੀ ਹੈ। ਜਿਵੇਂ ਮੈਂ ਤੁਹਾਨੂੰ ਉਦਾਹਰਨ ਦਿੱਤੀ, ਮੈਂ ਕਿਸੇ ਪਿੰਡ ਗਿਆ ਤੇ ਉੱਥੇ ਪਿੰਡ ਦਾ ਨਾਂ ਸੀਗਾ ਭਟਨੂਰਾ ਖੁਰਦ, ਤੇ ਨਾਲ ਹੀ ਇੱਕ ਪਿੰਡ ਸੀਗਾ ਭਟਨੂਰਾ ਕਲਾਂ। ਤੇ ਮੈਂ ਉਹਨਾਂ ਨੂੰ ਬੜੇ ਬੰਦਿਆਂ ਨੂੰ ਪੁੱਛਿਆ, ਉੱਥੇ ਰਹਿਣ ਵਾਲੇ ਬੰਦਿਆਂ ਨੂੰ ਪੁੱਛਿਆ ਕਿ ਇਹ ਭਾਜੀ ਇਹ ਭਟਨੂਰਾ ਖੁਰਦ ਕਿਉਂ ਹੈਗਾ ਤੇ ਭਟਨੂਰਾ ਕਲਾਂ ਕਿਉਂ ਹੈਗਾ? ਉਹ ਕਹਿੰਦੇ ਸਾਨੂੰ ਤਾਂ ਪਤਾ ਹੀ ਨਹੀਂ ਜੀ, ਬਸ ਪਿੰਡ ਦਾ ਨਾਂ ਹੈਗਾ। ਤੇ ਮੇਰੇ ਮਨ 'ਚ ਇਹ ਜਿਗਿਆਸਾ ਸੀਗੀ ਵੀ ਇਹ ਉਹ ਵੀ ਭਟਨੂਰਾ ਹੈ, ਇਹ ਵੀ ਭਟਨੂਰਾ ਹੈ, ਪਰ ਨਾਲ ਇੱਕ ਕਲਾਂ ਲੱਗਾ ਤੇ ਨਾਲ ਖੁਰਦ ਲੱਗਾ, ਇਹਦਾ ਜ਼ਰੂਰ ਕੋਈ ਮਤਲਬ ਹੋਏਗਾ। ਤੇ ਇਹ ਹੁਣ ਜਗਿਆਸਾ ਹੈ, ਮੈਂ ਉਹਨੂੰ ਜਾਣਨਾ ਚਾਹੁੰਦਾ। ਤੇ ਉਹ ਕਿਸੇ ਨੂੰ ਕੋਈ ਪਤਾ ਨਹੀਂ ਸੀਗਾ, ਤੇ ਫਿਰ ਮੈਂ ਭਾਈ ਕਾਹਨ ਸਿੰਘ ਨਾਭਾ ਦਾ ਰਚਿਆ ਹੋਇਆ ਮਹਾਨ ਕੋਸ਼ ਖੋਲ੍ਹਿਆ, ਤੇ ਉਹਦੇ ਵਿੱਚੋਂ ਮੈਨੂੰ ਪਤਾ ਲੱਗ ਗਿਆ ਕਿ ਖੁਰਦ ਦਾ ਮਤਲਬ ਹੁੰਦਾ ਛੋਟਾ ਤੇ ਕਲਾਂ ਦਾ ਮਤਲਬ ਹੁੰਦਾ ਵੱਡਾ। ਜਾਂ ਬੱਚਿਓ ਮੈਂ ਕਹਿੰਦਾ ਵੀ ਸਿਮ, ਇਹ ਫੋਨ ਦੇ ਵਿੱਚ ਸਿਮ ਕਾਰਡ ਪਿਆ, ਇਹ ਸਿਮ ਕੀ ਹੁੰਦਾ ਹੈ? ਸੋ ਮੈਂ ਡਿਕਸ਼ਨਰੀ ਖੋਲ ਕੇ ਦੇਖੀ ਕਿ ਸਿਮ ਕੋਈ ਵਰਡ ਨਹੀਂ ਹੈਗਾ, ਸਿਮ ਤੇ ਇੱਕ ਐਬਰੀਵੇਸ਼ਨ ਹੈਗੀ ਹੈ ਜਿਹਦਾ ਮਤਲਬ ਹੈ ਸਬਸਕ੍ਰਾਈਬਰ ਆਈਡੈਂਟੀਟੀ ਮੋਡਿਊਲ। ਸੋ ਇਹ ਹੋ ਗਿਆ ਬੱਚਿਓ ਜਗਿਆਸਾ ਦਾ ਉਦਾਹਰਣ ਮੈਂ ਤੁਹਾਨੂੰ ਦੋ ਦਿੱਤੇ ਨੇ। ਵੀ ਜਗਿਆਸਾ ਹੁੰਦਾ ਹੈ ਵੀ ਮੈਂ ਜੋ ਪੜ੍ਹ ਰਿਹਾ, ਜੋ ਮੈਂ ਦੇਖ ਰਿਹਾ, ਵੀ ਇਹਦੇ ਬਾਰੇ ਮੈਂ ਜਾਣਾ ਹੈ ਕੀ ਚੀਜ਼ ਹੈ। ਮੈਂ ਸਿਰਫ ਐਵੇਂ ਦੇਖ ਕੇ ਲੰਘ ਨਾ ਜਾਵਾਂ, ਕੁਝ ਮੈਂ ਸਾਈਨ ਬੋਰਡ ਪੜ੍ਹਦਾ, ਕਿਤੇ ਕੋਈ ਲਿਖੀ ਗੱਲ ਪੜ੍ਹਦਾ, ਤੇ ਮੈਂ ਆਪਣੇ ਨੂੰ ਪੁੱਛਾਂ ਵੀ ਇਹਦਾ ਕੀ ਮਤਲਬ ਹੈਗਾ, ਇਹ ਕੀ ਚੀਜ਼ ਹੈ, ਇਹ ਕਿਉਂ ਹੈ, ਇਹ ਕਿਵੇਂ ਹੈ, ਇਹਨੂੰ ਕਹਿੰਦੇ ਨੇ ਜਗਿਆਸਾ। ਜੀ ਇੱਕ ਸਾਡਾ YouTube ਚੈਨਲ ਦਾ ਨੇਮ ਕੀ ਹੈ? YouTube ਦਾ ਬੇਟੇ ਤੁਸੀਂ YouTube ਤੇ ਪਾਓ ਕੈਪਟਨ ਯਸ਼ਪਾਲ ਸਿੰਘ। ਥੈਂਕ ਯੂ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੇ ਚੈਨਲ ਦਾ ਨਾਮ ਹੈ ਚਟਸਾਲ, CHATSAAL। ਇਹ ਮੈਂ ਲਿੰਕ ਕਿੱਥੇ ਪਾ ਸਕਦਾ? ਇਦਾਂ ਮੈਨੂੰ ਪਾਣਾ ਨਹੀਂ ਆਉਂਦਾ ਇੱਥੇ। ਜਸਪ੍ਰੀਤ ਜੀ ਤੁਸੀਂ
ਬੱਚਿਆਂ ਨੂੰ ਦੱਸ ਦੋਗੇ ਲਿੰਕ? ਹਾਂਜੀ ਵਾਹਿਗੁਰੂ, ਆਪ ਸਭ ਨੂੰ ਲਿੰਕ ਜਿਹੜਾ ਗੁਰਮਤ ਸਮਰ ਕੈਂਪ ਦੇ ਵਿੱਚ ਪਾ ਦਿੱਤਾ ਜਾਏਗਾ ਜੀ। ਠੀਕ ਹੈ, ਉਹਨਾਂ ਨੂੰ ਭੇਜ ਦੇਣਾ ਬੱਚਿਆਂ ਨੂੰ। ਤੁਹਾਡੇ ਕੋਲ ਹੈਗਾ ਚੈਨਲ ਦਾ ਲਿੰਕ ਜਾਂ ਮੈਂ ਭੇਜ ਦੇਵਾਂ ਤੁਹਾਨੂੰ ਫੋਨ ਤੇ? ਨਹੀਂ ਜੀ, ਆਪ ਜੀ ਜਸਪ੍ਰੀਤ ਜੀ ਨੂੰ ਸੈਂਡ ਕਰ ਦੇਣਾ ਜੀ। ਠੀਕ ਹੈ, ਮੈਂ ਕਰ ਦਾਂਗਾ ਜੀ। ਠੀਕ ਹੈ ਜੀ, ਹੋਰ ਦੱਸੋ ਜੀ, ਹੋਰ ਕਿਸੇ ਦਾ ਕੋਈ ਸਵਾਲ ਹੋਵੇ ਤੇ? ਮੈਕਪ੍ਰੀਤ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। Sir, I have two questions. How could I make interesting boring subjects, and also how could I make my listening skills better? Say again, please. Could you repeat? Could you please repeat? Yes, sir. So, how could I make interest in more listening subjects, or you can say boring subjects? Okay. How to make listening to boring subjects more interesting? More interesting. Yes, sir. ਬੱਚਿਓ, ਇਹ ਤੇ ਇਹਦਾ ਤਰੀਕਾ ਪਤਾ ਕੀ ਬੇਟੇ, ਇਹ ਤੇ ਨਾ ਪਤਾ ਕੀ ਹੈ, ਇੱਕ ਤੇ ਤਰੀਕਾ ਹੈਗਾ ਕਿ ਪਹਿਲੇ ਤੇ ਦੇਖੋ ਕਿ ਜਿਹੜੇ ਉਹ ਚ ਵਰਡਸ ਆ ਰਹੇ ਨਾ, ਵਰਡਸ ਤੁਹਾਨੂੰ ਉਹਨਾਂ ਦੇ ਮੀਨਿੰਗ ਪਤਾ ਨੇ ਜਾਂ ਨਹੀਂ ਪਤਾ। ਜ਼ਿਆਦਾਤਰ ਜਦੋਂ ਅਸੀਂ ਬੱਚੇ ਕੋਈ ਸਬਜੈਕਟ ਪੜ੍ਹਦੇ ਹਾਂ ਤੇ ਉਹਦੇ ਵਿੱਚ ਕੋਈ ਵਰਡ ਪਿੱਛੋਂ ਨੋਇਜ਼ ਆ ਰਿਹਾ ਬੜਾ, ਇਹ ਸ਼ੋਰ ਬੜਾ ਆ ਰਿਹਾ ਬੱਚੇ। ਅੱਛਾ, ਤੇ ਹੁਣ ਆਵਾਜ਼ ਆ ਰਹੀ ਮੇਰੀ ਬੇਟੇ? ਹਾਂਜੀ ਹਾਂਜੀ, ਕਲੀਅਰ ਹੈ ਜੀ। ਓਕੇ, ਮੈਂ ਕਹਿਣਾ ਚਾਹੁੰਦਾ ਸੀਗਾ ਬੱਚਿਓ, ਆਮ ਤੌਰ ਤੇ ਕੋਈ ਸਬਜੈਕਟ ਸਾਨੂੰ ਬੋਰਿੰਗ ਤਾਂ ਲੱਗਦਾ ਹੈ ਜਦੋਂ ਅਸੀਂ ਕੋਈ ਸੈਂਟੈਂਸ ਜਾਂ ਪੈਰਾਗ੍ਰਾਫ ਪੜ੍ਹਦੇ ਹਾਂ ਨਾ, ਤੇ ਉਹਦੇ ਵਿੱਚ ਕੁਝ ਸ਼ਬਦ ਐਸੇ ਆਉਂਦੇ ਨੇ ਜਿਨ੍ਹਾਂ ਦੇ ਮਤਲਬ ਸਟੂਡੈਂਟਸ ਨੂੰ ਪਤਾ ਨਹੀਂ ਹੁੰਦੇ, ਤੇ ਉਹ ਹਮੇਸ਼ਾ ਉਸ ਸ਼ਬਦ ਦੇ ਮੀਨਿੰਗ ਜਾਣਨ ਲਈ ਆਲਸ ਕਰਦੇ ਨੇ, ਕਿਉਂਕਿ ਡਿਕਸ਼ਨਰੀ ਖੋਲ੍ਹਣਾ ਲੱਭਣਾ ਇਹ ਕੰਮ ਥੋੜ੍ਹਾ ਬੱਚਿਆਂ ਨੂੰ ਕਈ ਵਾਰ ਬੋਰਿੰਗ ਜਿਹਾ ਲੱਗਦਾ ਹੈ। ਇਹ ਚੀਜ਼ ਮੈਂ ਆਪਣੀ ਘਰ ਬੱਚਿਆਂ 'ਚ, ਭਤੀਜੀਆਂ 'ਚ ਮੈਂ ਦੇਖੀ ਹੈ। ਸੋ ਉਹ ਜਿਹੜੇ ਪੜ੍ਹਦੇ ਨੇ ਉਹ ਵਿੱਚ ਕਈ ਸਾਰੇ 4-5 ਸ਼ਬਦ ਐਸੇ ਆਉਂਦੇ ਨੇ ਜਿਹਨਾਂ ਮਤਲਬ ਨਹੀਂ ਪਤਾ ਹੁੰਦਾ, ਉਹਨੂੰ ਮੀਨਿੰਗ ਜਾਣੇ ਬਿਨਾਂ ਹੀ ਉਹਨਾਂ ਨੂੰ ਪੜ੍ਹੀ ਜਾਂਦੇ। ਅਤੇ ਇਸ ਕਰਕੇ ਬੱਚਿਓ, ਤੁਸੀਂ ਇੱਕ ਨੋਟਬੁੱਕ ਰੱਖੋ, ਅਤੇ ਜਦੋਂ ਵੀ ਤੁਹਾਨੂੰ ਕੋਈ ਨਵਾਂ ਸ਼ਬਦ ਆਵੇ ਤੇ ਉਹ ਦੇਖ ਕੇ ਡਿਕਸ਼ਨਰੀ 'ਚ ਉਹਦਾ ਮਤਲਬ ਜਿਹੜਾ ਹੈ ਨੋਟ ਕਰ ਲਿਆ ਕਰੋ। ਅਤੇ ਫਿਰ ਉਹ ਕਈ ਵਾਰ ਇੱਕ ਸ਼ਬਦ ਦੇ ਮਲਟੀਪਲ ਮੀਨਿੰਗਸ ਹੁੰਦੇ ਨੇ, ਅਤੇ ਤੁਹਾਨੂੰ ਫਿਰ ਇਹ ਵੀ ਦੇਖਣਾ ਪਏਗਾ ਕਿ ਉਸ ਸੈਂਟੈਂਸ ਵਿੱਚ ਕਿਹੜਾ ਮੀਨਿੰਗ ਸੈੱਟ ਬੈਠਦਾ ਹੈ। ਸੋ ਇਹ ਜਿਹੜਾ ਸ਼ੁਰੂ ਵਿੱਚ ਇਹਦੇ ਲਈ ਮਿਹਨਤ ਕਰਨੀ ਪੈਂਦੀ ਹੈ, ਪਰ ਜਿਵੇਂ ਤੁਹਾਡਾ ਵਰਡ ਜਿਹੜੀ ਪਾਵਰ ਹੈ ਗਰੋ ਕਰਦੀ ਜਾਂਦੀ ਹੈ, ਸ਼ਬਦਾਂ ਦਾ ਭੰਡਾਰ ਵੱਧਦਾ ਜਾਂਦਾ ਹੈ, ਫਿਰ ਤੁਹਾਨੂੰ ਕੰਮ ਸੌਖਾ ਲੱਗਣਾ ਸ਼ੁਰੂ ਹੋ ਜਾਂਦਾ ਹੈ। ਸੋ ਪਹਿਲੇ ਤਾਂ ਤੁਹਾਨੂੰ ਮਨ ਮਾਰਨਾ ਪਏਗਾ ਥੋੜ੍ਹਾ, ਵੀ ਆਪਣੇ ਨੂੰ ਕਹਿਣਾ ਕਿ ਵੈਦਰ ਆਈ ਲਾਈਕ ਇਟ ਔਰ ਨਾਟ, ਆਈ ਵਿਲ ਲਿਸਨ ਟੂ ਇਟ, ਆਈ ਵਿਲ ਰੀਡ ਇਟ। ਅਤੇ ਦੂਜੀ ਗੱਲ ਹੈਗੀ ਹੈ, ਜਦੋਂ ਉਹ ਜਿਹੜੇ ਵਰਡ ਆ ਰਹੇ ਨੇ ਉਹਨਾਂ ਦੇ ਮੀਨਿੰਗ ਜ਼ਰੂਰ ਜਾਣਨ ਦੀ ਕੋਸ਼ਿਸ਼ ਕਰੋ। ਦਿਸ ਇਜ਼ ਵੈਰੀ ਇੰਪੋਰਟੈਂਟ, ਔਰ ਇਹ ਬਹੁਤ ਸਾਰੇ ਬੱਚੇ ਇਸ ਤਰ੍ਹਾਂ ਨਹੀਂ ਕਰਦੇ। ਠੀਕ ਹੈ ਜੀ, ਇਹ ਤਰੀਕਾ ਹੈ ਇੱਕ ਤੇ। ਹੋਰ ਦੱਸੋ ਜੀ। 12281 जी, अगर आप जी का कोई क्वेश्चन है तो। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਰ, ਮੇਰਾ ਨਾ ਕੁਐਸਚਨ ਹੈਗਾ ਕਿ ਮਤਲਬ ਕਿ ਮੋਸਟਲੀ ਬੱਚਿਆਂ ਦਾ ਹੁੰਦਾ ਕਿ ਪੇਪਰ ਪੜ੍ਹ ਕੇ ਵੀ ਉਹਨਾਂ ਨੂੰ ਹੁੰਦਾ ਕਿ ਜਾਂ ਫਿਰ ਉਹਨਾਂ ਨੂੰ ਹੋ ਜਾਂਦਾ ਕਿ ਉਹਨਾਂ ਨੂੰ ਜ਼ਿਆਦਾ ਆ ਗਿਆ। ਮੈਂ ਪੇਪਰ ਹੀ ਪੂਰਾ ਈਅਰ ਹੀ ਮੈਂ ਥੋੜ੍ਹੀ ਜਿਹੀ ਸਟੱਡੀ ਕਰਦੀ ਹਾਂ, ਪਰ ਪੇਪਰ ਤੋਂ ਪਹਿਲਾਂ ਵੀ ਮੈਂ ਸਟੱਡੀ ਕਰਦੀ ਹਾਂ। ਮਤਲਬ ਕਿ ਇੱਕ ਵਾਰ ਸਿਲੇਬਸ ਮੇਰਾ ਈਜ਼ੀਲੀ ਹੋ ਜਾਂਦਾ ਕਿ ਮੈਨੂੰ ਹੁੰਦਾ ਕਿ ਹਾਲੇ ਤਾਂ ਜਦੋਂ ਪੇਪਰ ਨਹੀਂ ਆਉਂਦਾ, ਮੈਂ ਤੀਜੀ ਵਾਰ ਪੇਪਰ ਤੋਂ ਪਹਿਲਾਂ ਵੀ ਦੇਖ ਕੇ ਜਾਂਦੀ ਹਾਂ ਕਿ ਮੈਨੂੰ ਕੌਨਫੀਡੈਂਸ ਮੇਰੇ ਅੰਦਰ ਹੁੰਦਾ ਹੀ ਨਹੀਂ ਕਿ ਮੈਨੂੰ ਪੇਪਰ ਆ ਗਿਆ, ਕਿ ਮੈਨੂੰ ਮੇਰੀ ਰਿਵੀਜ਼ਨ ਸਾਰੀ ਹੋ ਗਈ ਹੈ, ਕਿ ਹੋ ਚੁੱਕੀ ਹੁੰਦੀ ਸਾਰੀ। ਬੇਟੇ ਤੁਹਾਡੀ ਆਵਾਜ਼ ਇਕੋ ਕਰ ਰਹੀ ਹੈ, ਥੋੜਾ ਦੁਬਾਰਾ ਬੋਲੋਗੇ ਪਲੀਜ਼? ਹੌਲੀ ਇੱਕ ਵਾਰ ਦੁਬਾਰਾ ਬੋਲੋ। ਹਾਂ ਬੇਟਾ ਜੀ ਬੋਲੋ, ਬਹੁਤ ਵਧੀਆ, ਤੁਸੀਂ ਗੱਲ ਕਰ ਰਹੇ ਸੀਗੇ। ਹਾਂਜੀ, 12281 EPP ਨੰਬਰ 12281, 12281 ਬੋਲੋ ਜੀ। ਹਾਂਜੀ ਸਰ, ਮੈਂ ਕਹਿਣਾ ਸੀ ਕਿ ਮਤਲਬ ਕਿ ਤੁਸੀਂ ਕਿਹਾ ਕਿ ਮਤਲਬ ਕਿ ਰੈਗੂਲਰਿਟੀ, ਮੇਰੀ ਸਟੱਡੀ ਵਿੱਚ ਪੂਰੀ ਰੈਗੂਲਰਿਟੀ ਹੁੰਦੀ ਕਿ ਮਤਲਬ ਕਿ ਮੈਂ ਸਿਲੇਬਸ ਪੇਪਰਾਂ ਤੋਂ ਪਹਿਲਾਂ ਵੀ 2-3 ਵਾਰ ਰਿਵੀਜ਼ਨ ਮੈਂ ਕਰ ਚੁੱਕੀ ਹੁੰਦੀ ਹਾਂ, ਤੇ ਪੇਪਰ ਵਾਲੇ ਦਿਨ ਵੀ ਮੇਰੀ ਇੱਕ ਵਾਰ ਤੇ ਬੜੀ ਸੈਟਿਸਫਾਈਂਗ ਨਾਲ ਹੋ ਜਾਂਦੀ ਆ। ਤੇ ਪੇਪਰ ਤੋਂ ਪਹਿਲਾਂ ਵੀ ਮੈਨੂੰ ਹੁੰਦਾ ਕਿ ਹਾਲੇ ਮੈਨੂੰ ਨਹੀਂ ਆਉਂਦਾ, ਮੈਨੂੰ ਹੋਰ ਪੜ੍ਹਨਾ। ਮਤਲਬ ਕਿ ਪੇਪਰ ਵਾਲੇ ਦਿਨ ਵੀ ਮੈਂ 2-3 ਵਾਰ ਪੜ੍ਹ ਕੇ ਜਾਂਦੀ ਹਾਂ, ਤਾਂ ਵੀ ਉਹੋ ਜਿਹਾ ਕੌਨਫੀਡੈਂਸ ਨਹੀਂ ਆਉਂਦਾ ਕਿ ਮੇਰੇ ਬੱਚਿਆਂ ਨੇ ਇੱਕੋ ਵਾਰ ਪੜ੍ਹ ਕੇ ਆ ਜਾਂਦਾ। ਅੱਛਾ, ਓਕੇ ਬੱਚਿਓ, ਇਹ ਬੇਟੇ ਸਾਈਕੋਲੋਜੀਕਲ ਹੈ, ਪਰ ਇਹ ਤੋਂ ਅੱਛਾ ਇਹ ਗੱਲ ਦੱਸੋ, ਜਿਹੜਾ ਤੁਸੀਂ ਇਹ ਤਿਆਰੀ ਕਰਦੇ ਹੋ, ਇਹ ਓਰਲੀ ਕਰਦੇ ਹੋ ਜਾਂ ਲਿਖ ਕੇ ਕਰਦੇ ਹੋ?
ਜੇ ਤੁਸੀਂ ਮੇਰਾ ਕਹਿਣਾ ਮੰਨੋ, रिटन सर। ਰਿਟਨ ਕਰਦੇ ਹੋ ਰਿਟਨ? हाँ जी, सारी कॉपीज में मतलब कि मैथ्स हो गई, केमिस्ट्री, फिजिक्स सारा मतलब कि जो पढ़ती हैं एक बार स्कूल जो करवाया ਉਹਨੂੰ ਆ ਕੇ ਰਿਵੀਜ਼ਨ ਕਰ ਲੈਣੀ, ਉਹਦੀ ਬੁੱਕ ਤੋਂ ਵੀ ਰਿਵੀਜ਼ਨ ਕਰ ਵੈਰੀ ਲੈਣੀ। ਗੁੱਡ। ਫਿਰ ਤੇ ਬੇਟੇ ਫਿਰ ਪਤਾ ਆ ਕੀ ਹੈ, ਕੇ ਫਿਰ ਤੁਹਾਡੇ ਮਨ 'ਚ ਡਰ ਬੈਠਾ ਹੋਇਆ ਹੈ ਤੇ ਤੁਸੀਂ ਨਾ ਫਿਰ ਇੱਕ ਕੰਮ ਕਰੋ, ਇਹ ਤੁਸੀਂ ਕਦੀ ਮੌਕ ਟੈਸਟ ਦਾ ਟਰਾਈ ਕੀਤਾ? ਮੌਕ ਟੈਸਟ ਹੁੰਦੇ ਨੇ ਜਿੱਦਾਂ, ਮੌਕ ਟੈਸਟ ਸਮਝਦੇ ਹੋ? ਮੌਕ ਟੈਸਟ ਹੁੰਦਾ ਵੀ ਜਿੱਦਾਂ ਤੁਸੀਂ ਘਰ ਆਪਣੇ ਆਪ ਨੂੰ ਇਮਤਿਹਾਨ 'ਚ ਬਿਠਾ ਲਓ, ਮਤਲਬ ਕਿ ਕੋਲ ਤੁਸੀਂ ਉਹ ਰੱਖ ਲਵੋ। ਅੱਜ ਕੱਲ੍ਹ ਤੁਹਾਨੂੰ ਨੈਟ ਤੇ ਵੀ ਮਿਲ ਜਾਣਗੇ ਜਾਂ ਤੁਹਾਡੀ ਕਿਤਾਬਾਂ 'ਚ ਵੀ ਜਾਂ ਬਾਜ਼ਾਰ ਤੋਂ ਮਿਲ ਜਾਂਦੇ ਨੇ ਸੈਂਪਲ ਪੇਪਰ, ਕੁਐਸਚਨ ਪੇਪਰ ਮਿਲ ਜਾਂਦੇ ਨੇ, ਠੀਕ ਹੈ? ਤੇ ਤੁਸੀਂ ਕੋਸ਼ਿਸ਼ ਕਰੋ ਕਦੀ ਬੈਠ ਕੇ ਜਦੋਂ ਛੁੱਟੀ ਵਾਲੇ ਦਿਨ ਘੜੀ ਰੱਖ ਲਓ ਤੇ ਮੰਨੋ ਕਿ ਇਹ ਜਿਹੜਾ 2-2.5 ਘੰਟੇ ਦਾ ਪੇਪਰ ਹੁੰਦਾ, ਜਿੰਨਾ ਵੀ ਤੁਹਾਡਾ ਸਿਸਟਮ ਬਣਿਆ ਹੋਇਆ, ਤੇ ਤੁਸੀਂ ਕਹੋ ਕਿ ਵੀ ਇਹ ਸਾਰੀ ਤਿਆਰੀ ਕਰਕੇ ਮੰਮੀ ਡੈਡੀ ਘਰ ਕਹਿ ਦਿਓ ਕਿ ਮੰਮੀ ਮੈਂ ਆਪਣਾ ਮੌਕ ਟੈਸਟ ਦੇ ਰਹੀ ਹਾਂ, ਵੀ 2 ਘੰਟੇ ਲਈ ਮੈਨੂੰ ਡਿਸਟਰਬ ਨਾ ਕਰਿਓ ਤੇ ਮੈਂ ਇਹ ਪੇਪਰ ਕਰਨਾ ਹੈ। ਤੇ ਉਹਦੀ ਚੈਕਿੰਗ ਵੀ ਆਪਣੇ ਆਪ ਕਰੋ ਤੇ ਟਾਈਮ ਰੱਖੋ ਤੇ ਓਨੈਸਟਲੀ ਦੇਖੋ ਵੀ ਤੁਸੀਂ ਵਿਦਆਊਟ ਟੈਨਸ਼ਨ ਤੁਸੀਂ ਉਹ ਕਿੰਨੀ ਦੇਰ 'ਚ ਕਰਦੇ ਹੋ। ਜਦੋਂ ਅਸੀਂ ਐਕਚੁਅਲ ਪੇਪਰ ਦਿੰਦੇ ਹਾਂ ਬੱਚਿਓ, ਸਾਡੇ ਦਿਮਾਗ 'ਚ ਨਾ ਟੈਨਸ਼ਨ ਹੁੰਦਾ ਹੈ, ਪਰ ਜਦੋਂ ਤੁਸੀਂ ਘਰ ਮੌਕ ਟੈਸਟ ਕਰੋਗੇ ਤੁਹਾਨੂੰ ਟੈਨਸ਼ਨ ਘੱਟ ਹੋਏਗੀ। ਤੁਹਾਨੂੰ ਪਤਾ ਹੈ ਕਿ ਇਹ ਮੌਕ ਟੈਸਟ ਹੈਗਾ, ਪਰ ਉਹਦੇ ਨਾਲ ਤੁਹਾਨੂੰ ਕੌਨਫੀਡੈਂਸ ਬਿਲਡਿੰਗ ਦੇ ਵਿੱਚ ਬਹੁਤ ਜ਼ਿਆਦਾ ਮਦਦ ਮਿਲੇਗੀ। ਕੀ ਤੁਸੀਂ ਇਸ ਤਰ੍ਹਾਂ ਪਹਿਲੇ ਟਰਾਈ ਕੀਤਾ ਕਦੀ? सर ये मेरे इवन के मेरे एग्जाम से भी हाईएस्ट मार्क्स आते सारे सब्जेक्ट से भी फ्री, मतलब कि मैं मतलब कि संडे जो पढ़े होंगे मैं अपना आप से टेस्ट नहीं दिंदा तां भी मतलब कि कॉन्फिडेंस मेरे अंदर आ ही नहीं पांदा। ਓਹੋ ਵੈਰੀ ਗੁੱਡ ਬੇਟੇ। ਫਿਰ ਤੇ ਪਤਾ ਕੀ ਹੈ, ਫਿਰ ਤੇ ਤੁਸੀਂ ਐਵੇਂ ਹੀ ਘਬਰਾ ਰਹੇ ਹੋ। ਜੇ ਤੁਸੀਂ ਸਭ ਤੋਂ ਵੱਧ ਨੰਬਰ ਆਉਂਦੇ ਨੇ ਤੇ ਅੱਛੀ ਗੱਲ ਹੈ ਬੇਟੇ। ਚਲੋ ਤੁਸੀਂ ਇਦਾਂ ਕਰਿਆ ਕਰੋ, ਥੋੜਾ ਵਾਹਿਗੁਰੂ ਅੱਗੇ ਅਰਦਾਸ ਕਰਿਆ ਕਰੋ, ਠੀਕ ਹੈ ਬੱਚੇ? ਉਹਨਾਂ ਥੋੜਾ ਮਨ ਨੂੰ ਹੌਸਲਾ ਮਿਲੇਗਾ। ਬਾਕੀ ਘਬਰਾਉਣ ਦੀ ਕੋਈ ਗੱਲ ਨਹੀਂ। ਤੁਸੀਂ ਕਿੱਥੇ ਲੁਧਿਆਣੇ ਰਹਿੰਦੇ ਹੋ? ਮਲਟੀਵਰਸਿਟੀ ਪੜ੍ਹਦੇ ਹੋ? नो सर, अमृतसर। ਅੰਮ੍ਰਿਤਸਰ, ਅੱਛਾ। ਨਹੀਂ ਬੇਟੇ ਤੁਸੀਂ ਨਾ ਦੇਖੋ ਬਿਲਕੁਲ ਵੀ ਘਬਰਾਉਣਾ ਨਹੀਂ। ਜੇ ਤੁਸੀਂ ਆਲਰੇਡੀ ਇੰਨਾ ਵਧੀਆ ਪਰਫਾਰਮ ਕਰ ਰਹੇ ਹੋ ਤੇ ਫਿਰ ਤੁਸੀਂ ਆਪਣੇ ਦਿਮਾਗ ਤੇ ਇਹੋ ਜਿਹਾ ਬੋਝ ਪਲੀਜ਼ ਨਾ ਰੱਖੋ। ਤੁਸੀਂ ਮੌਕ ਟੈਸਟ ਦੀ ਪ੍ਰੈਕਟਿਸ ਕਰੋ ਤੇ ਇੱਕ ਅੱਧੀ ਵਾਰ ਹੋਰ ਪ੍ਰੈਕਟਿਸ ਕਰ ਲਓ, ਕੋਈ ਗੱਲ ਨਹੀਂ, ਉਹਨਾਂ ਕੌਨਫੀਡੈਂਸ ਆ ਜਾਏਗਾ। ਪਰ ਜ਼ਿਆਦਾ ਨਾ ਸੋਚੋ ਇਸ ਤਰ੍ਹਾਂ, ਪਤਾ ਕੀ ਹੈ, ਇਹ ਫਿਰ ਇਸ ਤਰ੍ਹਾਂ ਜ਼ਿਆਦਾ ਸੋਚਣਾ ਵੀ ਬੱਚਿਓ ਠੀਕ ਨਹੀਂ ਹੈਗਾ। ਇਟ ਕੈਨ ਬੀ ਕਾਊਂਟਰ ਪ੍ਰੋਡਕਟਿਵ। ਤੁਸੀਂ ਆਲਰੇਡੀ ਜੇ ਇੰਨਾ ਵਧੀਆ ਪਰਫਾਰਮ ਕਰ ਰਹੇ ਹੋ ਤੇ ਤੁਹਾਨੂੰ ਰਿਲੈਕਸ ਹੋ ਕੇ ਚੱਲਣਾ ਚਾਹੀਦਾ। ਸੋ ਇਹਦਾ ਤਰੀਕਾ ਤੇ ਮੈਂ ਕੀ ਕਹਾਂ, ਤੁਸੀਂ ਪੇਪਰਾਂ ਤੋਂ ਪਹਿਲੇ ਇੱਕ ਰਾਤ ਪਹਿਲੇ ਨੀਂਦ ਪੂਰੀ ਲੈ ਕੇ ਸੌਂਦੇ ਹੋ? मतलब कि ज्यादा नहीं, 2-3 घंटे का टाइम मिल जाए। ਨਹੀਂ ਬੇਟੇ ਪਤਾ ਕੀ ਹੈ, ਦੇਖੋ ਜਿਹੜੀ ਪੇਪਰ ਤੋਂ ਪਹਿਲੇ ਵਾਲੀ ਰਾਤ ਹੁੰਦੀ ਹੈ ਨਾ, ਉਦੋਂ ਨੀਂਦ ਤੁਹਾਨੂੰ ਪੂਰੀ ਲੈਣੀ ਚਾਹੀਦੀ ਹੈ, ਠੀਕ ਹੈ? ਉਹ ਕਿਉਂ? ਕਿਉਂਕਿ ਜੇ ਤੁਸੀਂ ਨੀਂਦ ਪੂਰੀ ਨਾ ਲੈ ਕੇ ਉੱਠੋਗੇ, ਤੁਹਾਨੂੰ ਲੱਗਿਆ ਕਿ ਮੈਂ ਉੱਠ ਗਈ ਹਾਂ, ਮੈਂ ਠੀਕ ਠਾਕ ਹੈਗੀ ਹਾਂ, ਪਰ ਤੁਹਾਡੀ ਬਾਡੀ ਨੂੰ ਪਤਾ ਹੁੰਦਾ ਕਿ ਤੁਸੀਂ 2 ਘੰਟੇ 3 ਘੰਟੇ ਨੀਂਦ ਘੱਟ ਲਈਏ ਤੇ ਤੁਹਾਡਾ ਮਾਈਂਡ ਜਿਹੜਾ ਬੱਚਿਓ ਉਹ ਫਿਰ ਨਾ ਪੂਰੀ ਪੀਕ ਐਫੀਸ਼ੀਐਂਸੀ ਤੇ ਕੰਮ ਨਹੀਂ ਕਰੇਗਾ, ਤੁਹਾਡੀ ਜਜਮੈਂਟ ਬਲਰ ਹੋ ਸਕਦੀ ਹੈ। ਸੋ ਇਸ ਕਰਕੇ ਜਦੋਂ ਖੁੱਲਾ ਟਾਈਮ ਹੈਗਾ, ਜਦੋਂ ਪੇਪਰ ਨਹੀਂ ਚੱਲਦੇ ਪਏ, ਜਦੋਂ ਸਮਾਂ ਖੁੱਲਾ ਹੈਗਾ, ਉਦੋਂ ਤੁਸੀਂ ਜ਼ਿਆਦਾ ਜ਼ੋਰ ਲਾਓ ਤੇ ਜਿਹੜੇ ਪੇਪਰ ਇੱਕਦਮ ਸਿਰੇ ਤੇ ਆ ਜਾਣ ਉਦੋਂ ਜ਼ੋਰ ਤੁਹਾਡਾ ਘੱਟ ਲੱਗਣਾ ਚਾਹੀਦਾ। ਇਹ ਗੱਲ ਦਾ ਖਿਆਲ ਰੱਖਣਾ। ਆਮ ਤੌਰ ਤੇ ਸਾਰੇ ਬੱਚੇ ਉਲਟਾ ਕਰਦੇ ਨੇ, ਜਦੋਂ ਖੁੱਲਾ ਟਾਈਮ ਹੁੰਦਾ ਤਦ ਬਿਲਕੁਲ ਜ਼ੋਰ ਨਹੀਂ ਲਾਉਂਦੇ ਤੇ ਪੇਪਰ ਦੇ ਨੇੜੇ ਆ ਕੇ ਜ਼ਿਆਦਾ ਜ਼ੋਰ ਲਾਉਂਦੇ ਨੇ। ਉਦੋਂ ਉਹ ਬੱਚੇ ਉਹ ਜ਼ਿਆਦਾ ਬੇਚੈਨ ਹੋ ਜਾਂਦੇ ਨੇ, ਜ਼ਿਆਦਾ ਘਬਰਾ ਜਾਂਦੇ ਨੇ। ਸੋ ਮੇਰੀ ਗੱਲ ਨੂੰ ਬੱਚੇ ਧਿਆਨ ਰੱਖਿਓ, ਇਹ ਉਲਟਾ ਹੈ। ਪੇਪਰ ਦੇ ਨੇੜੇ ਆ ਕੇ ਕੋਈ ਜ਼ਿਆਦਾ ਜ਼ੋਰ ਨਹੀਂ ਲਾਣਾ, ਜਦੋਂ ਸਮਾਂ ਖੁੱਲ੍ਹਾ ਹੈ ਉਦੋਂ ਪੂਰਾ ਡਟ ਕੇ ਜ਼ੋਰ ਲਾਣਾ ਹੈ ਤੇ ਪੇਪਰ ਤੋਂ ਪਹਿਲੇ ਰਿਲੈਕਸ ਹੋ ਕੇ ਪੂਰੀ ਨੀਂਦ ਲੈ ਕੇ ਜਾਣਾ ਹੈ। ਇਸ ਗੱਲ ਦਾ ਖਿਆਲ ਰੱਖਣਾ, ਠੀਕ ਹੈ? हाँ जी सर। ਹਾਂ ਤੁਸੀਂ ਐਤਕੀ ਹੈ ਪ੍ਰੈਕਟਿਸ, ਐਤਕੀ ਹੈ ਇਹਨੂੰ ਐਕਸਪੈਰੀਮੈਂਟ ਕਰਕੇ ਦੇਖੋ ਜ਼ਰੂਰ, ਠੀਕ ਹੈ? ਮਨੇ ਪੇਪਰਾਂ ਦੇ ਨੇੜੇ ਸਧਾਰਨ ਜ਼ੋਰ ਲਾਣਾ ਹੈ, ਨਾਰਮਲ ਜ਼ੋਰ ਲਾਣਾ ਹੈ, ਰੂਟੀਨ ਵਾਲਾ। ਪਰ ਪੇਪਰਾਂ ਤੋਂ ਪਹਿਲੇ ਜਦੋਂ ਖੁੱਲਾ ਟਾਈਮ ਹੈਗਾ, ਜਦੋਂ ਪੇਪਰ ਨੇੜੇ ਨਹੀਂ ਹੈਗੇ, ਤਦ ਜ਼ਿਆਦਾ ਜ਼ੋਰ ਲਾਣਾ ਹੈ। ਸੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਨੂੰ ਵੀ ਸਰ ਏਦਾਂ ਫੀਲ ਹੁੰਦਾ ਨਾ ਵੀ ਜਦੋਂ ਪੇਪਰ ਤੋਂ ਪਹਿਲਾਂ ਵੀ ਕੌਨਫੀਡੈਂਸ ਲੋ ਹੁੰਦਾ, ਉਹ ਕਈ ਵਾਰ ਏਦਾਂ ਹੋਣ ਲੱਗ ਜਾਂਦਾ ਹੀ ਵੀ ਪਤਾ ਨਹੀਂ, ਡਰ ਹੁੰਦਾ ਇੱਕ ਵੀ ਪਤਾ ਨਹੀਂ ਹਾਈਐਸਟ ਮਾਰਕਸ ਸਕੋਰ ਇਸ ਵਾਰ ਹੋਣਗੇ ਜਾਂ ਨਹੀਂ, ਇੱਕ ਅੱਧਾ ਨੰਬਰ ਵੀ ਘਟਦਾ ਤਾਂ ਵੀ ਇੰਨੀ ਟੈਨਸ਼ਨ ਹੋ ਜਾਂਦੀ ਵੀ ਹਾਏ ਮੇਰਾ 1 ਨੰਬਰ ਵੀ ਕਿਵੇਂ ਘਟ ਗਿਆ। ਪਰ ਬੇਟੇ ਇਹ ਗੱਲ ਦੱਸਾਂ ਤੁਹਾਨੂੰ, ਦੇਖੋ ਮੇਰੇ ਨੰਬਰ, ਮੈਂ ਕੋਈ ਸਕੂਲ 'ਚ ਟੌਪ ਨਹੀਂ ਕੀਤਾ ਸੀਗਾ। ਹਾਂ ਮੈਂ ਇੰਗਲਿਸ਼ ਵਿੱਚ ਟੌਪ ਕੀਤਾ ਸੀਗਾ। ਇੰਗਲਿਸ਼ ਸਬਜੈਕਟ, ਮੈਨੂੰ ਇੰਗਲਿਸ਼ ਪੜ੍ਹਨ ਦਾ ਬੜਾ ਸ਼ੌਕ ਸੀਗਾ ਤੇ ਮੇਰੇ ਇੰਗਲਿਸ਼ ਵਿੱਚ ਟੌਪਰ ਤੋਂ ਵੀ ਜ਼ਿਆਦਾ ਨੰਬਰ ਆਏ ਸੀਗੇ।
पर मैं वाहिगुरू की कृपा नाल कहांगा, मैं स्कूल च टॉपर नहीं सी, पर मैं जिंदगी च टॉपर हैगा। मैं जिंदगी बड़ी अपनी कामयाबी दे नाल जी रहा और अपनी जिंदगी तो बड़ा खुश हैगा, वाहिगुरू का बड़ा शुक्रगुजार हैगा। सो तुसी नंबर नू इशू ना बनाओ। कई बार की हुंदा बच्चों, जिद्दां मतलब कि कई बार की हुंदा इंडिविजुअल जिहड़े एग्जामिनर ने पेपर चैक कीते ने ना, उन्हां च भी गड़बड़ हो जाती है। हो सकता है किसी टीचर ने नंबरिंग थोड़ी इदां की है, दूजे टीचर ने नंबरिंग होर तरह की है, तो अद्धे एक नंबर का फर्क पै जाता है। सो मैनू लगता है इस गल नू सानू नक का सवाल, मुछ का सवाल नहीं बनाना चाहिए। अद्धे एक नंबर ना अगर कोई फर्स्ट सैकेंड थर्ड हो जाए कोई फर्क नहीं पैंदा। हाँ, तुसी अपना पूरा जोर लाओ। पर बच्चों, मैं वही फिर कह रहा, जे तुसी ज्ञान हासिल करोगे, ज्ञान हासिल कर डीप स्टडी करोगे, फिर तो नंबर ऑटोमैटिकली आएंगे। पर जे कला नंबर नहीं करोगे तो फिर वो गल नहीं बनेगी। सो मैं सोचदा कि तुसी सीखण लई पढ़ो, कामयाब होने लई पढ़ो, पर यह फर्स्ट पोजीशन सैकेंड पोजीशन की जो टेंशन नूं लांभे रख दोगे तो फिर तुसी, मैनूं लगदा है टेंशन तो बिना पेपर दे सकते हो तो ज़्यादा वधिया परफॉर्म कर सकते हो। ਸਰ ठीक है ਸਟੱਡੀ बच्चे? ਦੀ ਬੈਸਟ ਟਾਈਮਿੰਗ ਕੀ ਹੋਣੀ ਚਾਹੀਦੀ ਹੈ? ਜਿੱਦਾਂ ਰਾਤ ਨੂੰ ਕਿੰਨੇ ਵਜੇ ਸੋਣਾ ਚਾਹੀਦਾ ਪੜ੍ਹ ਕੇ, ਤੇ ਸਵੇਰ ਕਿੰਨੇ ਵਜੇ ਉੱਠਣਾ ਚਾਹੀਦਾ? देखो बेटे, मैं तुहानूं दसां, जो कुदरत का नेम है ना, वही बेस्ट हैगा। राती तुसी हर हालत में 10 बजे तो पहले पहले तुहानूं सौ जाना चाहिए, 10 बजे तो पहले पहले। ठीक है, मतलब कि जो मैं कहना चाहना, मैं इदा भी रखा हुआ है कि जिदा जो मैं मैंटली थकिया होना उदों मैं फिजिकल काम ज़्यादा कर लेना, तो जो रिलैक्स होना उदों मैं मैथ के सवाल कर लेना। जिदा तुसी हुण सोशल स्टडीज़ हैगी है, इकनॉमिक्स हैगी है, पॉलिटिकल साइंस हिस्टरी हैगी है, ये ज़्यादा दिमाग वाला काम नहीं है, थोड़ा लिखण वाला काम है। यह तुसी जदों हाले एफिशिएंसी घट हैगी है उस वेले कर लवो, तो जो एकदम फ्रैश है हो तब तुसी क्रिएटिविटी वाला सोचण वाला काम ज़्यादा कर लो। तो जे तुहानूं सवेर का सूट करता है, आदत पै सकती है, तो सब तो बेस्ट टाइम है बच्चों अमृत वेले उठ के पढ़न का। इदा के तुहानूं बड़े केस मिल जाएंगे जो दुनिया भर में जोड़े बंदे कामयाब होए ने, वो सवेरे उठ के इदा के काम करते हैं छेती उठ के। पर असीं उल्ट करते हैं, राती देर तक जागते हैं तो सवेरे लेट उठते हैं, उन्ना सेहत भी खराब होती है तो उन्ना प्राप्ति भी कोई ज़्यादा नहीं होती। सो तुहानूं 9 साढ़े 9 बजे तक 10 बजे तक बिल्कुल हर हालत में सौ जाना चाहिए, तो सवेरे तुहानूं फिर 5 बजे उठ जाओ, 4:30 बजे उठ जाओ। तो दोपहरे जिदा आया, जिदा दोपहरे तुसी 8 तो 2 बजे तक स्कूल रहे, तो आए रोटी पानी खा के आधा घंटा सौ लिया, आधा घंटा ज़्यादा नहीं, तो उठ के फिर पढ़न लग गए। फिर पढ़ते रहे दोपहर पढ़ी, दोपहर जो धुप लगी पढ़ते रहे, तो शामी जिले 6 बज गए, सूरज थले चला गया, उसने बाहर खेड़े आए, किते वरांडे च छत पर इधर उधर खेड़े आए। तो वो तरीका बेस्ट होंदा है। दोपहर में अपने जिदा घर कहना हुन्ना कि इन्नी गर्मी है तुसीं बाहर तो किते जा नहीं सकते, थोड़ा अंदरला टाइम है वो तुसीं मैक्सीमम जिहड़ा ना वो किताबां पढ़न में चला दो, तो जो छां हो जाए, मौसम वधिया हो जाए, उदों बाहर खेडन चले जाओ। सो राती जाग के पढ़ना मैं तो ये बिल्कुल खिलाफ हैगा ਇਹਦਾ ਬੱਚੋ, क्योंकि लॉन्ग टर्म ਵਿੱਚ ਤੁਹਾਡੀ ਸਿਹਤ ਲਈ ਠੀਕ ਨਹੀਂ ਹੈਗਾ। क्योंकि ਸਾਡਾ ਸਰੀਰ ਜਿਹੜਾ ਨਾ ਉਹਦੇ ਵਿੱਚ ਇੱਕ ਬਾਇਓ ਕਲੌਕ ਕੰਮ ਕਰਦੀ ਹੈ। ਬਾਇਓ ਕਲੌਕ ਮੈਨੇ ਬਾਇਓਲੋਜੀਕਲ ਕਲੌਕ, ਇੱਕ ਤੇ ਕਲੌਕ ਬਾਹਰਲੀ ਹੈਗੀ ਹੈ ਨਾ, ਸਾਡੇ ਸਰੀਰ ਦੇ ਵਿੱਚ ਵੀ ਬੱਚੋ ਜਿਹੜੀ ਐਕਟੀਵਿਟੀਜ਼ ਹੁੰਦੀਆਂ ਨੇ, ਚੇਂਜਸ ਆਉਂਦੀਆਂ ਨੇ, ਉਹ ਸੂਰਜ ਦੇ ਡੁੱਬਣ ਨਾਲ ਚੜ੍ਹਨ ਦੇ ਨਾਲ BP ਪਲਸ ਬੜੀ ਚੀਜ਼ਾਂ ਬਦਲਾਵ ਆਉਂਦਾ। ਮੈਨੂੰ ਇਹਨਾਂ ਮੈਡੀਕਲੀ ਪਤਾ ਨਹੀਂ, ਪਰ ਡਾਕਟਰ ਕਹਿੰਦੇ ਨੇ ਬਾਇਓਲੋਜੀਕਲ ਕਲੌਕ ਹੁੰਦੀ ਹੈ। ਸੋ ਰਾਤੀ ਛੇਤੀ ਸੋਣਾ ਤੇ ਸਵੇਰੇ ਛੇਤੀ ਉੱਠ ਕੇ ਪੜ੍ਹਨਾ, ਤੇ ਜਿੱਦਾਂ ਕਿ ਬ੍ਰੇਕ ਲੈ ਕੇ 10-15 ਮਿੰਟ ਦੀ ਬ੍ਰੇਕ ਲੈ ਕੇ 20-25 ਮਿੰਟ ਤੁਸੀਂ ਸੌਂ ਵੀ ਸਕਦੇ ਹੋ। ਪਰ ਉਹ ਇਸ ਗੱਲ ਦਾ ਤੁਹਾਨੂੰ ਚੇਚਾ ਧਿਆਨ ਰੱਖਣਾ ਪਏਗਾ ਕਿ ਉਹ 20-25 ਮਿੰਟ ਹੀ ਰਹਿਣ, ਉਹ ਕਿਤੇ 1.5-2 ਘੰਟਾ ਨਾ ਹੋ ਜਾਵੇ। ਸੋ ਪੜ੍ਹਨ ਦਾ ਟਾਈਮ ਤੇ ਬੱਚਿਓ ਬੈਸਟ ਦਿਨ ਵੇਲੇ ਹੀ ਹੈਗਾ, ਜਿਹੜੀ ਫਰੈਸ਼ ਕੁਦਰਤੀ ਲਾਈਟ ਹੈ, ਨੈਚੁਰਲ ਲਾਈਟ ਹੈਗੀ ਹੈ ਨਾ। ਮੈਂ ਤੇ ਜਦੋਂ ਮੌਸਮ ਵਧੀਆ ਹੁੰਦਾ ਮੈਂ ਤੇ ਟੇਬਲ ਕੁਰਸੀ ਬਾਹਰ ਵਰਾਂਡੇ ਵਿੱਚ ਡਾ ਲੈਂਦਾ, ਜਦੋਂ ਧੁੱਪ ਘੱਟ ਹੈ, ਮਤਲਬ ਮੌਸਮ ਵਧੀਆ ਹੈ, ਮੈਨੂੰ ਤੇ ਬਾਹਰ ਪੜ੍ਹ ਕੇ ਬੜਾ ਮਜ਼ਾ ਆਉਂਦਾ। ਸੋ ਤੁਸੀਂ ਇਸ ਤਰ੍ਹਾਂ ਹੀ, ਤੇ ਜੇ ਕੁਛ ਮੈਮੋਰਾਈਜ਼ ਕਰਨ ਵਾਲਾ ਰੀਡਿੰਗ ਵਾਲਾ ਹੈਗਾ ਤੇ ਮੈਂ ਕਈ ਵਾਰ ਉਹ ਕੰਮ ਰੀਡਿੰਗ ਵਾਲਾ ਸੈਰ ਕਰਦੇ ਵੀ ਕਰ ਲੈਂਦਾ, ਕਿ ਉਹਨਾਂ ਮੇਰੀ ਸੈਰ ਵੀ ਹੋ ਜਾਂਦੀ ਨਾਲ ਨਾਲ ਵਰਾਂਡੇ ਵਿੱਚ, ਤੇ ਨਾਲ ਨਾਲ ਮੈਂ ਰੀਡਿੰਗ ਵੀ ਪੜ੍ਹ ਵੀ ਲੈਂਦਾ। ਤੇ ਜੇ ਕੋਈ ਇੱਦਾਂ ਦਾ ਕੋਈ ਮੈਮੋਰਾਈਜ਼ ਕਰਨ ਵਾਲਾ, ਤੁਸੀਂ ਇੱਦਾਂ ਖੜੇ ਹੋ ਕੇ ਤੁਰ ਫਿਰ ਕੇ ਵੀ ਪੜ੍ਹ ਸਕਦੇ ਹੋ। ਮੈਥ ਤੁਸੀਂ ਬੈਠ ਕੇ ਕਰੋ, ਤੇ ਕੋਈ ਜਿੱਦਾਂ ਹਿਸਟਰੀ ਪੜ੍ਹਨੀ ਹੈ, ਕੋਈ ਟੈਕਸਟ ਪੜ੍ਹਨਾ ਹੈ, ਕੋਈ ਆਪਣੀ ਇੰਗਲਿਸ਼ ਦਾ ਕੋਈ ਲਿਟਰੇਚਰ ਪੜ੍ਹਨਾ ਹੈ, ਉਹ ਤੁਸੀਂ ਵਿੱਚ ਟਹਿਲ ਕੇ ਵੀ ਪੜ੍ਹ ਸਕਦੇ ਹੋ। ਹੋਰ ਦੱਸੋ ਜੀ। ਥੈਂਕ ਯੂ ਸੋ ਮਚ ਸਰ, ਤੁਸੀਂ ਵੈਲਕਮ ਬਹੁਤ ਦੱਸਿਆ ਸਾਨੂੰ। ਵੈਲਕਮ ਬੇਟਾ ਜੀ, ਵੈਲਕਮ ਜੀ। ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬੇਟਾ ਜੀ, ਸਾਡੇ ਚੈਨਲ ਦਾ ਨਾਮ ਕੀ ਸੀ? ਚੈਨਲ ਦਾ ਨਾਮ ਹੈ ਬੇਟੇ ਚਟਸਾਲ, ਲਿਖ ਲਵੋ CHA
CHA TSAAL हाँ जी चटसाल। आ गया? ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ हाँ, ਫਤਿਹ। फतेह फतेह जी। ਸਰ ਮੇਰਾ ਕੁਐਸਚਨ ਹੈ ਕਿ ਜਿਵੇਂ ਇੰਗਲਿਸ਼ ਦੇ ਕੁਝ ਵਰਡ ਦੀ ਮੀਨਿੰਗ ਪਤਾ ਕਰਨੀ ਹੋਣ ਉਹ ਤੇ ਹਾਂਜੀ। ਡਿਕਸ਼ਨਰੀ ਤੋਂ ਪਤਾ ਕਰ ਲਈਦੇ, ਪਰ ਜੇ ਪੰਜਾਬੀ ਦੇ ਕਰਨੀ ਹੋਣ ਫਿਰ ਕਿਵੇਂ ਪਤਾ ਕਰ ਸਕਦੇ ਹਾਂ? ਹਾਂ, ਇਹਦੇ ਵਿੱਚ ਮੈਂ ਤੁਹਾਨੂੰ ਮੈਂ ਸਾਰੇ ਵਿਦਿਆਰਥੀਆਂ ਨੂੰ ਕਹਿਣਾ, ਇੱਕ ਤੇ ਦੋ ਡਿਕਸ਼ਨਰੀਆਂ ਹੈਗੀਆਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਛਾਪੀਆਂ ਹੋਈਆਂ। ਇਹ ਦੇਖੋ, ਇੱਕ ਮੈਂ ਤੁਹਾਨੂੰ ਦਿਖਾਇਆ ਹਾਂਜੀ। ਇਹ ਦੇਖੋ, ਇਹ ਨਜ਼ਰ ਆ ਰਹੀ ਹੈ, ਇਹ ਦਿਖਾਣਾ ਤੁਹਾਨੂੰ। ਇਹ ਦੇਖੋ, ਇਹ ਮੈਂ ਯੂਜ਼ ਕਰਦਾ ਇੰਗਲਿਸ਼ ਟੂ ਪੰਜਾਬੀ। ਇਸੇ ਤਰ੍ਹਾਂ ਇੱਕ ਹੋਰ ਹੈਗੀ ਹੈ ਪੰਜਾਬੀ ਟੂ ਇੰਗਲਿਸ਼। ਹਾਂਜੀ ਸਰ। ਠੀਕ ਹੈ, ਸੋ ਇਹ ਲੈਣੀ ਹੈ ਹਾਂਜੀ। ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਡਿਕਸ਼ਨਰੀਆਂ ਦੋ ਆਪਣੇ ਘਰ ਰੱਖੋ। ਮੈਂ ਦਿੱਲੀ ਵੀ ਰੱਖੀਆਂ, ਇੱਥੇ ਵੀ ਰੱਖੀਆਂ, ਤੇ ਇਹਨਾਂ ਨੂੰ ਮੈਂ ਰੱਜ ਕੇ ਵਰਤਦਾ। ਸੋ ਇਹ ਡਿਕਸ਼ਨਰੀ ਦਾ ਨਾਮ ਹੈ ਬੱਚੋ ਇੰਗਲਿਸ਼ ਪੰਜਾਬੀ ਡਿਕਸ਼ਨਰੀ, ਤੇ ਦੂਜੀ ਹੈਗੀ ਹੈ ਪੰਜਾਬੀ ਇੰਗਲਿਸ਼ ਡਿਕਸ਼ਨਰੀ। ਠੀਕ ਹੈ, ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ, ਇਹ ਨੋਟ ਕਰ ਲਓ। ਹਾਂਜੀ ਸਰ। ਸੋ ਇਹ ਯੂਜ਼ ਕਰਿਆ ਕਰੋ। ਇਹਦੇ ਨਾਲ ਤੁਹਾਡੀ ਜਦੋਂ ਅੰਗਰੇਜ਼ੀ ਦਾ ਕੋਈ ਵਰਡ ਆਏ ਪੰਜਾਬੀ 'ਚ ਦੇਖ ਲਓ, ਪੰਜਾਬੀ ਦਾ ਆਏ ਤੇ ਅੰਗਰੇਜ਼ੀ ਦੇਖ ਲਓ, ਤੇ ਤੁਹਾਡੇ ਦੋਨੋਂ ਬੋਲੀਆਂ ਵਿੱਚ ਮੁਹਾਰਤ ਜਿਹੜੀ ਹੈ ਪੱਕੀ ਹੁੰਦੀ ਜਾਏਗੀ। ਓਕੇ ਸਰ, ਥੈਂਕ ਯੂ। ਹਾਂਜੀ, ਵੈਲਕਮ ਬੇਟੇ। ਵਾਹਿਗੁਰੂ ਜੀ ਕਾ ਖਾਲਸਾ ਹਾਂ, ਵਾਹਿਗੁਰੂ ਜੀ ਕੀ ਫਤਿਹ ਜੀ। ਹਾਂਜੀ ਸਰ, ਮੈਂ ਇਹ ਕੁਐਸਚਨ ਕਰਨਾ ਸੀਗਾ ਕਿ ਜਿੱਦਾਂ ਜਦੋਂ ਹੁਣ ਐਗਜ਼ਾਮ ਆ ਜਾਣ ਜਿੱਦਾਂ ਮੈਂ ਵਾਹਿਗੁਰੂ, ਤੁਹਾਡੀ ਆਵਾਜ਼ ਨਹੀਂ clear ਜੀ। ਬੇਟੇ ਤੁਹਾਡੀ ਆਵਾਜ਼ ਨਹੀਂ ਕਲੀਅਰ ਆ ਰਹੀ, ਸ਼ੋਰ ਆ ਰਿਹਾ ਬੜਾ। ਹੁਣ ਚੈੱਕ ਕਰੇ, ਹੁਣ ਆ ਰਹੀ? ਹੈਲੋ ਸਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਅੱਛਾ, ਨੋਇਜ਼ ਆ ਰਿਹਾ ਬੜਾ। ਹੈਲੋ, ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ। ਆਵਾਜ਼, ਮੇਰੀ ਆਵਾਜ਼ ਆ ਰਹੀ ਹੈ ਬੇਟੇ ਠੀਕ ਤੁਹਾਨੂੰ? ਹਾਂਜੀ ਵਾਹਿਗੁਰੂ ਜੀ, ਸਹੀ ਹੈ। ਹਾਂਜੀ, ਹੁਣ ਤੁਹਾਡੀ ਆਵਾਜ਼ ਠੀਕ ਆ ਰਹੀ, ਹੁਣ ਬੋਲੋ ਬੇਟੇ ਜੀ। ਹਾਂਜੀ, ਅਮਰਿੰਦਰ ਸਿੰਘ ਜੀ ਬੋਲੋ ਜੀ। ਹੈਲੋ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੇਟਾ ਜੀ। ਸਰ ਆਵਾਜ਼ ਠੀਕ ਆ ਰਹੀ ਹੈ ਜੀ ਹੁਣ? ਹਾਂਜੀ, ਹੁਣ ਠੀਕ ਆ ਰਹੀ ਹੈ ਬੇਟੇ। ਸਰ ਮੇਰਾ ਕੁਐਸਚਨ ਸੀਗਾ ਜੀ ਵੀ ਕਦੇ ਵੀ ਆਪਾਂ ਜਦੋਂ ਪੜ੍ਹਾਈ ਕਰਨ ਬਹਿਣੇ ਹਨਾ, ਪਹਿਲਾਂ ਬੜਾ ਆਪਣਾ ਦਿਮਾਗ ਕਹਿੰਦਾ ਵੀ ਹਾਂ ਇੰਨੇ ਘੰਟੇ ਬੈਠਾਂਗੇ, ਇੰਨੇ ਘੰਟੇ ਬੈਠਾਂਗੇ, ਇੰਨੇ ਘੰਟੇ ਆਹ ਸਬਜੈਕਟ ਨੂੰ ਦੇਵਾਂਗੇ, ਇੰਨੇ ਘੰਟੇ ਆਹ ਸਬਜੈਕਟ ਨੂੰ ਦੇਵਾਂਗੇ। ਪਰ ਜਦੋਂ ਬਹਿ ਜਾਈਏ ਵੀ ਆਪਾਂ ਕਹਿ ਲਈਏ ਵੀ ਪੂਅਰ ਡਿਟਰਮੀਨੇਸ਼ਨ ਹੋ ਜਾਂਦਾ, ਵੀ ਉਹਨੂੰ ਆਪਾਂ ਹੋਰ ਇੰਪਰੂਵ ਕਿਵੇਂ ਕਰ ਸਕਦੇ ਹਾਂ ਆਪਣੀ ਸਟੇਬਿਲਿਟੀ ਨੂੰ ਵਧਾਉਣ ਲਈ? ਇਹਦਾ ਤੁਸੀਂ ਬੇਟੇ ਕਿਹੜੀ ਜਗ੍ਹਾ ਰਹਿੰਦੇ ਹੋ? ਨਹੀਂ ਬਰਨਾਲਾ। ਤੁਸੀਂ ਕਿੱਥੇ ਰਹਿੰਦੇ ਹੋ? ਆਪਣਾ ਲੁਧਿਆਣੇ ਹੋ? ਨਹੀਂ ਜੀ, ਬਰਨਾਲਾ। ਬਰਨਾਲਾ, ਅੱਛਾ, ਓਕੇ, ਠੀਕ ਹੈ। ਇਹਦਾ ਬੱਚੇ ਪਤਾ ਕੀ ਹੈ, ਇਹ ਪੜ੍ਹਾਈ ਨੂੰ ਇੰਪਰੂਵ ਕਰਨ ਦਾ ਤਰੀਕਾ ਇੱਕ ਤੇ ਬੱਚੇ ਹੈਗਾ ਕਿ ਤੁਸੀਂ ਨਾ ਸੈਂਟੈਂਸ ਜਿਹੜੇ ਪੂਰੇ ਹੁੰਦੇ ਨੇ ਨਾ, ਤੁਸੀਂ ਕਿੰਨੀ ਕਲਾਸ ਪੜ੍ਹਦੇ ਹੋ ਪਹਿਲੇ ਦੱਸੋ? ਮੈਂ ਸਰ 9th ਵਿੱਚ। ਓਕੇ, 9th ਵਿੱਚ, ਠੀਕ ਹੈ। ਹੁਣ ਜਿੱਦਾਂ ਮੈਂ ਐਗਜ਼ਾਮਪਲ ਲੈਣਾ, ਸਾਇੰਸ ਦਾ ਐਗਜ਼ਾਮਪਲ ਲੈ ਲੈਣਾ, ਚਲੋ ਠੀਕ ਹੈ। ਤੇ ਉਹ 'ਚ ਜਿਹੜੀਆਂ ਬਹੁਤ ਸਾਰੀ ਸ਼ਬਦਾਵਲੀ ਹੁੰਦੀ ਹੈ, ਅਸੀਂ ਬੱਚੇ ਪਤਾ ਕੀ ਕਰਦੇ ਨੇ, ਪੂਰੇ ਸੈਂਟੈਂਸ ਨੂੰ ਰੱਟਾ ਲਾਉਂਦੇ ਨੇ। ਤੁਸੀਂ ਪੂਰੇ ਸੈਂਟੈਂਸ ਨੂੰ ਰੱਟਾ ਨਹੀਂ ਲਾਣਾ, ਜਿਹੜੇ ਉਹਦੇ ਸ਼ਬਦ ਨੇ ਜਾਂ ਸ਼ਬਦ ਜੋੜ ਨੇ, ਉਹਦੀ ਇੱਕ ਅਲੱਗ ਲਿਸਟ ਬਣਾਉਣੀ ਹੈ। ਠੀਕ ਹੈ, ਜਿਵੇਂ ਮੈਂ ਕਹਾਂ ਯੂਨੀਫਾਰਮ ਮੋਸ਼ਨ, optical center, point of incidence, ray of light, ਮਤਲਬ ਇਹ ਮੇਰੀ ਗੱਲ ਸਮਝ ਰਹੇ ਹੋ ਵੀ ਜਿਹੜੇ ਐਕਸਪ੍ਰੈਸ਼ਨਸ ਹੈਗੇ ਨੇ ਨਾ, ਜਿਹੜਾ they are, ਮਤਲਬ ਇਸ ਤਰ੍ਹਾਂ when a ray comes here it goes there, ਉਹ ਸਭ ਨਹੀਂ ਰੱਟਾ ਲਾਈਦਾ ਹੁੰਦਾ, ਉਹ 'ਚ ਟਾਈਮ ਬੜਾ ਖਰਾਬ ਹੁੰਦਾ ਹੈ।
ਜਿਵੇਂ ਮੈਂ ਤੁਹਾਨੂੰ ਹੋਰ ਐਗਜ਼ਾਮਪਲ ਲੈਣਾ, ਤੁਹਾਡੀ ਜਿੱਦਾਂ ਹੁਣ ਮੈਥ ਵਿੱਚ ਜਿਓਮੈਟਰੀ ਹੈ, ਉਹ 'ਚ ਟ੍ਰਾਇੰਗਲਸ ਦੀ ਗੱਲ ਹੈਗੀ ਹੈ, ਤੇ ਤੁਸੀਂ ਤੁਹਾਨੂੰ ਸ਼ਬਦਾਵਲੀ ਜਿਹੜੀ ਹੈ ਨਾ, ਉਹਦੀ ਟਰਮੀਨੋਲੋਜੀ ਹੈ, ਉਹ ਵੱਖਰੀ ਉਹਦੀ ਇੱਕ ਲਿਸਟ ਬਣਾਉਣੀ ਚਾਹੀਦੀ ਹੈ। ਜਿੱਦਾਂ ਮੈਂ ਕਹਾਂ ਐਡਜਸਟੈਂਟ ਐਂਗਲਸ, ਐਕਿਊਟ ਐਂਗਲ, obtuse ਐਂਗਲ, ਰਿਫਲੈਕਸ ਐਂਗਲ, ਫਿਰ ਆਪਣਾ ਕੰਪਲੀਮੈਂਟਰੀ ਐਂਗਲ, ਸਪਲੀਮੈਂਟਰੀ ਐਂਗਲ, ਕੋਰਸਪੋਂਡਿੰਗ ਐਂਗਲ, ਆਲਟਰਨੇਟ ਐਂਗਲ, ਵਰਟੀਕਲੀ ਆਪੋਜ਼ਿਟ ਐਂਗਲ। ਕਈ ਵਾਰ ਕੀ ਹੁੰਦਾ ਕਿ ਸਾਨੂੰ ਵਿਦਿਆਰਥੀਆਂ ਨੂੰ ਜਿਹੜੇ ਸ਼ਬਦ ਹੈਗੇ ਨੇ, ਜਿਹੜੇ ਵਰਡਸ ਹੈਗੇ ਨੇ ਜਾਂ ਵਰਡ ਫਰੇਜ਼ਿਸ ਹੈਗੇ ਨੇ, ਇਹਨਾਂ ਦਾ ਮੀਨਿੰਗ, ਇਹਨਾਂ ਦੀ ਡੈਫੀਨੇਸ਼ਨ ਹੀ ਨਹੀਂ ਪਤਾ ਹੁੰਦੀ, ਤੇ ਉਹ ਰੱਟੇ ਲਾਉਂਦੇ ਰਹਿ ਜਾਂਦੇ ਨੇ। ਸੋ ਪਹਿਲਾਂ ਤੇ ਜਿਹਨੂੰ ਪੜ੍ਹਦੇ ਹੋ ਤੁਸੀਂ ਦੇਖੋ ਉਹਦੇ ਵਿੱਚੋਂ ਕਿਹੜਾ ਵਰਡ ਐਸਾ ਹੈ ਜਿਹਦਾ ਤੁਹਾਨੂੰ ਮਤਲਬ ਨਹੀਂ ਪਤਾ। ਜੇ ਉਹ ਨਾਰਮਲ ਇੰਗਲਿਸ਼ ਦਾ ਵਰਡ ਹੈ, ਉਹਦੀ ਲਿਸਟ ਅਲੱਗ ਹੋਣੀ ਚਾਹੀਦੀ ਹੈ, ਨਾਰਮਲ ਇੰਗਲਿਸ਼ ਦਾ ਵਰਡ। ਪਰ ਜੇ ਉਹ ਉਸ ਵਿਸ਼ੇ ਦੀ ਕੋਈ ਸ਼ਬਦਾਵਲੀ ਹੈਗੀ ਹੈ, ਤੇ ਉਹਦੀ ਸੂਚੀ ਤੁਸੀਂ ਇੱਕ ਅਲੱਗ ਬਣਾਓ, ਤੇ ਉਹ ਸ਼ਬਦਾਂ ਨੂੰ, ਸ਼ਬਦ ਜੋੜ ਨੂੰ ਉਹਦੇ ਰੱਟੇ ਲਾਓ ਅਲੱਗ ਤੌਰ ਤੇ। ਉਹਨਾਂ ਨੂੰ ਸੈਂਟੈਂਸਾਂ ਨੂੰ ਰੱਟੇ ਨਾ ਲਾਓ, ਉਹਨਾਂ ਟਾਈਮ ਬਹੁਤ ਖਰਾਬ ਹੁੰਦਾ ਹੈ। ਤੇ ਇਹ ਗੱਲਾਂ ਮੈਂ ਸ਼ਾਇਦ ਇੱਕ ਜਗ੍ਹਾ ਮੈਂ ਲੈਕਚਰ, ਪਤਾ ਨਹੀਂ ਉਹ ਵੀਡੀਓ ਬਿਲਕੁਲ ਹੈ ਕਿ ਨਹੀਂ ਹੈ, ਕਿਤੇ ਰਿਕਾਰਡ ਕੀਤਾ ਸੀਗਾ ਮੈਂ ਜਸਪ੍ਰੀਤ ਮੈਡਮ ਨੂੰ ਨਾ ਉਸ ਵੀਡੀਓ ਦਾ ਲਿੰਕ ਭੇਜ ਦਾਂਗਾ, ਤੇ ਤੁਸੀਂ ਉਹ ਵੀਡੀਓ ਸੁਣ ਕੇ ਦੇਖਿਓ, ਉਹ 'ਚ ਮੈਂ ਡਿਟੇਲ ਵਿੱਚ ਥੋੜਾ ਦੱਸਿਆ। ਵੈਸੇ ਮੈਂ ਸੋਚਿਆ ਕਿ ਇਹਦੇ ਬਾਰੇ ਇੱਕ ਵੀਡੀਓ ਵੀ ਬਣਾਉਣਾ, ਮੈਂ ਉਹ ਆਉਣ ਵਾਲੇ ਸਮੇਂ 'ਚ ਵੀਡੀਓ ਬਣਾਵਾਂਗਾ, ਤੇ ਫਿਰ ਮੈਂ ਜਸਪ੍ਰੀਤ ਮੈਡਮ ਨੂੰ ਭੇਜ ਦੇਵਾਂਗਾ ਜਾਂ ਚੈਨਲ ਤੇ ਵੀ ਪਾਵਾਂਗਾ। ਸੋ ਤੁਸੀਂ ਇਹ ਜਿਹੜੀ ਮੈਂ ਗੱਲਾਂ ਕਹੀਆਂ, ਤੁਸੀਂ ਇਸ ਤਰ੍ਹਾਂ ਕਰਦੇ ਹੋ ਕਿ ਤੁਹਾਨੂੰ ਜਿਹੜੇ ਸ਼ਬਦ ਆਉਂਦੇ ਨੇ ਉਸ ਸਾਇੰਸ ਦੇ ਵਿਸ਼ੇ ਦੇ, ਜਿਹੜਾ ਸਬਜੈਕਟ ਪੜ੍ਹਦੇ ਹੋ, ਤੁਹਾਨੂੰ ਉਹਨਾਂ ਦੇ ਮਤਲਬ ਚੰਗੀ ਤਰ੍ਹਾਂ ਪਤਾ ਹੁੰਦੇ ਨੇ ਬੱਚਿਓ? ਇਹ ਦੱਸੋ। ਜਿੱਦਾਂ ਮੈਂ ਤੁਹਾਨੂੰ ਐਗਜ਼ਾਮਪਲ ਲੈਣਾ, ਕਈ ਨਹੀਂ ਦਿੰਦੇ। ਤੁਸੀਂ 9th ਵਿੱਚ ਪੜ੍ਹਦੇ ਹੋ ਨਾ ਬੇਟੇ? ਹਾਂਜੀ ਸਰ, ਹਾਂਜੀ। ਅੱਛਾ, ਇਹ ਜੇ ਤੁਸੀਂ ਇਹ ਵਾਲੀ ਟਰਮ ਪੜ੍ਹੀ ਹੈ ਕਿ ਇੰਗਲਿਸ਼ ਮੀਡੀਅਮ ਹੈ ਕਿ ਪੰਜਾਬੀ ਮੀਡੀਅਮ ਹੈ ਤੁਹਾਡਾ? ਇੰਗਲਿਸ਼ ਮੀਡੀਅਮ ਸਰ। ਓਕੇ, ਠੀਕ ਹੈ। ਅਸੀਂ ਰੈਸ਼ਨਲ ਨੰਬਰ ਪੜ੍ਹ ਚੁੱਕੇ ਹੋ, ਪਹਿਲਾ ਚੈਪਟਰ, ਦੂਜਾ ਚੈਪਟਰ ਜਿਹੜਾ ਹੈ ਰੈਸ਼ਨਲ ਨੰਬਰ ਪੜ੍ਹ ਚੁੱਕੇ ਹੋ ਨਾ 9th ਕਲਾਸ ਦਾ? ਹਾਂਜੀ ਹਾਂਜੀ ਸਰ, ਰੈਸ਼ਨਲ ਨੰਬਰ। ਓਕੇ, ਉਹਦੇ ਵਿੱਚ ਆਉਂਦਾ ਹੈ ਜਿੱਦਾਂ ਟਰਮੀਨੇਟਿੰਗ ਨੰਬਰ ਹੁੰਦੇ ਨੇ, ਟਰਮੀਨੇਟਿੰਗ, ਫਿਰ ਦੂਜੇ ਹੁੰਦੇ ਨੇ ਨਾਨ ਟਰਮੀਨੇਟਿੰਗ ਰਿਪੀਟਿੰਗ, ਫਿਰ ਹੁੰਦੇ ਨੇ ਨਾਨ ਟਰਮੀਨੇਟਿੰਗ ਨਾਨ ਰਿਪੀਟਿੰਗ। ਇਹਨਾਂ ਦਾ ਪਤਾ ਤੁਹਾਨੂੰ ਮਤਲਬ? ਹਾਂਜੀ ਸਰ, ਹਾਂਜੀ। ਚੰਗੀ ਤਰ੍ਹਾਂ ਪਤਾ ਨਾ? ਵੈਰੀ ਗੁੱਡ, ਠੀਕ ਹੈ। ਸੋ ਬੱਚੋ ਜਿੱਦਾਂ ਇਹ ਟਰਮਸ ਹੈਗੀਆਂ ਨੇ ਨਾ, ਇਹਨਾਂ ਦਾ ਨਾ ਤੁਸੀਂ ਇੱਕ ਅਲੱਗ ਲਿਸਟ ਬਣਾਉਣੀ ਸ਼ੁਰੂ ਕਰੋ ਸਬਜੈਕਟ ਦੇ ਹਿਸਾਬ ਦੇ ਨਾਲ, ਚੈਪਟਰ ਦੇ ਹਿਸਾਬ ਦੇ ਨਾਲ। ਉਹਨਾਂ ਤੁਹਾਡਾ ਕੰਮ ਬੜਾ ਸੌਖਾ ਹੋ ਜਾਏਗਾ। ਉਹਨਾਂ ਪੂਰਾ ਚੈਪਟਰ ਜਿਹੜਾ 10 ਪੇਜਾਂ ਦਾ ਨਾ, ਤੇ ਉਹ ਜਿਲੇ 1-2 ਪੇਜ ਵਿੱਚ ਹੈ ਜਿਲੇ ਸ਼ਬਦਾਵਲੀ ਪੜ੍ਹੋਗੇ, ਉਹਦੇ ਨਾਲ ਤੁਹਾਡੇ ਨੋਟਸ ਹੀ ਬਣ ਜਾਣਗੇ, ਤੇ ਤੁਹਾਨੂੰ ਸਾਰੀ ਗੱਲ ਦਾ ਪਤਾ ਲੱਗ ਜਾਏਗਾ ਐਟ ਅ ਗਲਾਂਸ। ਉਹਨਾਂ ਟਾਈਮ ਬੜਾ ਬਚੇਗਾ ਤੁਹਾਡਾ। ਇਦਾਂ ਕਰਕੇ ਦੇਖੋ। ਓਕੇ ਸਰ, ਥੈਂਕ ਯੂ ਜੀ ਵੈਰੀ ਮਚ। ਇਹ ਤਰੀਕਾ ਤੁਸੀਂ ਕਰਕੇ ਦੇਖਿਓ, ਤੇ ਤੁਸੀਂ ਖੁਦ ਹੈਰਾਨ ਹੋ ਜਾਓਗੇ। ਉਸ 8-10 ਪੇਜਾਂ ਦੇ ਚੈਪਟਰ ਦੇ ਵਿੱਚ ਜਿਹੜੀ ਸ਼ਬਦਾਵਲੀ ਆਈ ਹੈ, ਉਹਦੀ ਇੱਕ ਅਲੱਗ ਲਿਸਟ ਬਣਾ ਲਓ, ਤੇ ਨਾਲ ਸੰਖੇਪ ਦੇ ਵਿੱਚ ਉਹਦਾ ਮਤਲਬ ਲਿਖ ਲਵੋ, ਤੇ ਫਿਰ ਦੇਖੋ ਕਰਕੇ, ਫਿਰ ਤੁਹਾਡਾ ਟਾਈਮ ਬੜਾ ਬਚੇਗਾ। ਠੀਕ ਹੈ? ਓਕੇ ਸਰ, ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸੀਂ ਸਰ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਜੀ ਐਜੂਕੇਟ ਪੰਜਾਬ ਪ੍ਰੋਜੈਕਟ ਵੱਲੋਂ, ਜਿਨ੍ਹਾਂ ਨੇ ਸਾਨੂੰ ਬੜਾ ਹੀ ਕਮਾਲ ਦਾ ਸੈਸ਼ਨ ਦਿੱਤਾ, ਹਾਊ ਟੂ ਸਟੱਡੀ ਬੈਟਰ। ਬੜੇ ਹੀ ਵਧੀਆ ਤਰੀਕੇ ਨਾਲ ਇਹਨਾਂ ਨੇ ਸਾਨੂੰ ਦੱਸਿਆ ਕਿ ਸਾਨੂੰ ਕਿਸ ਤਰ੍ਹਾਂ ਸਟੱਡੀ ਕਰਨੀ ਚਾਹੀਦੀ ਹੈ, ਤੇ ਹੰਕਾਰ ਨਹੀਂ ਕਰਨਾ ਚਾਹੀਦਾ, ਤੇ ਸਾਨੂੰ ਵੰਡ ਕੇ ਛਕਣਾ ਚਾਹੀਦਾ ਹੈ। ਬੜਾ ਬਹੁਤ-ਬਹੁਤ ਧੰਨਵਾਦ ਜੀ। ਹਾਂਜੀ, ਹੁਣ ਸਾਡਾ ਟਾਈਮ ਹੋ ਚੁੱਕਿਆ ਜੀ। ਹੁਣ ਅਸੀਂ ਕੁਐਸਚਨ ਨਹੀਂ ਲੈ ਪਾਵਾਂਗੇ। ਜਿਹੜੇ ਕੁਐਸਚਨ ਹੋਣਗੇ ਤੁਸੀਂ ਉਹ ਜਿਹੜਾ ਤੁਹਾਨੂੰ ਨੰਬਰ ਗਿਵਨ ਹੈ ਜੀ, ਉਸ ਤੇ ਸੈਂਡ ਕਰ ਦੇਣਾ। ਕਿਤੇ ਫੇਰ ਅਗਰ ਸੈਸ਼ਨ ਹੋਇਆ ਤਾਂ ਤੁਹਾਨੂੰ ਆਨਸਰ ਮਿਲ ਜਾਣਗੇ ਜੀ। ਹਾਂਜੀ, ਓਵਰ ਟੂ ਨਵਰੂਪ ਕੌਰ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਦਾ ਬਹੁਤ-ਬਹੁਤ ਧੰਨਵਾਦ ਜੀ। ਆਪ ਜੀ ਨੇ ਸਾਡੇ ਨਾਲ ਵਧੀਆ ਤਰੀਕੇ ਨਾਲ ਵਿਚਾਰਾਂ ਦੀ ਸਾਂਝ ਪਾਈ ਹੈ ਜੀ। ਹੁਣ ਕੈਂਪ ਦੀ ਇੱਥੇ ਸਮਾਪਤੀ ਹੈ ਜੀ। ਅਗਲੇ ਐਤਵਾਰ ਆਪ ਸਭ ਨੇ ਇਸੇ ਤਰ੍ਹਾਂ ਫਿਰ ਜੁੜਨਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।